ਵਾਇਸ ਆਫ ਖਾਲਸਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਬਲਜੀਤ ਕੌਰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਤੁਸੀਂ ਵਾਇਸ ਆਫ ਖਾਲਸਾ ਟੀਵੀ ਦੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਉਹ ਦੇਖਦੇ ਹੋ। ਉਸੇ ਕੜੀ ਦੇ ਵਿੱਚ ਅੱਜ ਅਸੀਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਪ ਜੀ ਦੇ ਰੂਬਰੂ ਹੋਏ ਹਾਂ ਜੀ। ਸਾਡੇ ਇਸ ਪ੍ਰੋਗਰਾਮ ਦਾ ਨਾਮ ਹੋਵੇਗਾ ਜੀ ਜਾਣ ਪਛਾਣ, ਜਿਹਦੇ ਵਿੱਚ ਅਸੀਂ ਕੁਝ ਅਜਿਹੀਆਂ ਹਸਤੀਆਂ ਨੂੰ ਤੁਹਾਡੇ ਰੂਬਰੂ ਕਰਵਾਵਾਂਗੇ ਜਿਨ੍ਹਾਂ ਨੇ ਜਿਹੜਾ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਕੌਮ ਦੇ ਲਈ ਕੁਝ ਅਜਿਹੇ ਕੰਮ ਜਿਹੜੇ ਕੀਤੇ ਨੇ, ਬਹੁਤ ਅਹਿਮ ਕੰਮ ਜਿਹੜੇ ਉਹਨਾਂ ਦੇ ਵੱਲੋਂ ਕੀਤੇ ਗਏ ਨੇ। ਉਹਨਾਂ ਹਸਤੀਆਂ ਦੇ ਨਾਲ ਜਿਹੜੀ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਕਰਾਵਾਂਗੇ ਜੀ। ਤੇ ਅੱਜ ਜਿਹੜੇ ਸਾਡੇ ਨਾਲ ਮਹਿਮਾਨ ਜੁੜੇ ਨੇ ਉਹਨਾਂ ਦੀ ਜਾਣ ਪਹਿਚਾਣ ਕਰਾਉਣ ਦੀ ਵੈਸੇ ਮੈਨੂੰ ਨਹੀਂ ਲੱਗਦਾ ਕਿ ਜ਼ਰੂਰਤ ਹੈਗੀ ਆ, ਪਰ ਜ਼ਿੰਦਗੀ ਦੇ ਕੁਝ ਪਹਿਲੂ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਵੀ ਨਹੀਂ ਜਾਣਦੇ ਤੇ ਤੁਸੀਂ ਵੀ ਨਹੀਂ ਜਾਣਦੇ, ਤੇ ਉਹਨਾਂ ਪਹਿਲੂਆਂ ਨੂੰ ਖੋਲਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਹੈ। ਤੇ ਅੱਜ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਕੋਲੋਂ ਹੀ, ਉਹਨਾਂ ਦੇ ਮੂੰਹੋਂ ਹੀ ਉਹਨਾਂ ਦੇ ਪਰਿਵਾਰ ਦੇ ਬਾਰੇ, ਉਹਨਾਂ ਦੇ ਪਿਛੋਕੜ ਦੇ ਬਾਰੇ ਤੇ ਹੋਰ ਜੋ ਉਹਨਾਂ ਨੇ ਸਿੱਖ ਕੌਮ ਦੇ ਵਿੱਚ ਅਹਿਮ ਭੂਮਿਕਾ ਜਿਹੜੀ ਨਿਭਾਈ ਆ ਉਹਦੇ ਬਾਰੇ ਜਿਹੜੀ ਆ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰਹੇਗੀ ਜੀ। ਤੇ ਆਓ ਅਸੀਂ ਸਭ ਤੋਂ ਪਹਿਲਾਂ ਆਪਣੇ ਨਾਲ ਜੁੜੇ ਮਹਿਮਾਨ ਦਾ ਸਵਾਗਤ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਜਿਹੜੀ ਆ ਆਪਣੀ ਗੱਲਬਾਤ ਉਹਨਾਂ ਦੇ ਨਾਲ ਜਿਹੜੀ ਆ ਉਹ ਸ਼ੁਰੂ ਕਰਦੇ ਆ ਜੀ। ਸੋ ਅੱਜ ਸਾਡੇ ਨਾਲ ਸਰਦਾਰ ਭੁਪਿੰਦਰ ਸਿੰਘ ਸਾਧੂ ਜੀ, ਜੋ ਕਿ ਇਸ ਸਮੇਂ ਕੈਨੇਡਾ ਦੇ ਵਾਸੀ ਨੇ, ਉਹ ਸਾਡੇ ਨਾਲ ਜੁੜੇ ਨੇ। ਅੱਜ ਅਸੀਂ ਉਹਨਾਂ ਦੇ ਨਾਲ ਜਿਹੜੀ ਆ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ, ਉਹਨਾਂ ਦੀ ਜਾਣ ਪਹਿਚਾਣ ਜਾਣਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ ਜੀ। ਤੇ ਆਓ ਫਤਿਹ ਬੁਲਾ ਕੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਜੀ। ਸਰਦਾਰ ਭੁਪਿੰਦਰ ਸਿੰਘ ਸਾਧੂ ਜੀ, ਤੁਹਾਡਾ ਸਾਡੇ ਇਸ ਨਵੇਂ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਬੁਲਾਈ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਪਰਿਵਾਰ ਦੇ ਬਾਰੇ, ਤੁਹਾਡੇ ਬਚਪਨ ਦੇ ਬਾਰੇ ਤੇ ਜਿਹੜੀ ਆ ਮੁੱਢਲੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਆ। ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਇਹ ਸਾਰੀ ਜਾਣਕਾਰੀ ਜ਼ਰੂਰ ਜਿਹੜੀ ਆ ਉਹ ਸਾਂਝੀ ਕਰੋ। ਬੀਬੀ ਜੀ, ਮੈਂ ਪਿਤਾ ਗੁਰਚਰਨ ਸਿੰਘ ਔਰ ਮਾਤਾ ਜਸਬੀਰ ਕੌਰ ਜੀ ਦੇ ਘਰ ਮੇਰਾ ਜਨਮ ਹੋਇਆ ਹੈ ਜੀ, ਦਿੱਲੀ ਦੇ ਵਿੱਚ। ਮੈਂ 4 ਭੈਣ ਭਰਾਵਾਂ ਦਾ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਭਰਾ ਹੈਗਾ। ਮੇਰੀਆਂ 2 ਭੈਣਾਂ ਕੁਲਵਿੰਦਰ ਤੇ ਮਨਮੀਤ, ਔਰ ਮੇਰਾ ਭਰਾ ਛੋਟਾ ਅਜੀਤ ਸਿੰਘ ਹੈਗੇ ਨੇ, ਜਿਹੜੇ ਕਿ ਅੱਜ ਸਾਰੇ ਹੀ ਵਿਦੇਸ਼ ਦੀ ਧਰਤੀ 'ਚ ਕੈਨੇਡਾ ਅਮਰੀਕਾ ਰਹਿ ਰਹੇ ਨੇ। ਮੇਰੀ ਜਿਹੜੀ ਮੁੱਢਲੀ ਪੜ੍ਹਾਈ ਹੈ ਉਹ ਵੱਖ-ਵੱਖ ਸਕੂਲਾਂ ਵਿੱਚ, ਬਾਲ ਨਿਕੇਤਨ ਸਕੂਲ, ਫਿਰ ਗੁਰੂ ਅਮਰਦਾਸ, ਫਿਰ ਗੁਰੂ ਤੇਗ ਬਹਾਦਰ 3rd ਸੈਨੇਟਰੀ ਪਬਲਿਕ ਸਕੂਲ ਤੇ ਫਿਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਜਿਹੜੀ ਮੈਂ 9ਵੀਂ 10ਵੀਂ 11ਵੀਂ 12ਵੀਂ ਕੀਤੀ। ਔਰ ਕਾਲਜ ਜਿਹੜਾ ਮੈਂ ਖਾਲਸਾ ਕਾਲਜ ਤੋਂ ਆਪਣੀ ਪੜ੍ਹਾਈ ਕੀਤੀ ਹੈ, ਸ਼ੁਰੂਆਤੀ ਪੰਜਾਬੀ ਆਨਰਸ ਤੋਂ ਬਾਅਦ ਵਿੱਚ ਮੈਂ ਲਾਅ ਦੀ ਪੜ੍ਹਾਈ ਕਰਨਾ ਚਾਹੁੰਦਾ ਸੀ, ਇਸ ਕਰਕੇ ਮੈਂ BA ਪਾਸ ਦੇ ਵਿੱਚ ਜਿਹੜਾ ਪੜ੍ਹਾਈ ਕੀਤੀ ਔਰ ਮੁਕੰਮਲ ਕੀਤੀ। ਔਰ ਗੁਰੂ ਸਾਹਿਬ ਨੂੰ ਜੋ ਰਜ਼ਾ ਸੀ ਔਰ ਪਰਿਵਾਰ ਨੂੰ ਜੋ ਮਨਜ਼ੂਰ ਸੀਗਾ, ਉਹਨਾਂ ਨੇ 97 ਦੇ ਵਿੱਚ ਹੀ ਮੇਰਾ ਆਨੰਦ ਕਾਰਜ ਜਿਹੜਾ ਬੀਬੀ ਗੁਰਲੀਨ ਕੌਰ ਨਾਲ ਦਿੱਲੀ ਵਿਖੇ ਹੀ ਕਰਵਾਇਆ, ਦਿੱਲੀ ਦੇ ਪਰਿਵਾਰ ਨੇ। ਔਰ ਗੁਰੂ ਸਾਹਿਬ ਨੇ ਖੁਸ਼ੀਆਂ ਬਖਸ਼ੀਆਂ, ਘਰ ਦੇ ਵਿੱਚ ਇੱਕ ਬੇਟਾ ਔਰ ਇੱਕ ਬੇਟੀ, ਸੁਪੁੱਤਰ ਗੁਰਕੀਰਤ ਸਿੰਘ, ਬੇਟੀ ਅਵਲੀਨ ਕੌਰ ਦਾ ਜਨਮ ਹੋਇਆ, ਜੋ ਅੱਜ ਬੇਟਾ ਤਕਰੀਬਨ ਮੇਰਾ 22 ਸਾਲਾਂ ਦਾ ਔਰ ਬੇਟੀ ਮੇਰੀ 16 ਸਾਲ 17 ਸਾਲਾਂ ਦੀ ਹੈ। ਔਰ ਪੜ੍ਹਾਈ ਦੇ ਨਾਲ ਨਾਲ ਕਰਦਿਆਂ ਹੀ ਮੈਂ ਸ਼ੌਂਕ ਰੱਖਦਾ ਸੀਗਾ ਵਪਾਰ ਦਾ ਵੀ, ਤੇ ਮੈਂ 1996 ਦੇ ਵਿੱਚ ਵੀ ਜਿਹੜਾ ਹੈ ਗਾਰਮੈਂਟਸ ਦਾ, ਕੱਪੜੇ ਦਾ ਵਪਾਰ ਸ਼ੁਰੂ ਕਰ ਦਿੱਤਾ। ਕਨੌਟ ਪਲੇਸ ਦੇ ਅੰਦਰ ਜਿਹੜਾ ਸੇਲ ਦਾ ਕੰਮ ਸ਼ੁਰੂ ਕੀਤਾ। 97 ਦੇ ਵਿੱਚ ਉਸੇ ਕੜੀ ਦੇ ਵਿੱਚ ਫੈਕਟਰੀ ਲਾਉਂਦਾ ਵਾਂ, ਔਰ ਇੱਕ ਦੇ ਬਾਅਦ ਦੂਜੀ ਦੇ ਬਾਅਦ ਤੀਜੀ। ਮਹਾਰਾਜ ਬਹੁਤ ਬਖਸ਼ਿਸ਼ ਕਰਦੇ ਨੇ, ਕਿਰਪਾ ਕਰਦੇ ਆ ਔਰ ਬਰਕਤਾਂ ਰੱਖਦੇ ਆ ਕਾਰੋਬਾਰ ਦੇ ਵਿੱਚ। ਔਰ 2008 ਦੇ ਵਿੱਚ ਜਾ ਕੇ ਮੈਂ ਫਿਰ ਉਸ ਤੋਂ ਕੰਮ ਨੂੰ ਵਧਾਉਂਦੇ ਹੋਏ ਕੰਸਟਰਕਸ਼ਨ ਲਾਈਨ ਦੇ ਵਿੱਚ ਪੈ ਜਾਂਦਾ। 2012 ਦੇ ਵਿੱਚ ਮੈਨੂੰ ਸ਼ੌਂਕ ਮੀਡੀਆ ਦੇ ਵਿੱਚ ਵੀ ਕੁਝ ਕੰਮ ਕਰਨ ਦਾ ਆਉਂਦਾ, ਤੇ ਜਿਹਦੀ ਕੜੀ 'ਚ ਕੋਈ ਨਾ ਕੋਈ ਮੀਡੀਆ ਦੀ ਵੀ ਫਰਮ ਬਣਾਈ ਜਾਂਦੀ ਔਰ ਉਹਦੇ ਵਿੱਚ ਕੰਮ ਕਰੀਦਾ। ਔਰ ਸਮਾਂ ਪੈਂਦੇ ਹੀ ਬੱਚਿਆਂ ਦੇ ਕਰਕੇ ਜਿਹੜਾ ਹੈ ਕਿ ਮੈਂ ਕੈਨੇਡਾ ਦੇ ਵਿੱਚ ਆ ਜਾਂਦਾ ਵਾਂ। ਔਰ ਕੈਨੇਡਾ ਦੇ ਵਿੱਚ 2012 ਦੇ ਵਿੱਚ ਜਿਹੜਾ ਪਹਿਲੇ ਆਪਾਂ ਟੈਕਸੀਆਂ ਖਰੀਦਦੇ ਆ, ਟੈਕਸੀਆਂ ਦਾ ਕੰਮ ਕਰਦੇ ਆ, ਟੈਕਸੀਆਂ ਕਿਰਾਏ ਤੇ ਦੇਣੀਆਂ, ਫਿਰ ਟਰੱਕਾਂ ਦਾ ਕੰਮ ਜਿਹਦੇ 'ਚ ਟਰੱਕ। ਉਹਦੇ ਬਾਅਦ ਫਿਰ ਪੜ੍ਹਾਈ ਕੀਤੀ ਹੁੰਦੀ ਔਰ ਥੋੜਾ ਪਿਛੋਕੜ ਜਿਹੜਾ ਲਾਉਂਦਾ ਰਹਿੰਦਾ। ਉਸੇ ਕੜੀ ਦੇ ਵਿੱਚ ਮੈਂ ਇੱਕ ਇਮੀਗ੍ਰੇਸ਼ਨ ਕੰਪਨੀ ਨੂੰ ਜੁਆਇਨ ਕਰਦਾ, ਉਹਦੀ ਫਰਮ ਨੂੰ, ਉਹਦੇ ਵਿੱਚ ਨਾਲ ਕੰਮ ਕਰਦਾ ਔਰ ਨਾਲ ਹੀ ਉਹਨਾਂ ਤੋਂ ਸਿੱਖਦਾ। ਔਰ ਉਹਦੇ ਵਿੱਚ ਹੀ ਅੱਜ ਜਿਹੜਾ ਹੈ ਮੈਂ ਉਹਦੇ ਵਿੱਚ ਕੰਮ ਵੀ ਕਰ ਰਿਹਾ ਔਰ ਨਾਲ ਦੇ ਨਾਲ ਮੇਰੀ ਪੜ੍ਹਾਈ ਵੀ ਚੱਲ ਰਹੀ ਹੈ ਜੀ।
ਨਾਲ ਨਾਲ ਅਸੀਂ ਤੁਹਾਡੇ ਕੋਲੋਂ ਤੁਹਾਡੇ ਬਜ਼ੁਰਗਾਂ ਦੇ ਬਾਰੇ ਤੇ ਉਹਨਾਂ ਤੁਹਾਡੇ ਪਰਿਵਾਰ ਦੇ ਪਿਛੋਕੜ ਦੇ ਬਾਰੇ ਵੀ ਥੋੜੀ ਜੀ ਜਾਣਕਾਰੀ ਜ਼ਰੂਰ ਹਾਸਿਲ ਕਰਾਂਗੇ, ਕਿਉਂਕਿ ਜੋ ਤੁਹਾਡਾ ਅਸੀਂ ਰੂਪ ਦੇਖਦੇ ਹਾਂ ਗੁਰਸਿੱਖੀ ਵਾਲਾ, ਇੱਕ ਜਿਹੜਾ ਜਿਹਨੂੰ ਅਸੀਂ ਕਹਿੰਦੇ ਹਾਂ ਬੜੀ ਮੁਸ਼ਕਿਲ ਦੇ ਨਾਲ ਅੱਜ ਦੇ ਜ਼ਮਾਨੇ 'ਚ ਸਾਨੂੰ ਦੇਖਣ ਨੂੰ ਮਿਲਦਾ, ਤੇ ਗੁਰੂ ਸਾਹਿਬ ਜੀ ਨੇ ਆਪ ਜੀ ਤੇ ਬੜੀ ਮਿਹਰ ਕੀਤੀ ਹੈ, ਇਸ ਕਰਕੇ ਤੁਹਾਡੇ ਪਰਿਵਾਰਕ ਪਿਛੋਕੜ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੇ ਜੀ। ਵੀ ਜੀ ਮੈਂ ਬਹੁਤ ਖੁਸ਼ਕਿਸਮਤ ਹਾਂ। ਮੈਂ ਸਮਝਦਾ ਬੜੇ ਘੱਟ ਲੋਕ ਹੁੰਦੇ ਨੇ ਦੁਨੀਆ ਦੇ ਵਿੱਚ। ਮੈਨੂੰ ਆਪਣੇ ਪਰਿਵਾਰ ਦੇ ਵਿੱਚ 5 ਪੀੜ੍ਹੀਆਂ ਦਾ ਸਾਥ ਮਿਲਿਆ। 5 ਪੀੜ੍ਹੀਆਂ ਦਾ। ਮੇਰਾ ਪਰਦਾਦਾ ਜੀ ਮੇਰੇ ਅੱਖਾਂ ਦੇ ਵਿੱਚ ਸਨ। ਮੈਂ ਉਹਨਾਂ ਦੇ ਨਾਲ ਖੇਡਿਆ, ਉਹਨਾਂ ਦੇ ਕੋਲੋਂ ਕਈ ਚੀਜ਼ਾਂ ਸਿੱਖੀਆਂ। ਸਰਦਾਰ ਮੇਲਾ ਸਿੰਘ ਜੀ ਉਹਨਾਂ ਦਾ ਨਾਂ ਸੀ ਜੀ। ਉਹ ਗੁਜਰਾਂਵਾਲਾ ਭੱਠੀ ਪੰਗੂ, ਜਿਹੜਾ ਅੱਜ ਅਸੀਂ ਲਹਿੰਦਾ ਪੰਜਾਬ ਕਹਿੰਦੇ ਹਾਂ, ਜਿਹੜਾ ਕਿ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ, ਉਹ ਮੈਨੂੰ ਆਪਣੀਆਂ ਬੜੀਆਂ ਗੱਲਾਂ ਦੱਸਦੇ ਹੁੰਦੇ ਸਨ ਪਾਕਿਸਤਾਨ ਉਸ ਧਰਤੀ ਦੀਆਂ। ਉਹ ਉੱਥੇ ਸ਼ਾਹ ਖਵਾਉਂਦੇ ਸਨ। ਫਿਰ ਮੇਰੇ ਦਾਦਾ ਜੀ ਸਰਦਾਰ ਹੀਰਾ ਸਿੰਘ ਜੀ ਜਿਹੜੇ ਸਨ, ਉਹ ਜਦੋਂ ਪਾਰਟੀਸ਼ਨ ਦੇ ਬਾਅਦ ਇੱਥੇ ਆਉਂਦੇ ਨੇ, ਸਰਹੱਦ ਟੱਪ ਕੇ ਇਸ ਪਾਸੇ ਆਉਂਦੇ ਨੇ, ਪਹਿਲੇ ਪਟਿਆਲਾ ਫਿਰ ਦਿੱਲੀ, ਔਰ ਦਿੱਲੀ ਦੇ ਵਿੱਚੋਂ PWD ਜਿਹੜਾ ਇੱਕ ਬਿਜਲੀ ਮਹਿਕਮੇ ਦੇ ਬੜੇ ਵੱਡੇ ਸੀਨੀਅਰ ਇੰਜੀਨੀਅਰ ਹੁੰਦੇ ਨੇ। ਔਰ ਮੈਨੂੰ ਉਹਨਾਂ ਤੋਂ ਆਪਣੇ ਦਾਦੀ ਖਾਸ ਕਰ ਬੀਬੀ ਰਣਜੀਤ ਕੌਰ ਤੋਂ ਬਹੁਤ ਪਿਆਰਾ ਜੋ ਏਦਾਂ ਦੀ ਕੋਈ ਕਹਾਵਤਾਂ ਬੜੀਆਂ ਨੇ, ਉਹ ਬੜਾ ਪਿਆਰ ਜਿਹੜਾ ਹੈ ਮੈਨੂੰ ਮੇਰੇ ਦਾਦਾ ਪੜਦਾਦਾ ਬਹੁਤ ਰੱਖਦੇ ਆ। ਔਰ ਇਹ ਵੀ ਤੁਹਾਨੂੰ ਦੱਸਾਂ ਕਿ ਸਾਡੀਆਂ ਜਿਹੜੀਆਂ ਮੈਂ 5 ਪੀੜ੍ਹੀਆਂ ਦਾ ਤੇ ਦੇਖੀ ਆਪਣੀ ਅੱਖੀ, ਉਹਦੇ ਵਿੱਚ 4 ਪੀੜ੍ਹੀਆਂ ਜਿਹੜੀਆਂ ਨੇ ਅੱਜ ਕੈਨੇਡਾ ਦੀਆਂ ਵਾਸਨਿਕ ਵੀ ਬਣ ਚੁੱਕੀਆਂ ਨੇ। 1976 ਦੇ ਵਿੱਚ ਜਿਹੜਾ ਹੈ ਕਿ ਪਹਿਲੇ ਉਹ ਇੰਡੀਆ ਤੋਂ ਦਾਦਾ ਜੀ ਜਿਹੜੇ ਆ, ਫਿਰ ਚਾਚੇ ਮੇਰੇ ਉਹ ਲੰਡਨ UK ਦੇ ਵਿੱਚ, ਤੇ ਫਿਰ 1976 ਦੇ ਵਿੱਚ ਤਕਰੀਬਨ ਕੈਨੇਡਾ ਆ ਜਾਂਦੇ ਨੇ। ਔਰ ਮੈਂ ਸਮਝਦਾ 4 ਜਨਰੇਸ਼ਨ ਅੱਜ ਉੱਥੇ ਤੇ 4 ਜਨਰੇਸ਼ਨਾਂ ਇੱਥੇ, ਤੇ 5ਵੀਂ ਸਾਡੀ ਪਾਕਿਸਤਾਨ ਤੋਂ ਇੰਡੀਆ ਆਈ। ਇਹ ਲੰਬਾ ਜੀ ਸਮਾਂ ਜੀ। ਇਹ ਜਿਹੜਾ ਅਗਲਾ ਮੇਰਾ ਸਵਾਲ ਹੈ, ਸ਼ਾਇਦ ਉਹ ਚੀਜ਼ ਨੂੰ ਸਾਡੇ ਦਰਸ਼ਕ ਵੀ ਸੁਣ ਕੇ ਹੱਸਣਗੇ ਜ਼ਰੂਰ, ਕਿਉਂਕਿ ਜਿਹੜਾ ਅਗਲਾ ਸਵਾਲ ਮੈਂ ਤੁਹਾਡੇ ਨਾਮ ਦੇ ਉੱਤੇ ਕਰਨ ਜਾ ਰਹੀ ਹਾਂ, ਤੁਹਾਡੇ ਨਾਮ ਦੇ ਅੱਗੇ ਸਾਧੂ ਭੁਪਿੰਦਰ ਸਿੰਘ ਲੱਗਦਾ ਹੈ। ਕੀ ਤੁਸੀਂ ਸਾਧੂ ਦੀ ਜਿਹੜਾ ਉੱਠ ਕੇ ਜਿਹੜਾ ਭੁਪਿੰਦਰ ਸਿੰਘ ਬਣੇ ਹੋ, ਜਾਂ ਭੁਪਿੰਦਰ ਸਿੰਘ ਤੋਂ ਸਾਧੂ ਬਣੇ ਹੋ? ਕਿਉਂਕਿ ਸਾਡੇ ਦਰਸ਼ਕ ਕਾਫੀ ਕਨਫਿਊਜ਼ ਹੋਣਗੇ, ਕਿਉਂਕਿ ਤੁਹਾਡੇ ਨਾਮ ਦੇ ਮੂਹਰੇ ਜਦੋਂ ਸਾਧੂ ਸ਼ਬਦ ਆ ਜਾਂਦਾ ਤਾਂ ਲੋਕ ਅਕਸਰ ਮਨ ਦੇ ਵਿੱਚ ਮਨਘੜਤ ਜਿਹੜੀਆਂ ਕਹਾਣੀਆਂ ਨੇ ਉਹ ਬਣਾ ਲੈਂਦੇ ਨੇ, ਤੇ ਇਹਦਾ ਸੱਚ ਜਿਹੜਾ ਮੈਂ ਤੁਹਾਡੇ ਮੂੰਹੋਂ ਜਾਣਨਾ ਚਾਹੂੰਗੀ। ਬੀਬੀ ਜੀ, ਇਹ ਨਾਂ ਤਾਂ ਜਿਹੜਾ ਸੱਚ ਜਾਣੋ ਨਾ, ਜਦੋਂ ਮੈਂ ਬਚਪਨ ਵਿੱਚ ਛੋਟਿਆਂ ਹੁੰਦਿਆਂ ਵੀ ਜਦੋਂ ਸਕੂਲ ਹੀ ਜਾਣਾ ਤੇ ਇੱਧਰ ਜਾਣਾ, ਤੇ ਮੈਨੂੰ ਬੜਾ ਚਿੜ ਆਉਂਦੀ ਸੀ ਤੇ ਮੈਂ ਆਪਣਾ ਨਾਂ ਛੁਪਾਉਣ ਦੀ ਬੜੀ ਕੋਸ਼ਿਸ਼ ਕਰਦਾ ਸੀ। ਲੇਕਿਨ ਸਮਾਂ ਪਾ ਕੇ ਜਿਵੇਂ ਜਿਵੇਂ ਉਮਰ ਵਧੀ ਤੇ ਮੈਨੂੰ ਪਤਾ ਲੱਗਾ ਕਿ ਵੀ ਇਸ ਨਾਂ ਦੇ ਵਿੱਚ ਤੇ ਬੜਾ ਸਤਿਕਾਰ, ਪਿਆਰ ਔਰ ਬੜੀ ਪ੍ਰਸ਼ੰਸਾ ਜੁੜੀ। ਹੁਣ ਇਹ ਨਾਂ ਆਇਆ ਕਿੱਥੋਂ, ਮੈਂ ਤੁਹਾਨੂੰ ਦੱਸਦਾ। ਮੇਰੇ ਬਜ਼ੁਰਗਾਂ ਦਾ ਪਿਆਰ, ਜਿਵੇਂ ਮੈਂ ਕਿਹਾ ਕਿ ਮੈਨੂੰ ਪਰਦਾਦੇ ਦੇ ਨਾਲ ਸੰਗ ਮਿਲਿਆ, ਮੈਨੂੰ ਉਹਨਾਂ ਦੇ ਹੱਥੀਂ ਖੇਡਿਆ ਮੈਂ। ਮੇਰੇ ਪਰਦਾਦਾ ਜੀ ਔਰ ਦਾਦਾ ਜੀ ਦਾ ਜਿਹੜਾ ਪਿਆਰ ਔਰ ਜਿਹੜੀ ਸੇਵਾ ਉਹਨਾਂ ਦੀ ਹੈ ਨਾ, ਉਹ ਇੱਕ ਤਖਤ ਹਜ਼ੂਰ ਸਾਹਿਬ ਔਰ ਦੂਜਾ ਦਮਦਮੀ ਟਕਸਾਲ ਦੇ ਵਿੱਚ ਸ਼ੁਰੂ ਤੋਂ ਰਹੀ। ਮੈਂ ਆਪਣੀ ਅੱਖੀ, ਮੈਂ 4ਥੀ ਪੀੜ੍ਹੀ ਅਸੀਂ ਦੇਖ ਰਹੇ ਹਾਂ ਕਿ ਜੋਗਿੰਦਰ ਬਾਬਾ ਮੁਨੀ ਜੀ ਉੱਥੋਂ ਦੇ ਜਥੇਦਾਰ ਸਨ ਤਖਤ ਹਜ਼ੂਰ ਸਾਹਿਬ ਦੇ। ਉਹਨਾਂ ਨੇ ਮੇਰਾ ਜਦੋਂ ਆਪਾਂ ਕਹਿ ਲਈਏ ਵੀ ਇੱਕ ਨਾਮਕਰਨ ਸੰਸਕਾਰ, ਆਪਣੇ ਜਨਮ ਦੇ ਨਾਲ ਬਾਅਦ ਇੱਕ ਨਾਮ ਰੱਖਣ ਦੀ ਪ੍ਰਕਿਰਿਆ ਹੁੰਦੀ ਹੈ, ਔਰ ਉਹਦੇ ਵਿੱਚ ਮੇਰਾ ਜਿਹੜਾ ਉਹਨਾਂ ਦੇ ਨਾਮ ਜਿਹੜਾ ਤਖਤ ਹਜ਼ੂਰ ਸਾਹਿਬ ਤੇ ਰੱਖਿਆ ਗਿਆ, ਮੁੱਖ ਉੱਥੋਂ ਲਿਆ ਗਿਆ, ਔਰ ਉਹ ਜੋਗਿੰਦਰ ਬਾਬਾ ਮੁਨੀ ਸਾਹਿਬ ਜੀ ਨੇ ਉੱਥੇ ਦੇ ਜਿਹੜੇ ਸਿੰਘ ਸਾਹਿਬ ਸਨ ਉਹਨਾਂ ਨੇ ਰੱਖਿਆ। ਔਰ ਉਸ ਵੇਲੇ ਜਦੋਂ ਉੱਥੇ ਆਣਾ ਜਾਣਾ ਹੁੰਦਾ ਸੀ, ਔਰ ਮੈਂ ਨਿੱਕਾ ਸੀ, ਜੋ ਮੈਨੂੰ ਘਰਦਿਆਂ ਨੇ ਦੱਸਿਆ, ਕਹਿੰਦੇ ਨੇ ਵੀ ਤੂੰ ਕਈ ਘੰਟੇ ਜਿਹੜਾ ਪਾਠ ਬਾਣੀ ਵਾਲੇ ਪਾਸੇ ਜਦੋਂ ਕੀਰਤਨ ਲਾਈਏ ਤੇ ਉਹ ਵੇਖਦਾ ਰਹਿੰਦਾ ਸੀ, ਬਾਣੀ ਵੇਖਦਾ ਰਹਿੰਦਾ, ਰੋਂਦਾ ਨਹੀਂ ਸੀ। ਬੱਚੇ ਜਿਹੜੇ ਆ ਛੋਟੇ ਅਕਸਰ ਰੋਇਆ ਕਰਦੇ ਆ, ਤੈਨੂੰ ਨਾ ਭੁੱਖ ਲੱਗਦੀ ਆ ਕੁਛ, ਤੇ ਜਦੋਂ ਪਾਠ ਦੇ ਨੇੜੇ ਹੋਏ ਤੇ ਤੂੰ ਬਸ ਉਹ ਪਾਠ ਕਰਦੇ ਰਹਿ, ਸੁਣਦੇ ਰਹਿਣਾ। ਤੇ ਇਸ ਕਰਕੇ ਉੱਥੇ ਫਿਰ ਗੱਲ ਚੱਲੀ ਵੀ ਇਹਦਾ ਤੇ ਸਾਧੂ ਸੁਭਾਅ ਹੈ। ਉਹ ਬਾਬਾ ਜੀ ਜਿਹੜੇ ਜੋਗਿੰਦਰ ਬਾਬਾ ਮੁਨੀ ਜੀ ਨੂੰ ਅਸੀਂ ਕਹਿੰਦੇ, ਉਹਨਾਂ ਨੇ ਕਿਹਾ ਵੀ ਇਹਦਾ ਤੇ ਸਾਧੂ ਸੁਭਾਅ ਹੈ। ਤੇ ਉਹ ਮੇਰੀ ਭੂਆ ਨੇ ਫੜ ਲਿਆ ਤੇ ਮੇਰੀ ਭੂਆ ਅੱਗੋਂ ਮੈਨੂੰ ਕਹਿਣ ਲੱਗੀ ਵੀ ਇਹ ਤੇ ਸਾਡਾ ਸਾਧੂ ਹੈ। ਬਸ ਉੱਥੋਂ ਦੀ ਸਮਝ ਲਓ ਸਾਧੂ ਕਰਕੇ ਜਿਹੜਾ ਨਾ ਘਰ ਦਾ ਨਾਂ ਜਿਹੜਾ ਛੋਟਾ ਸਾਧੂ ਸੀ ਪੈ ਗਿਆ, ਤੇ ਉਹ ਦੁਨੀਆ ਦੇ ਵਿੱਚ ਸਾਧੂ ਹੀ ਚੱਲ ਪਿਆ। ਔਰ ਹਾਸੇ ਦੀ ਗੱਲ ਤੇ ਇਹ ਵੀ ਕਿ ਵੀ ਸਕੂਲ ਦੇ ਵਿੱਚ ਔਰ ਬੜੀ ਲੰਬੀ ਉਮਰ ਤੱਕ ਜਦੋਂ ਮੈਂ 12ਵੀਂ ਪੜ੍ਹਦਾ ਸੀ ਤੇ ਮੇਰੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਸੀਗੀ, ਔਰ ਉਹ ਬਹੁਤ ਪਿਆਰ ਕਰਦੇ ਸੀ ਮੈਨੂੰ। ਉਹ ਵੀ ਸਗੋਂ ਮੈਨੂੰ ਸਾਧੂ ਕਰਕੇ ਜ਼ਿਆਦਾ ਬੁਲਾਉਂਦੇ, ਔਰ ਭੁਪਿੰਦਰ ਸਿੰਘ ਤੇ ਸਗੋਂ ਘੱਟ ਬੁਲਾਉਣਾ। ਉਹ ਬਹੁਤ ਪਿਆਰ ਰੱਖਦੇ ਸਨ ਇਸ ਬਾਰੇ, ਔਰ ਸਾਰਿਆਂ ਨੇ ਮੇਰੇ ਕੋਲ ਸਾਧੂ ਜਿਹੜਾ ਹੈ ਇਸ ਕਰਕੇ ਜ਼ਿਆਦਾ ਜਿਹੜਾ ਪ੍ਰਚਲਿਤ ਹੋ ਗਿਆ ਜੀ।
ਜੀ ਜੀ। ਵੈਸੇ ਵੀ ਜਦੋਂ ਅਸੀਂ ਵੀ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਸੀ ਤੇ ਜਦੋਂ ਨਾਮ ਪੜਿਆ ਨਾ ਤੇ ਸੋਚ ਕੇ ਪਹਿਲਾਂ ਮਨ 'ਚ ਇਹੀ ਵਿਚਾਰ ਆਇਆ ਕਿ ਸ਼ਾਇਦ ਕੋਈ ਸਾਧੂ ਸੰਤ ਮਹਾਤਮਾ ਜੀ ਦੇ ਨਾਲ ਜਿਹੜੀ ਗੱਲ ਕਰਨੀ ਪਊਗੀ, ਪਰ ਤੁਹਾਡੀ ਪਰਸਨੈਲਿਟੀ ਨੂੰ ਦੇਖ ਕੇ ਨਹੀਂ ਜਿਹੜਾ ਲੱਗਦਾ। ਸੋ ਚਲੋ ਮੈਂ ਅਗਲਾ ਸਵਾਲ ਤੁਹਾਡੇ ਨਾਲ ਕਰਦੀ ਹਾਂ। ਸਿੱਖ ਕੌਮ ਦੇ ਪ੍ਰਤੀ ਤੁਸੀਂ ਨਿਸਵਾਰਥ ਸੇਵਾ ਜਿਹੜੀ ਕਰਨ ਦੀ ਪ੍ਰੇਰਨਾ ਉਹ ਤੁਹਾਨੂੰ ਕਿੱਥੋਂ ਮਿਲੀ, ਤੇ ਇਹ ਵੀ ਜਰੂਰ ਦੱਸਿਓ ਕਿ ਕਿੱਥੇ ਕਿੱਥੇ ਕਿਹੜੀਆਂ ਸੰਸਥਾਵਾਂ ਦੇ ਵਿੱਚ ਆਪ ਜੀ ਨੇ ਸੇਵਾ ਨਿਭਾਈ। ਬੀਬੀ ਜੀ ਦੇਖੋ, ਬੱਚੇ ਨੂੰ ਨਾ ਪੜ੍ਹਾਈ, ਮੁੱਢਲੀ ਪੜ੍ਹਾਈ ਘਰੋਂ ਮਿਲਦੀ ਹੈ ਔਰ ਮੈਨੂੰ ਜਿਹੜੀ ਪ੍ਰੇਰਨਾ ਘਰੋਂ ਹੀ ਮਿਲੀ। ਮੇਰੇ ਪਰਦਾਦਾ ਦਾਦਾ ਸਰਦਾਰ ਹੀਰਾ ਸਿੰਘ ਵੀ, ਮਾਤਾ ਜੀ ਸਾਡੀ ਦਾਦੀ ਰਣਜੀਤ ਕੌਰ। ਔਰ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਮੇਰੀ ਮਾਂ ਮੈਨੂੰ ਦੱਸਿਆ ਕਰਦੀ ਹੈ, ਕਦੀ ਕਦੀ ਕਹਿੰਦੀ ਤੂੰ ਹੋਣ ਵਾਲਾ ਸੀ ਨਾ, ਤੇ ਮੈਂ ਅਰਦਾਸ ਕਰਦੀ ਸੀ ਵੀ ਪੁੱਤਰ ਹੋਵੇ ਤੇ ਇਹ ਬਲੀ ਹੋਵੇ, ਜਿੰਨਾ ਬਲੀ ਹੋਵੇ ਉਹਨਾਂ ਹੀ ਬਾਣੀ ਦਾ ਵੀ ਗਿਆਤਾ ਹੋਵੇ। ਕਹਿੰਦੀ ਮੈਂ ਬਹੁਤ ਪਾਠ ਕੀਤਾ ਤੇਰੇ ਲਈ, ਤੇ ਮੈਂ ਸਮਝਦਾ ਮੈਨੂੰ ਉਹ ਗੁਰਤੀ ਜਿਹੜੀ ਹੈ ਨਾ ਆਪਣੇ ਘਰੋਂ ਸ਼ੁਰੂਆਤੀ ਜਿਹੜੀ ਹੈ ਉੱਥੋਂ ਮਿਲੀ। ਔਰ ਅੱਗੇ ਚਲਦੇ ਚਲਦੇ ਮੈਂ ਵੀ ਤੁਹਾਨੂੰ ਦੱਸਣਾ ਚਾਹਾਂਗਾ ਵੀ ਸਮਾਂ ਪੈ ਕੇ ਜਦੋਂ ਮੈਂ ਥੋੜਾ ਬਚਪਨ ਵਿੱਚ ਸੀਗਾ, ਤੇ ਸਾਡੇ ਨੇੜੇ ਇੱਕ ਸਕੂਲ ਹੁੰਦਾ ਹੈਗਾ ਸੀਗਾ, ਭਾਈ ਜੋਗਾ ਸਿੰਘ ਗਰਲਸ ਪਬਲਿਕ ਸਕੂਲ। ਉਹਨਾਂ ਦੀ ਪ੍ਰਿੰਸੀਪਲ ਬੀਬੀ ਇਹ ਅਨੂਪ ਕੌਰ ਕਮਲ, ਉਹਨਾਂ ਨੇ ਆਨੰਦ ਕਾਰਜ ਨਹੀਂ ਕਰਾਇਆ ਸੀ, ਤੇ ਮੇਰੇ ਦਾਦਾ ਜੀ ਦੀ ਸੇਵਾ ਜਿਹੜੀ ਮੈਂ ਆਪ ਜੀ ਨੂੰ ਦੱਸਿਆ ਕਿ ਸੇਵਾ ਮੈਂ ਉਹਨਾਂ ਤੋਂ, ਉਹਨਾਂ ਉਹ ਸਕੂਲ ਦੇ ਵਿੱਚ ਵੀ ਸੇਵਾ ਨਿਭਾਉਂਦੇ ਰਹਿੰਦੇ ਸਨ, ਤੇ ਉਹਨਾਂ ਨਾਲ ਅਕਸਰ ਜਾਣਾ ਹੁੰਦਾ। ਤੇ ਫਿਰ ਬੀਬੀ ਅਨੂਪ ਕੌਰ ਕਮਲ ਹੋਰਾਂ ਨੇ ਮੈਨੂੰ ਬੜਾ ਜਿਹੜਾ ਇਸ ਪਾਸੇ ਨਾਲ ਹੋਰ ਪ੍ਰੇਰਿਆ, ਔਰ ਆਪਣੇ ਨਾਲ ਜਿਹੜੇ ਕੋਈ, ਹਾਲਾਂਕਿ ਸਕੂਲ ਜਿਹੜਾ ਕੁੜੀਆਂ ਦਾ ਸੀ, ਲੇਕਿਨ ਜਦੋਂ ਕੋਈ ਧਾਰਮਿਕ ਕੰਮ ਹੋਣ ਤਾਂ ਉਹ ਮੈਨੂੰ ਜ਼ਰੂਰ ਉੱਤੇ ਬੁਲਾਉਣਾ, ਔਰ ਚੇਚਾ ਮੇਰੀ ਕੋਈ ਨਾ ਕੋਈ ਡਿਊਟੀ ਲਾਣੀ, ਸੇਵਾ ਲਾਣੀ, ਉਹ ਕਰਨਾ। ਮੈਂ ਸਮਝਦਾ ਵਾਂ ਕਿ ਵੀ ਮੈਨੂੰ ਜਿੱਥੋਂ ਪਰਿਵਾਰ ਤੋਂ, ਉੱਥੋਂ ਦੀ ਫਿਰ ਹਜੂਰ ਸਾਹਿਬ ਤੋਂ ਗੁਰਤੀ ਮਿਲੀ। ਉੱਥੋਂ ਦੇ ਇੱਕ ਨਿਹੰਗ ਸਨ, ਮੈਂ ਦੱਸਣਾ ਜ਼ਰੂਰ ਚਾਹਾਂਗਾ। ਇਹ ਉਹਨਾਂ ਦਾ ਨਾਂ ਕੇਹਰ ਸਿੰਘ ਸੀਗਾ। ਮੈਨੂੰ ਅੱਜ ਵੀ ਯਾਦ ਹੈ, ਮੈਂ ਛੋਟੇ ਹੁੰਦਾ ਤੇ ਇੱਕ ਵਾਹਿਗੁਰੂ ਨਿਵਾਸ ਹੈ ਜਿੱਥੇ ਇਹਨਾਂ ਦਾ ਰਿਹਾਇਸ਼ ਹੁੰਦੀ ਸੀ, ਮੁਨੀ ਬਾਬਾ ਜੀ ਦੀ, ਤੇ ਉਸ ਰਿਹਾਇਸ਼ ਦੇ ਵਿੱਚ ਨਿਹੰਗ ਕੇਹਰ ਸਿੰਘ ਹੋਰੀ ਆਉਂਦੇ ਸੀ, ਤੇ ਉਹ ਮੈਨੂੰ ਰਾਤ ਨੂੰ ਜਦੋਂ ਸਾਰਿਆਂ ਸੋ ਜਾਣਾ ਤੇ ਮੈਨੂੰ ਉੱਚੀ ਉੱਚੀ ਬਾਣੀ ਇਹ ਕਹਿੰਦੇ ਸੀ ਪੜਿਆ ਕਰ, ਤੇ ਉਹ ਬਾਣੀ ਪੜਾਉਂਦੇ। ਤੇ ਇਸ ਕੜੀ 'ਚ ਮੈਂ ਸਮਝਦਾ ਕਿ ਜਿੱਥੇ ਪਰਿਵਾਰ ਦਾ ਰਿਹਾ, ਫਿਰ ਉਹਨਾਂ ਦਾ ਬੜਾ ਹੱਥ ਰਿਹਾ। ਔਰ ਬਾਅਦ ਵਿੱਚ ਅਨੂਪ ਕੌਰ ਜਿਹੜੇ ਕਮਲ ਮੈਡਮ ਸਨ, ਜਿਨ੍ਹਾਂ ਨੇ ਮੈਨੂੰ ਆਪਣੀ ਪੁੱਤਰ ਜਾਣਦੇ ਸਨ, ਕਿਉਂਕਿ ਉਹਨਾਂ ਦਾ ਆਨੰਦ ਕਾਰਜ ਨਹੀਂ ਸੀ, ਤੇ ਉਹ ਮੈਨੂੰ ਹੀ ਕਹਿੰਦੇ ਸੀ ਕਿ ਤੂੰ ਮੇਰਾ ਪੁੱਤਰ ਹੈ। ਤੇ ਮੈਂ ਉਹਨਾਂ ਤੋਂ ਇਹ ਜਿਹੜੀਆਂ ਸੇਵਾ ਕਰਨ ਦੀ ਸਿੱਖਿਆ ਪ੍ਰਾਪਤ ਕੀਤੀ। ਔਰ ਇਸ ਤੋਂ ਬਾਅਦ ਮੈਂ ਆਪ ਜੀ ਨੂੰ ਇਹ ਦੱਸਣਾ ਚਾਹਾਂਗਾ, ਛੋਟੇ ਹੁੰਦਿਆਂ ਤੋਂ ਹੀ ਜਿੱਥੇ ਮੈਂ ਭਾਈ ਜੁਗਾ ਸਿੰਘ ਗਰਲਸ ਪਬਲਿਕ ਸਕੂਲ ਤੇ ਸੇਵਾ ਨਿਭਾਉਣ ਜਾਂਦਾ ਹੀ ਸੀਗਾ, ਉੱਥੇ ਅਕਾਲ ਅਕੈਡਮੀ, ਜਿਹੜਾ ਕਿ ਦੁਨੀਆ ਦੇ ਵਿੱਚ ਅਕਾਲ ਅਕੈਡਮੀ ਬੜੂ ਸਾਹਿਬ ਜਿਹੜਾ ਅਕੈਡਮੀ ਬੱਚਿਆਂ ਦਾ ਸਕੂਲ ਹੈ, ਜਿਹੜਾ ਅੱਜ ਤੇ ਪੂਰੇ ਵਿਸ਼ਵ ਵਿੱਚ ਮੰਨਿਆ ਜਾਂਦਾ ਹੈ, ਉਹ ਪਹਿਲੀ ਵਾਰੀ ਜਦੋਂ ਸ਼ੁਰੂ ਹੋਇਆ ਨਾ ਜੀ, ਤੇ ਮੈਂ ਇਹਨਾਂ ਦੇ ਨਾਲ, ਅਨੂਪ ਮੈਡਮ ਦੇ ਨਾਲ ਉੱਥੇ ਗਿਆ। ਔਰ ਉਹ ਸਕੂਲ ਪਹਿਲੇ 9 ਬੱਚਿਆਂ ਨਾਲ ਸ਼ੁਰੂ ਹੋਇਆ, ਤੇ ਉਸ ਦੀ ਸ਼ੁਰੂਆਤ ਵੇਲੇ ਸਮਝ ਲਓ ਮੇਰੀ ਉੱਥੇ ਇੱਕ ਸ਼ਮੂਲੀਅਤ ਸੀ, ਮੇਰੀ ਉੱਥੇ ਇੱਕ ਹਾਜ਼ਰੀ ਲੱਗੀ ਹੈ। ਔਰ ਉਸ ਤੋਂ ਬਾਅਦ ਉੱਥੇ ਵੀ ਉਹ ਸ਼ੁਰੂਆਤ ਜਿਹੜੀ ਇੱਕ ਇਤਿਹਾਸ ਰਚਿਆ ਗਿਆ। ਉਹਨਾਂ ਦੇ ਪਹਿਲੇ ਪ੍ਰੋਸਪੈਕਟਸ ਦੇ ਵਿੱਚ 4 ਫੋਟੋਆਂ ਨੇ, ਜਿਹੜੀਆਂ ਕਿ ਇਹ ਗਵਾਹੀ ਭਰਦੀਆਂ ਨੇ ਕਿ ਵੀ ਅਸੀਂ ਉਸ ਵੇਲੇ, ਸਾਡਾ ਪਰਿਵਾਰ ਵੀ ਉਸ ਯੂਨੀਵਰਸਿਟੀ, ਉਸ ਅਦਾਰੇ ਸੰਸਥਾ ਨੂੰ ਸ਼ੁਰੂ ਕਰਨ ਦੇ ਵਿੱਚ ਜਿਹੜਾ ਹੈ ਆਪਣਾ ਸਾਥ ਦਿੱਤਾ। ਔਰ ਉਸ ਤੋਂ ਬਾਅਦ ਮੈਂ 1995-96 ਦੇ ਵਿੱਚ ਆਪਣੇ ਪਰਿਵਾਰ ਦੇ, ਮੇਰੇ ਵੱਡੇ ਬਜ਼ੁਰਗ ਵੱਡੇ ਨੇ ਜੀ, ਹਾਲਾਂਕਿ ਉਮਰ ਤੋਂ ਮੇਰੇ ਚਾਚੇ ਦੀ ਉਮਰ ਨੇ, ਲੇਕਿਨ ਮੈਂ ਉਹਨਾਂ ਨੂੰ ਵੀਰ ਜੀ ਕਹਿੰਦਾ ਵਾ। ਸਰਦਾਰ ਬਰਿੰਦਰਜੀਤ ਸਿੰਘ ਬਿੱਟੂ ਉਹਨਾਂ ਦਾ ਨਾਂ ਹੈ। ਉਹਨਾਂ ਨੇ ਸਿੱਖ ਕੌਮ ਲਈ ਬੜੀ ਭਾਲਣਾ ਕੱਲੀ ਹੈ ਜੀ। ਉਹਨਾਂ ਨੇ ਕਈ ਸਾਲ ਫਰਾਰੀ, ਕਈ ਸਾਲ ਜੇਲ੍ਹ ਕੱਟੀ ਹੈ। ਔਰ ਉਹਨਾਂ ਤੋਂ ਜਿਹੜਾ ਨਾ ਇੱਕ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਇੱਕ ਸੰਸਥਾ ਬਣਾਈ, ਪੰਜਾਬੀ ਪ੍ਰਮੋਸ਼ਨ ਫੋਰਮ, ਜਿਹੜੀ ਕਿ ਉਹ ਅੱਜ ਤੱਕ ਨਿਰੰਤਰ ਕਈ ਰਾਜਾਂ ਵਿੱਚ ਉਹਨਾਂ ਨੇ ਕੰਮ ਕੀਤਾ, ਜਿੱਥੇ ਪਟਨਾ ਸਾਹਿਬ ਦੀ ਕਲਾਸਾਂ ਲੱਗੀਆਂ, ਇੰਦੌਰ ਲੱਗੀਆਂ ਤੇ ਦਿੱਲੀਆਂ। ਮੈਂ ਉਹਨਾਂ ਦੇ ਨਾਲ ਜਿਹੜਾ ਫਿਰ ਸੇਵਾ ਵਿੱਚ ਲੱਗ ਗਿਆ। ਜਿਸ ਤਰ੍ਹਾਂ ਮੈਨੂੰ ਜਿਹੜੀ ਡਿਊਟੀ ਲਾਉਂਦੇ ਨੇ ਮੈਂ ਕਰਦਾ ਵਾਂ। ਔਰ ਜਿਸ ਤਰ੍ਹਾਂ ਮੈਂ ਕਿਹਾ ਵੀ ਇਹ ਮੇਰੀ ਉਮਰ ਦੇ ਹਿਸਾਬ ਨਾਲ ਤੇ ਮੇਰੇ, ਹਾਲਾਂਕਿ ਮੇਰੇ ਚਾਚੇ ਨੇ, ਲੇਕਿਨ ਮੈਂ ਵੀਰ ਜੀ ਕਹਿੰਦਾ, ਉਸੇ ਢੰਗ ਨਾਲ ਮੇਰੀ ਭੂਆ ਲੱਗਦੇ ਆ ਬੀਬੀ ਰਵਿੰਦਰਜੀਤ ਕੌਰ, ਜਿਹੜੇ ਕਿ ਹੁਣ ਤਾਂ ਮਹਾਰਾਜ ਦੇ ਚਰਨਾਂ 'ਚ ਜਾ ਵਿਰਾਜੇ ਨੇ। ਔਰ ਉਹਨਾਂ ਨੂੰ ਮੈਂ ਭੈਣ ਜੀ ਕਹਿਣਾ। ਔਰ ਉਹ ਹਮੇਸ਼ਾ ਮੈਨੂੰ ਉਹਨਾਂ ਨੇ ਹੌਸਲਾ ਅਫਜ਼ਾਈ ਕਰਨੀ, ਔਰ ਮੈਨੂੰ ਕਈ ਚੀਜ਼ਾਂ ਜਿਹੜੀਆਂ ਨੇ ਦੱਸਣੀਆਂ, ਸਿਖਾਉਣੀਆਂ, ਆਪਣਾ ਤਜਰਬਾ ਮੈਨੂੰ ਦੇਣਾ। ਇਹ ਸਾਰੀਆਂ ਚੀਜ਼ਾਂ ਵਾ ਨਾ ਮੇਰੇ ਜ਼ਿੰਦਗੀ ਦੇ ਵਿੱਚ ਕਈ ਐਸੇ ਸ਼ਖਸੀਅਤਾਂ ਦਾ ਜਿਹੜਾ ਯੋਗਦਾਨ ਹੈ, ਜਿਨ੍ਹਾਂ ਨੇ ਮੈਨੂੰ ਪ੍ਰੇਰਿਆ, ਮੈਨੂੰ ਮਾਰਗਦਰਸ਼ਨ ਦਿੱਤਾ, ਔਰ ਸਿੱਖੀ ਦੇ ਰਾਹ ਤੇ ਕਿਵੇਂ ਸੇਵਾ ਕਰਨੀ ਹੈ ਪੰਥ ਕੌਮ ਦੀ, ਉਹਨਾਂ ਨੇ ਮੈਨੂੰ ਕਾਫੀ ਕੁਝ ਸਿਖਾਈਆਂ ਜੀ। ਭਾਈ ਸਾਹਿਬ, ਅਗਲਾ ਸਵਾਲ ਜਿਹੜਾ ਮੈਂ ਤੁਹਾਡੇ ਕੋਲੋਂ ਕਰਨ ਜਾ ਰਹੀ ਹਾਂ, ਜਦੋਂ ਅਸੀਂ ਤੁਹਾਡੇ ਸੋਸ਼ਲ ਮੀਡੀਆ ਤੇ ਪ੍ਰੋਫਾਈਲ ਚੈੱਕ ਕੀਤੀ, ਉਹਦੇ ਵਿੱਚੋਂ ਸਾਨੂੰ ਇੱਕ ਜਾਣਕਾਰੀ ਮਿਲੀ ਕਿ ਆਪ ਜੀ ਦੇ ਵੱਲੋਂ ਸਟੂਡੈਂਟ ਫਾਊਂਡੇਸ਼ਨ ਦੇ ਵਿੱਚ ਵੀ ਕੁਝ ਕਾਰਜ ਜਿਹੜੇ ਨੇ ਉਹ ਕੀਤੇ ਗਏ ਸੀ। ਉਹਨਾਂ ਦੇ ਉੱਤੇ ਵੀ ਤੁਸੀਂ ਜ਼ਰੂਰ ਚਾਨਣ ਪਾਓ ਕਿ ਤੁਸੀਂ ਜਿਹੜਾ ਉਹ ਫਾਊਂਡੇਸ਼ਨ ਦੇ ਲਈ ਜੋ ਸੀ, ਉਹਦੇ ਵਿੱਚ ਕਿਸ ਪ੍ਰਕਾਰ ਦੇ ਜਿਹੜੇ ਕਾਰਜ ਨੇ ਉਹ ਨਿਭਾਏ।
ਮੈਂ ਇਹ ਇੱਥੇ ਦੱਸਣਾ ਚਾਹੁੰਦਾ ਜੀ, ਮੈਂ ਆਪ ਜੀ ਨੇ ਬਿਲਕੁਲ ਠੀਕ ਕਿਹਾ ਹੈ। ਮੈਂ ਜਿੰਨੇ ਹੁਣੇ ਤੋਂ ਆਪ ਜੀ ਨੂੰ ਜ਼ਿਕਰ ਕੀਤਾ ਵੇ ਸਰਦਾਰ ਵਰਿੰਦਰਜੀਤ ਸਿੰਘ ਬਿੱਟੂ ਹੋਰਾਂ ਦਾ, ਇਹ ਜਦੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ ਜਰਨੈਲ ਸਿੰਘ ਹੋਰਾਂ ਦੇ ਵੇਲੇ, ਜਦੋਂ ਆਪਾਂ ਕਹਿ ਲਈਏ ਵੀ ਇੱਕ ਸਮਾਂ ਸੀਗਾ ਜਿਹੜਾ ਕੌਮ ਦੇ ਬਹੁਤ ਭਾਰੀ ਸਮਾਂ ਆਇਆ, ਉਸ ਤੋਂ ਪਹਿਲਾਂ ਜਿਹੜੀ ਇਹ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਸਨ। ਭਾਈ ਅਮਰੀਕ ਸਿੰਘ ਹੋਰਾਂ ਦੇ ਨਾਲ ਜਿਹੜੇ ਕੇਂਦਰੀ ਸੀਨੀਅਰ ਮੀਤ ਪ੍ਰਧਾਨ ਜਿਹੜੇ ਸਨ, ਉਹ ਇਹ ਵਰਿੰਦਰਜੀਤ ਸਿੰਘ ਬਿੱਟੂ ਜੀ ਸਨ, ਜਿਹੜੇ ਮੇਰੇ ਵੱਡੇ ਸਾਡੇ ਆਪਣੇ ਸਤਿਕਾਰਯੋਗ ਭਾਈ ਸਾਹਿਬ ਨੇ। ਇਹਨਾਂ ਦੇ ਵੱਲੋਂ ਕਈ ਪ੍ਰੇਰਨਾ ਮਿਲਦੀਆਂ ਸਨ ਤੇ ਇਹਨਾਂ ਦੇ ਨਾਲ ਕਈ ਗੱਲਾਂ ਕਰਨ ਤੇ ਪਤਾ ਲੱਗਦਾ ਸੀ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਿਹੜਾ ਸਿੱਖ ਕੌਮ ਦਾ ਹੀ ਬੜਾ ਵੱਡਾ ਮਹੱਤਵ ਹੈ, ਕਿਸ ਤਰ੍ਹਾਂ ਕੈਂਪ ਲਾਉਂਦੇ ਸਨ, ਕਿਸ ਤਰ੍ਹਾਂ ਪ੍ਰਚਾਰ ਪ੍ਰਸਾਰ ਕਰਦੇ ਸਨ। ਤੇ ਇਸ ਤਰ੍ਹਾਂ ਹੀ ਜਦੋਂ ਮੈਂ ਦਿੱਲੀ ਦੇ ਵਿੱਚ ਵਿਚਰਦਾ ਸੀ ਤੇ ਮੇਰੇ ਨਾਲ ਗੱਲਬਾਤ ਹੋਈ ਪਰਮਜੀਤ ਸਿੰਘ ਖਾਲਸਾ, ਜਿਹੜੇ ਕਿ ਲੁਧਿਆਣਾ ਤੋਂ ਹਨ ਔਰ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤੇ ਦੇ ਪ੍ਰਧਾਨ ਸਨ। ਉਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਔਰ ਗੁਰਮੀਤ ਸਿੰਘ ਫੈਡਰੇਸ਼ਨ ਜਿਹੜੇ ਕਿ ਦਿੱਲੀ ਤੋਂ ਸਨ, ਉਹ ਦਿੱਲੀ ਦੇ ਪ੍ਰਧਾਨ ਸਨ, ਕਈ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦੇ ਬਾਅਦ ਇਹ ਆਪਾਂ ਮਨ ਵਿੱਚ ਆਇਆ ਕਿ ਆਪਾਂ ਕਿਉਂ ਨਾ ਇਸ ਨੂੰ ਦੁਬਾਰਾ ਸੁਰਜੀਤ ਕੀਤਾ ਜਾਏ, ਸਿੱਖ ਸਟੂਡੈਂਟ ਫੈਡਰੇਸ਼ਨ ਦੀ ਦੁਬਾਰਾ ਜਿਹੜੀ ਹੈ ਸ਼ੁਰੂਆਤ ਕੀਤੀ ਜਾਏ। ਔਰ ਅਸੀਂ ਫਿਰ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਆ ਉਹ ਦਿੱਲੀ ਦੇ ਵਿੱਚ ਮੈਨੂੰ ਜਿੱਥੇ ਤੱਕ ਯਾਦ ਆ ਰਿਹਾ ਸ਼ਾਇਦ 2010 ਜਾਂ 11 ਦੀ ਗੱਲ ਹੈ, ਅਸੀਂ ਉਹ ਦਿੱਲੀ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਖਾਲਸਾ ਤੇ ਸਰਦਾਰ ਗੁਰਮੀਤ ਸਿੰਘ ਜਿਹੜੇ ਆ ਫੈਡਰੇਸ਼ਨ, ਉਹਨਾਂ ਦੇ ਨਾਲ ਫਿਰ ਇਸ ਨੂੰ ਨਵੇਂ ਸਿਰੋਂ ਸ਼ੁਰੂਆਤ ਕੀਤੀ ਸੀ ਜੀ। ਤੇ ਜਦੋਂ ਅਸੀਂ ਦੇਖਦੇ ਹਾਂ ਭਾਈ ਸਾਹਿਬ ਜੀ ਕਿ ਅੱਜ ਮਾਡਰਨ ਜ਼ਮਾਨਾ ਹੈ, ਤੁਸੀਂ ਵੀ ਜਾਣਦੇ ਹੋ, ਆਪ ਜੀ ਵੀ ਵਿਚਰਦੇ ਹੋ, ਕੈਨੇਡਾ ਦੇ ਵਿੱਚ ਰਹਿੰਦੇ ਹੋ, ਹਨਾ। ਮਾਡਰਨ ਜ਼ਮਾਨੇ ਦੇ ਵਿੱਚ ਜਿਹੜੇ ਬੱਚੇ ਨੇ, ਜ਼ਿਆਦਾਤਰ ਸਾਡੇ ਨੌਜਵਾਨ ਨੇ ਜਿਹੜੇ, ਉਹ ਆਪਣੀ ਪਰਸਨੈਲਿਟੀ ਦਾ ਕਾਫੀ ਧਿਆਨ ਜਿਹੜਾ ਰੱਖਦੇ ਨੇ। ਹਾਲਾਂਕਿ ਕਈ ਤਾਂ ਅਸੀਂ ਇਸ ਤਰ੍ਹਾਂ ਦੇ ਦੇਖਦੇ ਹਾਂ ਕਿ ਜਿਹੜੇ ਬੱਚੇ ਨੇ ਆਪਣੇ ਕੇਸਾਂ ਦੀ ਬੇਅਦਬੀ ਤੱਕ ਵੀ ਜਿਹੜੇ ਨੇ ਉਹ ਕਰਵਾ ਜਾਂਦੇ ਨੇ। ਇਸ ਤਰ੍ਹਾਂ ਦੇ ਨੌਜਵਾਨੀ ਦੇ ਲਈ ਤੁਸੀਂ ਕੀ ਸੋਚਦੇ ਹੋ ਕਿ ਇਹ ਸਭ ਇੱਕ ਪਰਸਨੈਲਿਟੀ ਨੂੰ ਕਾਇਮ ਰੱਖਣ ਦਾ ਤਰੀਕਾ ਹੈ ਕਿ ਆਪਣੇ ਕੇਸ ਬੇਅਦਬੀ ਕਰਕੇ ਅਸੀਂ ਆਪਣੇ ਆਪ ਨੂੰ ਉਹ ਪਰਸਨੈਲਿਟੀ ਵਿਖਾ ਸਕਦੇ ਹਾਂ? ਬੀਬੀ ਜੀ, ਮੈਂ ਤੁਹਾਨੂੰ ਦੱਸਾਂ, ਇਹ ਬਿਲਕੁਲ ਠੀਕ ਤੁਸੀਂ ਕਹੀ ਹੈ ਔਰ ਇਹ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਵੀ ਮੈਂ ਜਦੋਂ ਇਸ ਪਾਸੇ ਤੁਰਿਆ ਔਰ ਜਿੰਨਾ ਮੇਰਾ ਚਾਅ ਸੀਗਾ ਜਾਂ ਜਿੰਨੀ ਮੇਰੇ ਕੋਲ ਹੋ ਸਕੀ, ਇਹਦੇ ਵਿੱਚ ਤੁਹਾਨੂੰ ਅੱਜ ਇੱਕ ਗੱਲ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ 14 ਫਰਵਰੀ ਨੂੰ ਲੋਕੀ ਆਮ ਦੁਨੀਆ ਦੇ ਵਿੱਚ ਜਿਹੜਾ ਉਹ ਦਿਹਾੜਾ ਹੈ ਉਹ ਵੈਲੈਂਟਾਈਨ ਡੇ ਕਰਕੇ ਮਨਾਉਣ ਲੱਗ ਗਏ ਨੇ। ਤੇ ਇੱਕਦਮ ਐਵੇਂ ਹੀ ਮੇਰੇ ਨਾਲ ਸਿੰਘ ਯੰਗ ਆਰਗੇਨਾਈਜੇਸ਼ਨ, ਸਿੱਖ ਯੂਥ ਆਰਗੇਨਾਈਜੇਸ਼ਨ ਜਮਨਾ ਪਾਰ ਦਿੱਲੀ ਦੇ ਕੁਝ ਮੁੰਡੇ ਨੇ, ਉਹ ਆਏ, ਵਿਚਾਰਾਂ ਗੱਲਾਂ ਕੀਤੀਆਂ ਕਿ ਵੀਰ ਜੀ ਅਸੀਂ ਕੋਈ ਟਰਬਨ ਡੇ ਨੂੰ ਜਾਂ ਪੱਗ ਦਸਤਾਰ ਨੂੰ ਜਿਹੜੀ ਘਟਾਉਂਦੇ ਜਾਂਦੇ ਨੇ ਔਰ ਟੋਪੀਆਂ ਪਾਈ ਜਾਂਦੇ ਨੇ ਤੇ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਰੱਖੀਏ। ਤੇ ਉਹ ਕੁਦਰਤੀ ਗੱਲ ਹੈਗੀ ਕਿ ਇਹ 14 ਫਰਵਰੀ ਦਾ ਦਿਨ ਨੇੜੇ ਸੀ ਤੇ ਮੈਂ ਬੈਠੇ ਕਿਹਾ, ਮੈਂ ਕਿਹਾ ਯਾਰ ਇਹ ਲੋਕੀ ਜਿਹੜੇ 14 ਫਰਵਰੀ ਨੂੰ ਇੱਕ ਪਿਆਰ ਦਾ ਦਿਹਾੜਾ, ਇੱਕ ਪਿਆਰ ਦਾ ਦਿਹਾੜਾ ਮਨਾ ਬੈਠੇ ਤੇ ਅਸੀਂ ਵੀ ਤੇ ਆਪਣੇ ਦਸਤਾਰ ਦੇ ਨਾਲ ਪਿਆਰ, ਆਪਣੀ ਸਿੱਖੀ ਨਾਲ ਪਿਆਰ ਕਰਦੇ ਹਾਂ। ਆਪਾਂ ਕਿਉਂ ਨਾ ਟਰਬਨ ਪ੍ਰਾਈਡ ਡੇ ਜਿਹੜਾ ਹੈ ਉਹ 14 ਫਰਵਰੀ ਨੂੰ ਮਨਾਈਏ ਤਾਂ ਜੋ ਆਪਣੀ ਸਿੱਖੀ ਦੇ ਵਿੱਚ ਜਿਹੜਾ ਇਸ ਚੀਜ਼ ਦਾ ਵੱਧ ਪ੍ਰਚਾਰ ਹੋ ਸਕੇ ਔਰ ਜਿਹੜੇ ਆਪਣੀ ਕੌਮ ਦੇ ਬੱਚੇ ਨੇ ਉਹ ਇਸ ਚੀਜ਼ ਬਾਰੇ ਜੁੜ ਸਕਣ। ਤੇ ਉਹ ਬੜਾ ਖੁਸ਼ੀ ਹੋਈ ਤੇ ਉਹ ਬੱਚਿਆਂ ਨੂੰ ਵੀ, ਮੁੰਡਿਆਂ ਨੂੰ, ਨੌਜਵਾਨਾਂ ਨੂੰ। ਤੇ ਫਿਰ ਉਹ ਜਿਹੜੀ ਯੰਗ ਆਰਗੇਨਾਈਜੇਸ਼ਨ ਸੀ, ਫਿਰ ਉੱਥੇ ਬਖਸ਼ੀਸ਼ ਸਿੰਘ, ਬਲਜੀਤ ਸਿੰਘ, ਬਬਲੂ ਜਿਹੜੇ ਉੱਥੇ ਦੇ ਜਮਨਾ ਪਾਰ ਦੇ ਸਿੰਘ ਸਨ। ਔਰ ਮੈਂ ਖਾਸ ਕਰਕੇ ਦੱਸਣਾ ਚਾਹਾਂਗਾ ਕਿ ਜਮਨਾ ਪਾਰ ਦੇ ਵਿੱਚ ਡੇਰਾ ਬਾਬਾ ਕਰਮ ਸਿੰਘ ਹੈਗੇ ਨੇ, ਉੱਥੋਂ ਦੇ ਮੇਨ ਉਸ ਟਾਈਮ ਜਿਹੜੇ ਮਹਾਂਪੁਰਖ ਸਨ, ਜਿਹੜੇ ਸੰਤ ਬਾਬਾ ਫੂਮਨ ਸਿੰਘ ਜੀ ਅੱਜ ਤੋਂ ਚੜ੍ਹਾਈ ਕਰ ਗਏ, ਉਹਨਾਂ ਨੇ ਜਿਹੜਾ ਇਸ ਗੱਲ ਨੂੰ ਬੜਾ ਸ਼ਲਾਘਾ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੈਂ ਤੁਹਾਡਾ ਪੂਰਾ ਪੁਰਜੋਰ ਇਹਦੇ ਵਿੱਚ ਤੁਹਾਡਾ ਸਾਥ ਦਿਆਂਗਾ ਔਰ ਮੈਂ ਚਾਹੁੰਦਾ ਕਿ ਤੁਸੀਂ ਇੱਥੇ ਇਸ ਨੂੰ ਮਨਾਇਆ ਜਾਏ। ਤੇ ਅਸੀਂ ਉਹਨਾਂ ਦਾ ਸਾਥ ਜਿਹੜਾ ਲੈ ਕੇ ਅਸੀਂ ਉਸ ਵੇਲੇ ਉੱਥੇ ਸ਼ੁਰੂਆਤ ਕੀਤੀ ਔਰ ਬਾਅਦ ਵਿੱਚ ਕਈ ਮੈਂਬਰਾਂ ਜਿਹੜੇ ਦਿੱਲੀ ਸੀ ਗੁਰਦੁਆਰਾ ਕਮੇਟੀ ਦੇ ਨੇ, ਮੈਨੂੰ ਪਤਾ ਲੱਗਾ ਉਹ ਚਲਦੀ ਗਈ ਔਰ ਸ਼ਾਇਦ ਹਾਲੇ ਵੀ ਉੱਥੇ ਜਿਹੜਾ ਹੈ ਕਿ ਉਸ ਦਿਹਾੜੇ ਨੂੰ 14 ਫਰਵਰੀ ਨੂੰ ਜਿਹੜਾ ਟਰਬਨ ਪ੍ਰਾਈਡ ਡੇ ਦੇ ਨਾਂ ਤੋਂ ਮਨਾ ਰਹੇ ਨੇ। ਫਿਰ ਮੈਂ ਇਸੇ ਕੜੀ ਦੇ ਵਿੱਚ ਅੱਗੇ ਆਉਂਦਿਆਂ ਹੋਇਆਂ ਨੌਜਵਾਨਾਂ ਦੇ ਵਿੱਚ ਥੋੜਾ ਜਿਹਾ, ਜਿਵੇਂ ਕਿ ਅੱਜ ਕੱਲ੍ਹ ਮੀਡੀਆ ਦਾ ਜ਼ਮਾਨਾ ਸੀ, ਮੀਡੀਆ 'ਚ ਥੋੜਾ ਇਹ ਲੋਕ ਅਟਰੈਕਟ ਹੁੰਦੇ ਸਨ ਤੇ ਮੈਨੂੰ ਪਰਮਜੀਤ ਸਿੰਘ ਮਾਨ ਕਰਕੇ ਮੇਰਾ ਇੱਕ ਮਿੱਤਰ ਹੈ, ਦੋਸਤ ਹੈ, ਜਿਹੜਾ ਕਿ ਇਸ ਮੀਡੀਆ ਦੇ ਖੇਤਰ ਵਿੱਚ ਕੰਮ ਕਰਦਾ ਸੀਗਾ ਤੇ ਉਹਦੇ ਨਾਲ ਮੇਰੇ ਨਾਲ ਗੱਲ ਹੋਈ ਤੇ ਉਹਨੇ ਕਿਹਾ ਵੀ ਅਸੀਂ ਇਸ ਤਰ੍ਹਾਂ ਮਿਸਟਰ ਸਿੰਘ ਇੰਟਰਨੈਸ਼ਨਲ ਔਰ ਮਿਸ ਕੌਰ ਇੰਟਰਨੈਸ਼ਨਲ ਕਰਾਈਏ ਤਾਂ ਜੋ ਬੱਚਿਆਂ ਦੀ ਜਿਹੜੀ ਪਰਸਨੈਲਿਟੀ ਬਾਹਰ ਨਿਕਲ ਕੇ ਆਏ ਔਰ ਉਹਨਾਂ ਨੂੰ ਪ੍ਰੇਰੀਏ ਵੀ ਸਿੱਖੀ ਸਰੂਪ ਦੇ ਵਿੱਚ ਵੀ ਤੁਸੀਂ ਸੋਹਣੇ ਲੱਗਦੇ ਹੋ ਤੇ ਇਹ ਕੰਮਾਂ 'ਚ ਕਰ ਸਕਦੇ ਹੋ। ਤੇ ਉਹ 2009 ਦੇ ਵਿੱਚ ਜਿਹੜਾ ਉਹ ਇਸ ਤਰ੍ਹਾਂ ਦੇ 2 ਪ੍ਰੋਗਰਾਮ ਉਹ ਲਿਖੇ ਗਏ ਤੇ ਫਿਰ 2011 ਦੇ ਵਿੱਚ ਮਨਪ੍ਰੀਤ ਸਿੰਘ ਜਿਹੜਾ ਬੰਬੇ ਤੋਂ ਕਲਾਕਾਰ ਮੁੰਡਾ ਹੈ, ਸਿੱਖੀ ਸਰੂਪ ਦਾ ਪੂਰਾ, ਜਿਹੜਾ ਕਿ ਸ਼ਾਇਦ ਸਤਿ ਸ੍ਰੀ ਅਕਾਲ ਮੂਵੀ ਸਭ ਨੇ ਵੇਖੀ ਹੈ, ਉਹਦੇ ਵਿੱਚ ਉਸਨੇ ਬਾਖੂਬੀ ਰੋਲ ਨਿਭਾਇਆ ਹੈ।
ਤੇ ਉਹ ਮੇਰੇ ਨਾਲ ਗੱਲ ਕਰਦਾ ਹੈ ਤੇ ਉਹਦੇ ਨਾਲ ਰਲ ਕੇ ਵੀ ਅਸੀਂ ਇੱਕ ਸਿੱਖ ਵਰਲਡ 2011 ਜਿਹੜਾ ਉਸ ਵੇਲੇ ਕਰਦੇ ਆ। ਔਰ ਜਿਹੜਾ ਵੱਖ-ਵੱਖ ਸਟੇਟਾਂ ਤੋਂ ਜਿਹੜੇ ਮੁੰਡਿਆਂ ਦੀ ਚੋਣ ਹੁੰਦੀ ਹੈ ਔਰ ਉਹਨਾਂ ਦਾ ਬੜਾ ਵੱਡਾ ਪ੍ਰੋਗਰਾਮ ਜਿਹੜਾ ਹੈ ਕਾਫੀ ਲੰਬਾ ਦਿਨ ਚੱਲਦਾ। ਔਰ ਇਹ ਪ੍ਰੋਗਰਾਮ ਜਿਹੜਾ ਲਾਸਟ ਦਾ ਜਿਹੜਾ ਫਾਈਨਲ ਹੈ ਉਹ ਅਸੀਂ ਦਿੱਲੀ ਦੇ ਵਿੱਚ ਕਰਦੇ ਹਾਂ। ਇਸ ਤਰ੍ਹਾਂ ਦੇ ਕਈ ਪ੍ਰੋਗਰਾਮ ਜਿਹੜੇ ਹੈ ਮੈਂ ਨੌਜਵਾਨਾਂ ਨੂੰ ਔਰ ਇਸ ਪਾਸੇ ਲਿਆਉਣ ਲਈ ਵੀ, ਖਾਲੀ ਬਾਣੀ ਦੀ ਗੱਲ ਤਾਂ ਜ਼ਰੂਰੀ ਹੈ, ਲੇਕਿਨ ਅਗਰ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣ ਤਾਂ ਜੇ ਸ਼ਾਇਦ ਅਟਰੈਕਸ਼ਨ ਜਿਹੜੀ ਬੱਚਿਆਂ ਦੀ ਵੱਧਦੀ ਹੈ ਔਰ ਉਹਨਾਂ ਨੂੰ ਇਸ ਮਾਡਰਨ ਜ਼ਮਾਨੇ ਦੇ ਵਿੱਚ ਵੀ ਸਾਥ ਜਿਹੜਾ ਵਿਚਰਨ ਦਾ, ਸਿੱਖੀ ਸਰੂਪ ਦੇ ਵਿੱਚ ਵਿਚਰਨ ਦਾ ਜਿਹੜਾ ਸਾਥ ਮਿਲਦਾ ਹੈ। ਜੀ ਵਾਕਈ ਬਹੁਤ ਵੱਡੀ ਗੱਲ ਹੈ ਕਿ ਦਸਤਾਰ ਨੂੰ ਲੈ ਕੇ ਜਿਹੜਾ ਦਿਹਾੜਾ ਆਪ ਜੀ ਦੇ ਵੱਲੋਂ 14 ਫਰਵਰੀ ਨੂੰ ਲਿਖਿਆ ਗਿਆ, ਕਿਉਂਕਿ ਸਾਡੇ ਦਰਸ਼ਕ ਬਖੂਬੀ ਜਾਣਦੇ ਨੇ ਕਿ 14 ਫਰਵਰੀ ਕਿਸ ਤਰ੍ਹਾਂ ਜਿਹੜਾ ਸਾਡੇ ਨੌਜਵਾਨਾਂ ਦੇ ਵੱਲੋਂ ਮਨਾਇਆ ਜਾਂਦਾ ਹੈ। ਲੇਕਿਨ ਆਪ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਤੁਸੀਂ ਇਸ ਚੀਜ਼ ਨੂੰ ਜਿਹੜੀ ਅਹਿਮੀਅਤ ਨੂੰ ਜਾਣਿਆ ਜੋ ਗੁਰੂ ਸਾਹਿਬ ਨੇ ਤਾਜ ਸਾਨੂੰ ਬਖਸ਼ਿਆ। ਸੋ ਆਪਣੇ ਅਗਲੇ ਸਵਾਲ ਦੇ ਵੱਲ ਵਧਦੀ ਹਾਂ ਭਾਈ ਸਾਹਿਬ ਜੀ। ਸਾਡੇ ਕੌਮ ਦੇ ਵਿੱਚ ਕਾਫੀ ਸੰਪਰਦਾਵਾਂ ਪਾਈਆਂ ਜਾਂਦੀਆਂ ਨੇ। ਮੈਂ ਤੁਹਾਡੇ ਕੋਲੋਂ ਇਹ ਵੀ ਜ਼ਰੂਰ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਵੀ ਕਿਸੇ ਸੰਪਰਦਾ ਦੇ ਨਾਲ ਜੁੜੇ ਹੋ, ਉਹਨਾਂ ਦੇ ਵਿੱਚ ਕੋਈ ਸੇਵਾ ਤੁਸੀਂ ਨਿਭਾਈ ਆ, ਉਹਦੇ ਬਾਰੇ ਵੀ ਆਪਣੇ ਜਿਹੜੇ ਵਿਚਾਰ ਹੈ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰੋ। ਮੈਂ ਤੁਹਾਨੂੰ ਦੱਸਾਂ ਬੇਬੀ ਜੀ, ਜਿਸ ਤਰ੍ਹਾਂ ਤੁਸੀਂ ਸੰਪਰਦਾਵਾਂ ਦੀ ਗੱਲ ਕੀਤੀ ਹੈ, ਸਾਡੇ ਵਿੱਚ ਕੌਮ ਦੇ ਵਿੱਚ 4 ਸੰਪਰਦਾਵਾਂ ਮੁੱਖ ਹੈਗੀਆਂ ਨੇ। ਇਹਦੇ ਵਿੱਚ ਉਦਾਸੀ, ਨਿਹੰਗ, ਨਿਰਮਲੇ ਤੇ ਸੇਵਾ ਪੰਥੀ ਨੇ। ਮੈਂ ਇਹ ਬੜਾ ਖੁਸ਼ਕਿਸਮਤ ਹਾਂ, ਆਪਣੇ ਆਪ ਨੂੰ ਸਮਝਦਾ ਕਿ ਮੈਨੂੰ 4 ਸੰਪਰਦਾਵਾਂ ਦੇ ਵਿੱਚ ਜਿਹੜਾ ਵਿਚਰਨ ਦਾ ਮੌਕਾ ਮਿਲਿਆ ਔਰ 4 ਸੰਪਰਦਾਵਾਂ ਦੇ ਮੇਨ ਮੁਖੀ ਜਿਹੜੇ ਨੇ ਉਹਨਾਂ ਦੇ ਨਾਲ ਮੈਨੂੰ ਬਹੁਤ ਪਿਆਰ, ਇੱਜ਼ਤ, ਮਾਨ, ਸਤਿਕਾਰ ਮਿਲਿਆ। ਜਿਸ ਤਰ੍ਹਾਂ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਕਿ ਸਾਡਾ ਪਰਿਵਾਰ ਦਾ ਪਿਆਰ ਜਿਹੜਾ ਟਕਸਾਲ ਦੇ ਨਾਲ, ਜਿਹਦੇ ਮੁਖੀ ਸੰਤ ਜਰਨੈਲ ਸਿੰਘ ਜੀ ਨੇ ਔਰ ਅੱਜ ਦੇ ਮੁਖੀ ਸਰਦਾਰ ਹਰਨਾਮ ਸਿੰਘ ਜੀ ਹਨ, ਉਹਨਾਂ ਦੇ ਨਾਲ ਮੇਰਾ ਇੱਕ ਭਰਾਵਾਂ ਵਕਨ ਸੰਬੰਧ ਹੈ। ਉਸੇ ਢੰਗ ਨਾਲ ਮੇਰੀਆਂ ਨਿਹੰਗ ਸੰਪਰਦਾਵਾਂ ਨੇ ਜੀ, ਜਿਸ ਤਰ੍ਹਾਂ ਬਾਬਾ ਬਿਧੀ ਚੰਦ ਹੈਗੇ ਆ, ਬਾਬਾ ਬੁੱਢਾ ਦਲ ਹੈਗੇ ਆ, ਇਸ ਦਾ ਤਰਨਾ ਦਲ ਹੈਗਾ। ਇਹ ਸਾਰੀਆਂ ਸੰਪਰਦਾਵਾਂ ਤੋਂ ਇਲਾਵਾ ਫਿਰ ਸੇਵਾ ਪੰਥੀਆਂ ਦੇ ਵਿੱਚ ਬਾਬਾ ਭਾਈ ਕਨਈਆ ਜੀ ਦੀ ਸੇਵਾ ਪੰਥੀ ਸੰਪਰਦਾ ਹੈ ਜੀ, ਉਹਨਾਂ ਦੇ ਬਾਬਾ ਦਿਲਬਾਗ ਸਿੰਘ, ਉਹਨਾਂ ਨਾਲ ਮੇਰਾ ਬਹੁਤ ਪਿਆਰ ਹੈ। ਇਹਨਾਂ ਸਾਰੀਆਂ ਸੰਪਰਦਾਵਾਂ ਤੋਂ ਇਲਾਵਾ ਮੈਂ ਆਪ ਜੀ ਨੂੰ ਦੱਸ ਦਿੰਦਾ ਵਾਂ, ਜਿਨ੍ਹਾਂ ਵਿੱਚ ਹਾਲਾਂਕਿ ਉਹ ਸਾਡੇ ਸਿੱਖ ਕੌਮ ਦਾ ਅੰਗ ਹਨ, ਲੇਕਿਨ ਉਹਨਾਂ ਵੀ ਥੋੜੀਆਂ ਹਲੇ ਜਿਹੜੀਆਂ ਨੇ ਅੱਜ ਵੀ ਜਿਹੜੀਆਂ ਨੇ ਉਹ ਕਮੀਆਂ ਨੇ। ਅਗਰ ਉਹ ਪੂਰੀਆਂ ਹੋ ਜਾਣ ਤਾਂ ਉਹ ਬੜੀ ਵੱਡੀ ਗੱਲ ਹੈ। ਉਹ ਸੰਪਰਦਾਵਾਂ ਹਾਂਜੀ ਨਾਮਧਾਰੀ ਤੇ ਨਿਰਮਲੇ, ਮੇਰਾ ਉਹਨਾਂ ਦੇ ਨਾਲ ਵੀ ਬੜਾ ਗੂੜਾ ਸੰਬੰਧ ਹੈ। ਇਸ ਤੋਂ ਇਲਾਵਾ ਜਿਹੜਾ ਮੈਂ ਆਪ ਜੀ ਸੇਵਾ ਪੰਥੀਆਂ ਦੇ ਨਾਲ ਵਿਚਰਦੇ ਹੋਏ ਅਸੀਂ ਸਿੱਖੀ ਪ੍ਰਚਾਰ ਕੀਤਾ ਔਰ ਮੈਂ ਰਾਏਪੁਰ, ਬਰੇਲੀ ਦੇ ਇਲਾਕਿਆਂ ਦੇ ਵਿੱਚ ਜਿਹੜਾ ਇੱਕ ਸਨਾਤਨੀ ਸਿੱਖਾਂ ਨੂੰ ਜਿਹੜਾ ਅਸੀਂ ਤਕਰੀਬਨ 300 ਦੇ ਕਰੀਬ ਜਿਹੜੇ ਪਰਿਵਾਰਾਂ ਨੂੰ ਜੋੜਿਆ ਔਰ ਅੰਮ੍ਰਿਤ ਸੰਚਾਰ ਕੀਤਾ। ਉਹਨਾਂ ਲਈ ਉੱਥੇ ਇੱਕ ਬਹੁਤ ਆਲੀਸ਼ਾਨ ਗੁਰਦੁਆਰਾ ਜਿਹੜਾ ਸਕਾਟਲੈਂਡ ਦੇ ਸਿੱਖਾਂ ਦੇ ਸਹਿਯੋਗ ਦੇ ਨਾਲ ਉੱਥੇ ਬਣਾਇਆ ਗਿਆ ਸੀਗਾ, ਉਹ ਬਣਾਇਆ। ਔਰ ਉਸ ਤੋਂ ਇਲਾਵਾ ਜਿਹੜਾ ਨੀਲਧਾਰੀ ਸੰਪਰਦਾ ਦੇ ਸਤਨਾਮ ਸਿੰਘ ਜੀ ਜਿਹੜੇ ਹੈ ਪਿਪਲੀ ਵਾਲੇ, ਜਿਹੜੇ ਕਿ ਬੈਂਕਾਕ ਦੇ ਬੜਾ ਵੱਡਾ ਉਹਨਾਂ ਦਾ ਸਥਾਨ ਹੈਗਾ, ਉਹਨਾਂ ਨੂੰ ਆਪ ਜੀ ਨੇ ਆਪ ਜੀ ਨੂੰ ਪਤਾ ਹੀ ਹੋਏਗਾ ਕਿ ਪਿਛਲੇ ਕਾਫੀ ਸਮੇਂ ਬਹੁਤ ਵੱਡੀ ਜਿਹੜੀ ਹੈ ਇਹ ਉਪਲਬਧੀ ਸੀ ਸਿੱਖ ਕੌਮ ਦੀ ਜੀ। ਉਹਨਾਂ ਨੇ ਜਿਹੜਾ ਹੈ ਕਿ ਬਾਣੀ ਤੇ ਪੜ੍ਹਦੇ ਸਨ, ਲੇਕਿਨ ਕਿ ਬਾਣੇ ਤੋਂ ਅਧੂਰੇ ਸਨ। ਜੇ ਬਾਣੇ ਦੀ ਗੱਲ ਕਰਾਂ ਤੇ ਮੈਂ ਅੰਮ੍ਰਿਤ ਚੱਕ ਜਿਹੜਾ ਹੈ ਕਿ ਪੰਜਾ ਕਕਾਰਾਂ ਦੇ ਰਹਿਣੀ ਤੋਂ ਥੋੜਾ ਜਿਹਾ ਉਹ ਦੂਰ ਸਨ ਔਰ ਉਹਨਾਂ ਦੇ ਵਿੱਚ ਵਿਚਰਨ ਕਰਕੇ ਉਹਨਾਂ ਨੂੰ ਕਿਤੇ ਨਾ ਇਸ ਗੱਲ ਨੂੰ ਸਮਝਾਉਣ ਕਰਕੇ ਔਰ ਜਿੱਥੇ ਕਿ ਮੈਂ ਦੱਸਣਾ ਵੱਡੇ ਤਖਤਾਂ ਦੇ ਜਥੇਦਾਰਾਂ ਨਾਲ ਵਿੱਚ ਸਹਿਯੋਗ ਸੀਗਾ, ਉੱਥੇ ਮੈਂ ਵੀ ਥੋੜਾ ਜਿਹਾ ਆਪਣੀ ਯੋਗਦਾਨ ਮਾੜਾ ਜਿਹਾ ਤੂਤ ਮਾਤਰ ਪਾਇਆ ਔਰ ਉਹਨਾਂ ਨੇ ਜਿਹੜਾ 500 ਸਵਾ 500 ਪ੍ਰਾਣੀਆਂ ਦੇ ਨਾਲ ਇਕੱਠੇ ਹੋ ਕੇ ਜਿਹੜਾ ਬੈਂਕਾਕ ਦੀ ਧਰਤੀ ਤੇ ਅੰਮ੍ਰਿਤ ਸੰਚਾਰ ਹੋਇਆ ਔਰ ਉਹਨਾਂ ਨੇ ਜਿਹੜਾ ਇਸ ਪੰਥ ਕੌਮ ਦੇ ਵਿੱਚ ਮਦਦ ਕੀਤੀ ਹੈ ਔਰ ਉਹਦੇ ਵਿੱਚ ਵੀ ਮੈਂ ਆਪਣੀ ਗਵਾਹੀ ਭਰੀ ਹੈ ਔਰ ਆਪ ਮੈਂ ਉੱਥੇ ਮੌਜੂਦ ਸੀਗਾ। ਇਹ ਵੀ ਮੈਂ ਆਪਣੇ ਆਪ ਨੂੰ ਇਸ ਬੜੀ ਵੱਡੀ ਜਿਹੜੀ ਕੌਮ ਦੇ ਵਿੱਚ ਜਿਹੜੀ ਕਹਿ ਲਈ ਉਪਲਬਧੀ ਦਾ ਇੱਕ ਅੰਗ ਬਣਿਆ। ਮੈਂ ਆਪਣੇ ਨੂੰ ਬੜਾ ਖੁਸ਼ਕਿਸਮਤ ਸਮਝਦਾ ਹਾਂ। ਉਸੇ ਢੰਗ ਨਾਲ ਮੈਂ ਬੰਦਈ ਸਿੱਖ ਜਿਹੜੇ ਹੈ ਕਿ ਬੰਦਾ ਸਿੰਘ ਬਹਾਦਰ ਤੇ ਜਿਹੜੇ ਅਨਿਆਈ ਨੂੰ ਆਪਣੇ ਆਪ ਨੂੰ ਬੰਦਈ ਸਿੱਖ ਕਹਿੰਦੇ ਨੇ, ਉਹਨਾਂ ਵਿੱਚ ਮੈਂ ਵਿਚਰਦਾ ਹਾਂ। ਉਹਨਾਂ ਦੇ ਜਿਹੜੇ ਅੱਜ ਦੇ ਵੰਸ਼ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਪੀੜ੍ਹੀ ਚੱਲ ਰਹੀ ਹੈ, ਜਤਿੰਦਰ ਦੀ ਮੈਂ ਕੋਸ਼ਿਸ਼ ਜਿਹੜੀ ਹੈ ਕਰ ਰਿਹਾ ਵਾਂ ਔਰ ਬੰਦਈ ਸਿੱਖ ਔਰ ਤੱਤ ਖਾਲਸਾ ਜਿਹੜੀਆਂ ਹਲੇ ਕਈ ਗੱਲਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕੌਮ ਦੇ ਵਿੱਚ ਜਿਨ੍ਹਾਂ ਨੂੰ ਮੈਂ ਸਮਝਦਾ ਅੱਗੇ ਚੱਲ ਕੇ ਕੰਮ ਕਰਨਾ ਔਰ ਮੇਲ ਮਿਲਾਣਾ ਔਰ ਕੌਮ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਜਾਣ ਦੇ ਕੰਮ ਕਰਨੇ ਨੇ। ਉਸੇ ਢੰਗ ਨਾਲ ਸੇਵਾ ਕਈ ਕਾਰ ਸੇਵਾ ਦੇ ਮਹਾਂਪੁਰਖ ਨੇ, ਜਿਸ ਤਰ੍ਹਾਂ ਕਿ ਕਸ਼ਮੀਰ ਸਿੰਘ ਭੂਰੀ ਵਾਲੇ ਹੈਗੇ ਨੇ, ਬਾਬਾ ਹਰਬੰਸ ਸਿੰਘ ਹੋਰਾਂ ਨਾਲ, ਦਿੱਲੀ ਵਾਲਿਆਂ ਨਾਲ ਮੇਰਾ ਬੜਾ ਪਿਆਰ ਰਿਹਾ ਔਰ ਇਸੇ ਢੰਗ ਨਾਲ ਇਸਰਾਨਾ ਸਾਹਿਬ ਜਿਹੜਾ ਕਿ ਸਿੱਖ ਪੰਥ ਕੌਮ ਦੀ ਸੇਵਾ ਕਰਦੇ ਨੇ, ਬਾਬਾ ਰਜਿੰਦਰ ਸਿੰਘ ਹੋਰੀ ਇਸਰਾਨਾ ਪਾਣੀਪਤ ਦੇ ਵਿੱਚ ਹੈਗੇ, ਉਹਨਾਂ ਨਾਲ ਮੇਰਾ ਬਹੁਤ ਪਿਆਰ ਹੈ। ਫਿਰ ਨਾਨਕ ਸਰੀਏ ਨੇ, ਬਾਬਾ ਜੋਗਾ ਸਿੰਘ ਨੇ, ਬਾਬਾ
ਰਾਮ ਸਿੰਘ ਸਿੰਘੜਾ ਸਾਹਿਬ ਵੱਲ ਹੈਗੇ ਨੇ, ਇਧਰੋਂ ਸੰਤ ਸੁਜਾਨ ਸਿੰਘ ਹੋਰਾਂ ਦਾ ਪਰਿਵਾਰ ਹੈ ਜਿਹੜਾ ਨਾਨਕਸਰੀ, ਉਹਨਾਂ ਦੇ ਵਿੱਚ ਸੰਤ ਗੁਰਮੁਖ ਸਿੰਘ ਹੋਏ ਨੇ, ਉਹਨੇ ਚੜ੍ਹਾਈ ਕੀਤੀ। ਉਹਨਾਂ ਨਾਲ ਮੇਰਾ ਬਹੁਤ ਨਜ਼ਦੀਕੀ ਔਰ ਮੇਰਾ ਬਹੁਤ ਪਿਆਰ ਔਰ ਕਈ ਗੱਲਾਂ ਜਿਹੜੀਆਂ ਨੇ ਅਸੀਂ ਇੱਕ ਦੂਜੇ ਨਾਲ ਸਾਂਝ ਕਰਕੇ ਕਰਦੇ ਰਹੇ ਹਾਂ। ਇਸ ਤਰੀਕੇ ਨਾਲ ਮੇਰੀਆਂ, ਮੈਂ ਕਿਹਦਾ ਨਾਂ ਲਵਾਂ, ਸ਼ਾਇਦ ਮੈਂ ਹਲੇ ਬਹੁਤ ਕੁਝ ਭੁੱਲ ਰਿਹਾ ਹੋਵਾਂਗਾ ਵੀ ਇੱਕਦਮ ਜਿਹੜਾ ਜ਼ਹਿਨ ਵਿੱਚ ਨਹੀਂ ਆਉਂਦਾ, ਲੇਕਿਨ ਮੈਂ ਦੱਸ ਸਕਦਾ ਕਿ ਵੀ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਜਿਹੜਾ ਮੈਨੂੰ ਇਸ ਉਮਰ ਤੱਕ ਜਿਹੜਾ ਕਿ ਇੰਨੇ ਵੱਡੇ ਪੱਧਰ ਤੇ ਜਿਹੜਾ ਸਿੱਖ ਕੌਮ ਦੇ ਜਿਹੜੇ ਵੱਡੇ ਮਹਾਂਪੁਰਖ ਨੇ, ਉਹਨਾਂ ਦੇ ਦਰਸ਼ਨ ਔਰ ਉਹਨਾਂ ਦਾ ਸਾਥ ਔਰ ਉਹਨਾਂ ਦਾ ਸੰਗ ਔਰ ਉਹਨਾਂ ਨਾਲ ਵਿਚਾਰਾਂ ਔਰ ਉਹਨਾਂ ਕੋਲੋਂ ਕੁਝ ਸਿੱਖਣ ਦਾ ਜਿਹੜਾ ਮੌਕਾ। ਜੀ ਦਰਸ਼ਕੋ, ਜਿੰਨੇ ਅਹਿਮ ਪਹਿਲੂ ਅਸੀਂ ਇਹਨਾਂ ਦੇ ਜੀਵਨ ਦੇ ਛੂਏ ਨੇ, ਉਹਨਾਂ ਤੋਂ ਤਾਂ ਇਹੀ ਜਾਣਕਾਰੀ ਮਿਲਦੀ ਹੈ ਕਿ ਸਿੱਖ ਕੌਮ ਦੇ ਲਈ ਜਾਂ ਸਿੱਖ ਬੱਚਿਆਂ ਦੇ ਲਈ ਇਹਨਾਂ ਨੇ ਕਾਫੀ ਜਿਹੜੇ ਕੰਮ ਨੇ ਉਹ ਬਹੁਤ ਵਧੀਆ ਜਿਹੜੇ ਕਾਰਜ ਨੇ ਉਹ ਨਿਭਾਏ ਨੇ। ਪਰ ਹਲੇ ਬਹੁਤ ਕੁਝ ਜਾਣਨਾ ਸਾਡੇ ਲਈ, ਇਹਨਾਂ ਦੇ ਕੋਲੋਂ ਬਹੁਤ ਕੁਝ ਅਸੀਂ ਜਾਣਨਾ ਚਾਹੁੰਦੇ ਹਾਂ, ਕਿਉਂਕਿ ਕਈ ਕੁਝ ਅਜਿਹੇ ਵੀ ਪਹਿਲੂ ਬਾਕੀ ਨੇ ਜਿਨ੍ਹਾਂ ਦੇ ਬਾਰੇ ਸਿਰਫ ਇਹੀ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਨੇ। ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰੀਏ, ਪਰ ਫਿਰ ਸੋਚਿਆ ਕਿਉਂ ਨਾ ਜਿਹੜਾ ਸਾਧੂ ਸਿੰਘ ਜੀ ਨੂੰ ਖੁਦ ਹੀ ਸਾਹਮਣੇ ਲਿਆਂਦਾ ਜਾਵੇ, ਉਹਨਾਂ ਦੇ ਕੋਲੋਂ ਹੀ ਪੁੱਛੀਏ। ਮੇਰਾ ਜਿਹੜਾ ਅਗਲਾ ਸਵਾਲ ਹੈ ਸ਼ਾਇਦ ਤੁਹਾਨੂੰ ਵੀ ਲੱਗੇਗਾ, ਕਿਉਂਕਿ ਇਹ ਸਿਆਸਤ ਦੇ ਉੱਤੇ ਮੇਰਾ ਸਵਾਲ ਤੁਹਾਡੇ ਨਾਲ ਹੈਗਾ ਭਾਈ ਸਾਹਿਬ ਜੀ। ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅੱਜ ਕੱਲ ਜਦੋਂ ਅਸੀਂ ਦੇਖੀਏ ਤਾਂ ਦੋ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਜ਼ਿਆਦਾ ਐਕਟੀਵੇਟ ਨੇ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸੀ। ਇਹਨਾਂ ਨੂੰ ਜਦੋਂ ਦੋ ਧੜੇ ਇਹ ਬਣ ਚੁੱਕੇ ਨੇ, ਪਰ ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ, ਜਦੋਂ ਅਸੀਂ ਤੁਹਾਡੀ ਪ੍ਰੋਫਾਈਲ ਖੋਲੀ ਸੀ ਉਹਦੇ ਵਿੱਚ ਅਸੀਂ ਦੇਖਿਆ ਕਿ ਤੁਹਾਡੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ, ਅਕਾਲੀ ਦਲ ਦੇ ਵਿੱਚ ਵੀ ਜਿਹੜਾ ਰੋਲ ਕਾਫੀ ਨਿਭਾਇਆ ਗਿਆ, ਤੇ ਉਹ ਕੀ ਰੋਲ ਤੁਹਾਡਾ ਰਿਹਾ ਉੱਥੇ? ਤੁਸੀਂ ਕਿਹੜੇ ਕਾਰਜ ਜਿਹੜੇ ਨੇ ਉਹ ਕੀਤੇ? ਬੇਬੀ ਜੀ, ਜਿੱਥੇ ਮੈਂ ਆਪ ਜੀ ਨੂੰ ਦੱਸਿਆ ਕਿ ਵੀ ਪਰਿਵਾਰ ਦੇ ਜਿਹੜਾ ਗੁਰਤੀ ਮਿਲੀ ਹੈ ਸੇਵਾ ਕਰਨ ਦੀ, ਮੈਂ ਸੇਵਾ ਹੀ ਦੇ ਪਾਸੇ ਹੀ ਹਮੇਸ਼ਾ ਰਿਹਾ ਔਰ ਮਨ ਅੱਜ ਵੀ ਔਰ ਅਗਲੀ ਜਿੰਨੇ ਸਵਾਸ ਬਖਸ਼ੇ ਨੇ ਉਹ ਸੇਵਾ ਵਾਲੇ ਪਾਸੇ ਰੱਖਾਂਗਾ। ਲੇਕਿਨ ਇਸ ਦੇ ਵਿੱਚ ਚਲਦਿਆਂ ਗੱਲ ਤੁਹਾਨੂੰ ਦੱਸਾਂ ਕਿ ਮੈਂ ਆਪ ਜੀ ਨੂੰ ਜ਼ਿਕਰ ਕੀਤਾ ਆਪਣੇ ਵੱਡੇ ਭਾਈ ਸਾਹਿਬ ਵੀਰ ਜੀ ਵਰਿੰਦਰਜੀਤ ਸਿੰਘ ਹੋਰਾਂ ਦਾ, ਬਿੱਟੂ ਭਾਈ ਸਾਹਿਬ ਦਾ। ਮੈਨੂੰ ਉਹਨਾਂ ਦੇ ਨਾਲ ਰਹਿੰਦਿਆਂ ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਸੀ ਵੀ ਸਿੱਖਾਂ ਦੀ ਜਿਹੜੀ ਸਾਡੀ ਮਾਂ ਪਾਰਟੀ ਜਿਹੜੀ ਜਮਾਤ ਹੈ, ਜਿਹੜੀ ਸਿੱਖਾਂ ਦੀ ਹੱਕਾਂ ਦੀ ਲੜਾਈ ਲੜਦੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਜਿਹਦੀ ਸਥਾਪਨਾ ਜਿਹੜੀ 1920 ਦੇ ਵਿੱਚ ਹੋਈ ਔਰ ਜਿਹਦੇ ਮੈਂ ਸਮਝਦਾ ਅੱਜ ਦੇ ਮੌਜੂਦਾ ਪ੍ਰਧਾਨ ਜੋ ਅਸੀਂ ਕਹਿ ਸਕਦੇ ਹਾਂ ਵੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਠੀਕ ਹੈ, ਬਹੁਤ ਹੋਰ ਅਕਾਲੀ ਦਲ ਪਾਰਟੀਆਂ ਬਣੀਆਂ, ਸ਼੍ਰੋਮਣੀ ਅਕਾਲੀ ਦਲ ਹੀ ਬਣੀਆਂ ਔਰ ਮੈਂ ਸਮਝਦਾ ਕਿਧਰੇ ਨਾ ਕਿਧਰੇ ਕੌਮ ਦੇ ਕਈ ਭੁਲੇਖੇ ਵੀ ਪਾਉਂਦੀਆਂ ਨੇ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਇੱਕੋ ਹੀ ਜਮਾਤ ਹੈ ਔਰ ਉਹਦੇ ਵਿੱਚ ਜਿਹੜਾ ਮੇਰੀ ਆਮਦ ਜਿਹੜੀ ਆ 1998 ਵਿੱਚ ਹੁੰਦੀ ਹੈ ਔਰ ਉਹਦੇ ਵਿੱਚ ਮੈਨੂੰ ਸਰਦਾਰ ਅਵਤਾਰ ਸਿੰਘ ਹਿੱਤ ਜੀ ਜਿਹੜੇ ਕਿ ਉਸ ਵੇਲੇ ਦੇ ਮੌਜੂਦਾ ਦਿੱਲੀ ਦੇ ਪ੍ਰਧਾਨ ਹੁੰਦੇ ਹਨ ਔਰ ਅੱਜ ਵੀ ਉਹ ਦਿੱਲੀ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਰਪ੍ਰਸਤ ਹਨ। ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਉਹ ਮੈਨੂੰ ਉਸ ਵੇਲੇ ਜਦੋਂ ਵਰਿੰਦਰਜੀਤ ਸਿੰਘ ਬਿੱਟੂ ਉਹਨਾਂ ਨਾਲ ਮਿਲਾਉਂਦੇ ਨੇ, ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਇੱਕ ਮੀਟਿੰਗ 'ਚ ਜਿਹੜਾ ਉਹ ਮੈਨੂੰ ਪਤਾ ਨਹੀਂ ਕਿ ਮੇਰੇ 'ਚ ਕੀ ਖੂਬੀ ਦੇਖਦੇ ਨੇ ਔਰ ਮੈਨੂੰ 1998 ਵਿੱਚ ਹੀ ਸੈਂਟਰਲ ਦਿੱਲੀ ਦਾ ਯੂਥ ਵਿੰਗ ਦਾ ਪ੍ਰਧਾਨ ਬਣਾਉਂਦੇ ਨੇ। ਮੈਨੂੰ ਜਿਹੜੀ ਸੇਵਾ ਦਿੱਤੀ ਜਾਂਦੀ ਹੈ ਉਹ ਸੈਂਟਰਲ ਦਿੱਲੀ ਯੂਥ ਵਿੰਗ ਦੀ ਪ੍ਰਧਾਨਗੀ ਦਿੱਤੀ ਜਾਂਦੀ ਹੈ ਔਰ ਫਿਰ ਸਮਾਂ ਲੰਥ ਤੇ ਅੱਗੇ ਚੱਲਦਾ, ਸਮਾਂ ਟੱਪਦਾ ਹੈ, ਮੈਂ ਆਪਣੀ ਸੇਵਾ ਨਿਭਾਉਂਦਾ ਰਹਿਣਾ। ਯੂਥ ਦੇ ਵਿੱਚ ਐਗਜ਼ੈਕਟਿਵ ਮੈਂਬਰ ਬਣਦਾ, ਫਿਰ ਆਰਗੇਨਾਈਜ਼ਿੰਗ ਸੈਕਟਰੀ ਬਣਦਾ ਔਰ 2004 ਦੇ ਵਿੱਚ ਪ੍ਰੋਫੈਸਰ ਅਜੈਬ ਸਿੰਘ ਹੋਰਾਂ ਨੂੰ ਜਿਹੜਾ ਹੈ ਜਦੋਂ ਪਾਰਟੀ ਦੇ ਵਿੱਚ ਉਹਨਾਂ ਨੂੰ ਕੋਈ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਤੇ ਉਹ ਮੈਨੂੰ ਬੜੀ ਵੱਡੀ ਇੱਕ ਜ਼ਿੰਮੇਵਾਰੀ ਦਿੰਦੇ ਹਨ। ਮੈਨੂੰ ਇੱਕ ਹੋਰ ਕਮੇਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਉਹਦੇ ਵਿੱਚ ਮੈਨੂੰ ਮੈਂਬਰ ਲੈਂਦੇ ਨੇ ਔਰ ਉਹਨਾਂ ਕੋਲੋਂ ਵੀ ਮੈਂ ਬੜਾ ਕੁਝ ਸਿੱਖਦਾ। ਮੈਨੂੰ ਜਿਸ ਤਰ੍ਹਾਂ ਪਤਾ ਉਹਨਾਂ ਦਾ, ਜਦੋਂ ਉਹਨਾਂ ਬਾਰੇ ਪਤਾ ਲੱਗਦਾ ਕਿ ਉਹ ਵੀ ਬੜੇ ਇੱਕ ਸੀਨੀਅਰ ਪੁਰਾਣੇ ਪਿਛੋਕੜ ਜਿਹੜੇ ਆ ਅਕਾਲੀ ਦਲ ਦੇ ਬੜੇ ਸਿਰ ਕੱਢ ਲੀਡਰ ਰਹੇ ਆ ਔਰ ਉਹਨਾਂ ਨੇ ਬੜੀ ਜਿਹੜੀਆਂ ਘਾਲਣਾ ਕਲੀਆਂ ਨੇ, ਕਈ ਜੇਲਾਂ ਕੱਟੀਆਂ। ਮੈਂ ਬੜਾ ਖੁਸ਼ਕਿਸਮਤ ਸਮਝਦਾ ਉਹਨਾਂ ਦਾ ਵੀ ਸਾਥ ਮੈਨੂੰ ਮਿਲਿਆ ਔਰ ਉਹਦੇ ਬਾਅਦ ਚਲਦੇ ਹੀ ਜਦੋਂ ਸਰਦਾਰ ਮਨਜੀਤ ਸਿੰਘ ਜਿਹੜੇ ਗ੍ਰੇਟਰ ਕੈਲਾਸ਼ ਆ ਉਹਨਾਂ ਨੂੰ ਅਕਾਲੀ ਦਲ ਜਿਹੜਾ ਹੈ ਪ੍ਰਧਾਨਗੀ ਦਿੰਦੇ ਨੇ ਦਿੱਲੀ ਦੀ ਔਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੂੰ ਯੂਥ ਦੀ ਪ੍ਰਧਾਨਗੀ ਦਿੰਦੇ ਨੇ। ਸਰਦਾਰ ਅਵਤਾਰ ਸਿੰਘ ਹਿੱਤ ਹੀ ਹੈਗੇ ਨੇ ਜਿਹੜੇ ਕਿ ਉਸ ਵੇਲੇ ਗੱਲ ਕਰਦੇ ਆ
ਕਿ ਵੀ ਅਸੀਂ ਤਾਂ ਚਾਹੁੰਦੇ ਸੀ ਵੀ ਵੀ ਮੇਰੇ ਲਈ ਉਹ ਗੱਲ ਕਰਦੇ ਆ ਵੀ ਇਹਨੂੰ ਕੋਈ ਵੱਡੀ ਅਹੁਦਾ ਔਰ ਵੱਡੀ ਸੇਵਾ ਦਿੱਤੀ ਜਾਏ। ਲੇਕਿਨ ਹੁਣ ਦੋ ਵੱਡੇ ਅਹੁਦੇ ਤੇ ਜਿਹੜੇ ਹੈ ਕਿ ਸਰਦਾਰ ਮਨਜੀਤ ਸਿੰਘ ਸਿਰਸਾ ਹੋਰਾਂ ਦੇ ਦਿੱਤੇ ਜਾਂਦੇ ਨੇ। ਫਿਰ ਉਹਦੇ ਵਿੱਚ ਕਾਫੀ ਵਿਚਾਰਾਂ ਕਰਨ ਦੇ ਬਾਅਦ ਸਰਦਾਰ ਪ੍ਰੋਫੈਸਰ ਅਜੈਬ ਸਿੰਘ ਹੋਰਾਂ ਦਾ ਔਰ ਮਨਜੀਤ ਸਿੰਘ ਔਰ ਮੈਂ ਸਮਝਦਾ ਅਵਤਾਰ ਸਿੰਘ ਹੋਰਾਂ ਦੀ ਜਿਹੜੀ ਆਪਸੀ ਡਿਸਕਸ਼ਨ ਦੇ ਵਿੱਚ ਇੱਕ ਪਹਿਲੀ ਵਾਰੀ ਇੱਕ ਸੁਝਾਅ ਨਿਕਲ ਕੇ ਆਉਂਦਾ ਹੈ ਕਿ ਕਿਉਂ ਨਾ ਇੱਕ ਜਿਹੜੀ ਹੈ ਇਹਨੂੰ ਸ਼ੌਂਕ ਹੈ ਵੀ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੰਮ ਕਰਨ ਦਾ, ਤੇ ਅਸੀਂ ਜਿਹੜੀ ਹੈ ਇਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਧਰਮ ਪ੍ਰਚਾਰ ਦੀ ਬੋਡੀ ਬਣਾ ਦਿੰਦੇ ਔਰ ਉਹਦਾ ਮੁੱਖ ਸੇਵਾਦਾਰ ਇਹਨੂੰ ਬਣਾਇਆ ਜਾਵੇ ਤਾਂ ਜੋ ਇਹ ਧਰਮ ਦੇ ਖੇਤਰ ਦੇ ਵਿੱਚ ਜਿਹੜਾ ਕੰਮ ਆਪਣਾ ਕਰਦਾ ਰਹੇ ਔਰ ਜਿਹੜਾ ਇਹਨੂੰ ਸ਼ੌਂਕ ਹੈ। ਔਰ ਮੈਂ ਸਮਝਦਾ ਹਾਂ ਕਿ ਇਹ ਪਹਿਲੀ ਵਾਰੀ ਇਤਿਹਾਸ ਵਿੱਚ ਇਸ ਤਰ੍ਹਾਂ ਹੁੰਦਾ ਕਿ ਇੱਕ ਪੋਲੀਟੀਕਲ ਪਾਰਟੀ, ਇੱਕ ਰਿਲੀਜੀਅਸ ਪਾਰਟੀ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਹੈ, ਉਹਦੇ ਵਿੱਚ ਜਿਹੜਾ ਹੈ ਕਿ ਧਰਮ ਪ੍ਰਚਾਰ ਦੀ ਬੋਡੀ ਬਣਦੀ ਹੈ ਔਰ ਉਹਦਾ ਸੇਵਾਦਾਰ ਜਿਹੜਾ ਹੈ ਉਹ ਬਣਾਇਆ ਜਾਂਦਾ। ਤੇ ਉਸੇ ਢੰਗ ਨਾਲ ਮੈਂ ਸਰਦਾਰ ਮਨਜੀਤ ਸਿੰਘ ਦਾ ਸਾਥੀ ਜਿਹੜਾ ਉਹਨਾਂ ਦਾ ਉਸ ਵੇਲੇ ਬਣਦਾ ਵਾ, ਜੋ ਉਹ ਪ੍ਰਧਾਨ ਹੁੰਦੇ ਹਨ ਤੇ ਮੈਂ ਧਰਮ ਪ੍ਰਚਾਰ ਦਾ ਚੇਅਰਮੈਨ ਹੁੰਦਾ। ਤੇ ਮੈਨੂੰ ਪਾਰਟੀ ਜਿਹੜੀ ਹੈ ਸਾਡੇ ਤਿੰਨ ਜਿਹੜੇ ਮੈਂ ਸਮਝਦਾ ਸਰਦਾਰ ਮਨਜੀਤ ਸਿੰਘ ਜੀ ਕੇ ਔਰ ਮੇਰੇ ਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਯੂਥ ਦੀ ਜਿਹੜੀ ਜ਼ਿੰਮੇਵਾਰੀ ਵੱਡੀ ਦਿੱਤੀ ਜਾਂਦੀ ਹੈ। ਔਰ ਜਿਸ ਤਰ੍ਹਾਂ ਵੀ ਹੈ ਮੈਂ ਆਪਣੀ ਜਿਹੜੀ ਸੇਵਾ ਹੈ ਉਹ ਆਪਣੇ ਬਾਖੂਬੀ ਨਿਭਾਉਣਾ ਔਰ ਆਪਣੇ ਤਨ ਮਨ ਤੇ ਇਹਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦਾ। ਲੇਕਿਨ ਸਮਾਂ ਪਾਉਂਦੇ 2012 ਦੇ ਵਿੱਚ ਕੁਝ ਐਸੀਆਂ ਗੱਲਾਂ ਹੋ ਜਾਂਦੀਆਂ ਹਨ ਜਿਸ ਕਰਕੇ ਮੇਰੀ ਨਾਰਾਜ਼ਗੀ ਸਰਦਾਰ ਮਨਜੀਤ ਸਿੰਘ ਜੀ ਕੇ ਤੋਂ ਹੁੰਦੀ ਹੈ ਤੇ ਮੈਂ ਜਿਹੜਾ ਪਾਰਟੀ ਨੂੰ ਜਿਹੜਾ ਤੋੜ ਵਿਛੋੜ ਕਰ ਅਸਤੀਫਾ ਦੇ। ਤੇ ਉਸ ਵੇਲੇ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ, ਮੈਂ ਆਪ ਨੂੰ ਕਿਹਾ ਕਈ ਅਕਾਲੀ ਦਲ ਬਣੇ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਜਿਹੜਾ ਹੈ ਕਿ ਸਰਨਾ ਪਾਰਟੀ ਜਿਹਨੂੰ ਕਹਿੰਦੇ ਨੇ, ਉਹਨੂੰ ਮੈਂ ਜੁਆਇਨ ਕਰ ਜਾਂਦਾ। ਔਰ ਉਹਦੇ ਵਿੱਚ ਵੀ ਉਹ ਜਿਹੜਾ ਆਪਣੀ ਪਾਰਟੀ ਦੇ ਵਿੱਚ ਮੇਰੇ ਖਾਸ ਕਰਕੇ ਮੇਰੇ ਲਈ ਔਰ ਮੈਂ ਸਮਝਦਾ ਮੇਰੇ ਕਾਰਨ ਕਰਕੇ ਉਹ ਆਪਣੀ ਪਾਰਟੀ ਦੇ ਵਿੱਚ ਵੀ ਧਰਮ ਪ੍ਰਚਾਰ ਦੀ ਇੱਕ ਬੋਡੀ ਬਣਾਉਂਦੇ ਨੇ ਜਿਹਦਾ ਕਿ ਮੈਨੂੰ ਮੁੱਖ ਸੇਵਾਦਾਰ ਬਣਾਉਂਦੇ ਨੇ। ਲੇਕਿਨ ਉਹਨਾਂ ਨਾਲ ਵੀ ਕਈ ਗੱਲਾਂ ਮੇਰੇ ਨਾਲ ਸ਼ੁਰੂਆਤੀ ਹੁੰਦੀਆਂ ਜਿਹੜੀਆਂ ਕਿ ਉਹ 2-3 ਮਹੀਨਿਆਂ ਦੇ ਅੰਦਰ ਹੀ ਮੈਂ ਸਮਝਦਾ ਮੇਰੇ ਦਿਲ ਵਿੱਚ ਜਿਹੜਾ ਕਹਿ ਲਈਏ ਕਿ ਮੈਂ ਆਪਣੇ ਮਨ ਦੇ ਵਿੱਚ ਨਹੀਂ ਐਕਸੈਪਟ ਕਰ ਪਾਉਂਦਾ ਔਰ ਮੈਂ ਉਸ ਪਾਰਟੀ ਨੂੰ ਵੀ ਜਿਹੜਾ ਹੈ ਗੁਰੂ ਸਾਹਿਬ ਨੇ ਹੋਰ ਰਜਾ ਮਨਜ਼ੂਰ ਹੁੰਦੀ ਹੈ। ਕੁਦਰਤੀ ਗੱਲ ਹੈ ਕਿ ਉਹਨਾਂ ਦਿਨਾਂ ਵਿੱਚ ਮੈਨੂੰ ਤਖਤ ਪਟਨਾ ਸਾਹਿਬ ਤੋਂ ਬੁਲਾਵਾ ਆ ਜਾਂਦਾ ਇੱਥੋਂ ਦੀ ਸੰਗਤ ਵੱਲੋਂ ਔਰ ਤਖਤ ਪਟਨਾ ਸਾਹਿਬ ਦੀ ਜਿਹੜੀ ਕਮੇਟੀ ਨਵੀਂ ਬਣਦੀ ਹੈ ਉਹਦੇ ਵਿੱਚ ਮੈਨੂੰ ਬੁਲਾ ਲੈਂਦੇ ਨੇ ਤੇ ਮੈਂ ਇੱਥੇ ਆ ਜਾਂਦਾ। ਤੇ ਉਹ ਵੀ ਮੈਂ ਪਾਰਟੀ ਜਿਹੜੀ ਉਸ ਵੇਲੇ ਉੱਥੇ ਉਹਨੂੰ ਵੀ ਅਲਵਿਦਾ ਕਿਹਾ। ਜੀ ਜੀ ਭਾਈ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ, ਉਸ ਤੋਂ ਬਾਅਦ ਤੁਸੀਂ ਕੁਝ ਨਾਰਾਜ਼ਗੀਆਂ ਹੋਈਆਂ, ਉਹ ਹਰ ਪਾਰਟੀ ਦੇ ਵਿੱਚ ਚਲੋ ਹੁੰਦੀਆਂ ਹੀ ਨੇ, ਤੇ ਉਸ ਤੋਂ ਬਾਅਦ ਤੁਸੀਂ ਉਹ ਛੱਡ ਦਿੱਤੀ। ਪਰ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦੀ ਹਾਂ ਕਿ ਅਕਾਲੀ ਦਲ ਤੋਂ ਇਲਾਵਾ ਹੋਰ ਕਿਸੇ ਪਾਰਟੀ ਦੇ ਵਿੱਚ ਜਾਂ ਸੰਸਥਾ ਦੇ ਵਿੱਚ ਤੁਸੀਂ ਸੇਵਾਵਾਂ ਨਿਭਾਈਆਂ, ਜਾਂ ਇਸ ਸਮੇਂ ਜੇ ਕਿਸੇ ਸੰਸਥਾ ਦੇ ਵਿੱਚ ਵੀ ਤੁਸੀਂ ਸੇਵਾ ਨਿਭਾ ਰਹੇ ਹੋ ਜਾਂ ਫਿਰ ਨਹੀਂ? ਹਾਂਜੀ, ਮੈਂ ਇਹ ਜਿਹੜੀ ਮੇਰੀ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਹੈ, ਜਿਵੇਂ ਮੈਂ ਦੱਸਿਆ ਕਿ ਅਸੀਂ ਸਕੂਲ ਕਾਲਜ ਟਾਈਮ ਦੇ ਉੱਤੇ ਹੀ ਇਸ ਪਾਸੇ ਜਿਹੜਾ ਹੈ ਰੁਝਾਨ ਸੀਗਾ। ਤੇ ਮੇਰਾ ਇੱਕ ਦੋਸਤਾਂ ਦਾ ਜਿਹੜਾ ਅਸੀਂ 5-7 ਦੋਸਤ ਜਿਹੜੇ ਸ਼ਾਮ ਨੂੰ ਇਕੱਠੇ ਬਹਿਣਾ ਕੰਮਾਂ ਕਾਰਾਂ ਤੋਂ ਬਾਅਦ ਜਾਂ ਵਿਹਲੇ ਹੋ ਕੇ ਮਿਲਣਾ, ਉਹਦੇ ਵਿੱਚ ਵਿਚਾਰ ਚੱਲਦੀ ਸੀ। ਤੇ ਮੈਂ ਆਪ ਨੂੰ ਦੱਸਣਾ ਚਾਹਾਂਗਾ ਸਭ ਤੋਂ ਪਹਿਲੇ ਸੀ ਸ਼ੁਰੂਆਤ, ਕਿਉਂਕਿ ਸਾਡੇ ਦੋਸਤਾਂ ਵਿੱਚੋਂ ਜਿਹੜੇ ਨੇ ਉਹ ਨੌਨ ਸਿੱਖ ਵੀ ਸਨ ਔਰ 1-2 ਮੁਸਲਮਾਨ ਵੀ ਸਨ। ਤੇ ਬੜਾ ਸੋਚਦੇ ਸੀ ਵੀ ਅਸੀਂ ਕੋਈ ਐਸਾ ਕੰਮ ਕਰੀਏ ਵੀ ਜਿਹਦੇ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਕਰਕੇ ਚੱਲੀਏ, ਸਾਰੇ ਧਰਮਾਂ ਦੀ ਸਾਂਝੀਵਾਲਤਾ ਦੀ ਗੱਲ ਕਰੀਏ। ਤੇ ਉਸੇ ਕੜੀ ਦੇ ਵਿੱਚ ਮੇਰੇ ਦੋਸਤ ਮਿੱਤਰ ਸਰਦਾਰ ਇੰਦਰਪਾਲ ਸਿੰਘ ਹੁੰਦੇ ਨੇ, ਉਹਨਾਂ ਦੀ ਸਲਾਹ ਦੇ ਨਾਲ, ਉਹਨਾਂ ਦੇ ਮਸ਼ਵਰੇ ਦੇ ਨਾਲ ਅਸੀਂ ਇੱਕ ਸੰਸਥਾ ਖੜੀ ਕਰਦੇ ਹਾਂ, ਸੁਸਾਇਟੀ ਬਣਾਉਂਦੇ ਹਾਂ, ਦ ਲਿਬਰਲ ਲੀਗ। ਆਜ਼ਾਦ ਸੰਸਥਾ ਹੈ, ਇਹਦੇ ਵਿੱਚ ਹਰ ਧਰਮ ਦਾ ਵਿਅਕਤੀ ਜਿਹੜਾ ਆ ਸਕਦਾ ਔਰ ਸਾਡੇ ਨਾਲ ਇੱਕ ਕੌਮ ਦੀ, ਦੇਸ਼ ਦੇ ਲਈ ਜਾਂ ਸਮਾਜ ਲਈ ਜਿਹੜੀ ਅਸੀਂ ਸੇਵਾ ਕਰਨਾ ਚਾਹੀਏ ਉਹ ਕਰੀਏ। ਔਰ ਸਰਦਾਰ ਇੰਦਰਪਾਲ ਸਿੰਘ ਹੋਰਾਂ ਨੂੰ ਜਿਹੜਾ ਉਹਦਾ ਪ੍ਰਧਾਨ ਤੇ ਉਹਦਾ ਜਨਰਲ ਸਕੱਤਰ ਜਿਹੜਾ ਉਸ ਵੇਲੇ ਇੱਕ ਸੰਸਥਾ ਦਾ ਮੈਂ ਬਣਦਾ। ਔਰ ਉਸ ਤੋਂ ਬਾਅਦ ਜਾ ਕੇ ਅਸੀਂ ਇੱਕ ਸਮਾਂ ਹੁੰਦਾ ਹੈ ਕਿ ਵੀ ਹੋਰ ਉਸਨੂੰ ਤਬਦੀਲ ਕਰਨ ਵਾਸਤੇ ਵੀ ਸਿੱਖੀ ਖੇਤਰ ਦੇ ਕੰਮ ਕਰਨ ਲਈ ਜਿਹੜਾ ਹੈ ਅਸੀਂ ਇੱਕ ਮਾਤਾ ਸਾਹਿਬ ਕੌਰ ਟਰੱਸਟ ਵੀ ਫਾਰਮ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਿੱਖ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਜਿਨ੍ਹਾਂ ਕਿ ਇੰਨੇ ਪਰਿਵਾਰ ਜਿਹੜੇ ਇੰਨੇ ਸਮਰੱਥ ਨਹੀਂ ਹਨ ਜਿਹੜੇ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇ ਸਕਣ, ਉਹਨਾਂ ਦੀ ਮਦਦ ਕਰਨ ਲਈ, ਜਾਂ ਹੋਰ ਵੀ ਕਈ ਜਿਨ੍ਹਾਂ ਦੇ ਬੀਬੀਆਂ ਬੱਚਿਆਂ ਦੀ ਜਿਨ੍ਹਾਂ ਦੇ ਵਿਆਹ ਜਿਹੜੇ ਹੈ ਸਿੱਖ ਕੁੜੀਆਂ ਦਾ ਵਿਆਹ ਗਰੀਬੀ ਹਾਲਾਤ ਵਿੱਚ ਹਨ ਜਿਹੜੇ ਨਹੀਂ ਕਰ ਸਕਦੇ, ਉਹਨਾਂ ਦੀ ਮਦਦ ਕਰਦੇ ਹਾਂ ਅਸੀਂ ਉਹ ਵਿਆਹ ਕਰਾਉਣ ਲਈ। ਕਾਫੀ ਐਸੇ ਕੰਮ ਨੇ ਜਿਹੜੇ ਅਸੀਂ ਉਸ ਸੰਸਥਾ ਵਿੱਚ ਕੀਤੀਆਂ। ਫਿਰ ਬਾਅਦ ਵਿੱਚ ਚੱਲਦੇ ਹਾਂ, ਅੱਜ ਵੀ ਮੈਂ ਉਸ ਸੰਸਥਾ ਦਾ ਹਿੱਸੇਦਾਰ ਹੈਗਾ ਜੀ। ਅੱਜ ਉਸ ਸੰਸਥਾ ਦੇ ਵਿੱਚ ਮੈਂ ਆਪਣੀ ਸੇਵਾ ਨਿਭਾ ਰਿਹਾ। ਉਹਦੇ ਨਾਲ ਕਰਦੇ ਕਰਦੇ ਫਿਰ ਅਸੀਂ 6 ਬਾਬਾ ਬੁੱਢਾ ਜੀ ਫਾਊਂਡੇਸ਼ਨ ਦਾ ਗਠਨ ਹੁੰਦਾ ਹੈ। ਇਹਦੇ ਵਿੱਚ ਅਸੀਂ ਇੱਕ ਨਵਾਂ ਸਾਡੇ ਸਾਹਮਣੇ ਗੱਲ ਆ ਜਾਂਦੀ ਹੈ ਵੀ ਜਿਸ ਤਰੀਕੇ ਨਾਲ ਸਮਾਜ ਦੇ ਵਿੱਚ ਕਮੇਟੀਆਂ ਜਿਹੜੀਆਂ ਨੇ ਉਹ ਗ੍ਰੰਥੀਆਂ ਦਾ, ਰਾਗੀਆਂ ਦਾ
ਔਰ ਪ੍ਰਚਾਰਕਾਂ ਦਾ ਜਿਹੜਾ ਹੈ ਉਹਨਾਂ ਨੂੰ ਤਨਖਾਹ ਦਿੰਦੀਆਂ ਨੇ। ਤਨਖਾਹ ਦੇ ਨਾਲ ਉਹ ਇਹ ਸਮਝਦੀਆਂ ਨੇ ਕਿ ਇਹ ਸ਼ਾਇਦ ਨੌਕਰ ਨੇ ਔਰ ਉਹਨਾਂ ਨੂੰ ਦੁਤਕਾਰਿਆ ਜਾਂਦਾ ਹੈ, ਜਦਕਿ ਇਹ ਨਹੀਂ ਸਮਝ ਆਉਂਦੀ ਕਿ ਵੀ ਉਹਨਾਂ ਦੀ ਬੜੀ ਵੱਡੀ ਸੇਵਾ ਹੈ। ਉਹ ਬਾਣੀ ਅਗਰ ਸੁਣਾਉਂਦੇ ਨੇ, ਉਹ ਕੌਮ ਨੂੰ ਬਾਣੀ ਨਾਲ ਜੋੜਦੇ ਨੇ, ਉਹ ਲੇਕਿਨ ਉਹਨਾਂ ਦੀ ਜਿਹੜੀ ਮਾਲੀ ਹਾਲਾਤ ਕਹਿ ਲਈਏ ਜਾਂ ਜਿਹੜੀ ਉਹਨਾਂ ਦੇ ਪਰਿਵਾਰਕ ਹਾਲਾਤ ਨੇ, ਉਹ ਕਿਧਰੇ ਨਾ ਕਿਧਰੇ ਜਿਹੜਾ ਹੈ ਉਹ ਐਸੇ ਢਲਾਵੇਂ ਵਾਲੇ ਪਾਸੇ ਜਾਂਦਾ ਹੈ ਕਿ ਵੀ ਉਹਨਾਂ ਦੀ ਜਿਹੜੀ ਔਲਾਦ, ਜਿਹੜੀ ਉਹਨਾਂ ਦੀ ਬੱਚੇ, ਆਉਣ ਵਾਲੀ ਪੀੜ੍ਹੀ ਹੈ, ਉਹ ਇਸ ਪਾਸੇ ਆਉਣ ਤੋਂ ਗੁਰੇਜ਼ ਕਰਦੀ ਹੈ। ਫਿਰ ਇਸ ਵਿਸ਼ੇ ਨੂੰ ਜਿਹੜਾ ਹੈ ਲੈਂਦੇ ਹੋਏ ਕਿ ਵੀ ਇਹ ਇੱਕ ਬੜਾ ਸੈਂਸਿਟਿਵ ਹੈ, ਤੇ ਇੱਕ ਫਾਊਂਡੇਸ਼ਨ ਜਿਹੜੀ ਹੈ ਇਹ ਬਾਬਾ ਬੁੱਢਾ ਜੀ ਦੇ ਨਾਂ ਤੋਂ ਫਾਊਂਡੇਸ਼ਨ ਬਣਾਈ ਜਾਂਦੀ ਹੈ, ਕਿਉਂਕਿ ਬਾਬਾ ਬੁੱਢਾ ਜੀ ਜਿਹੜੇ ਨੇ, ਮੈਂ ਸਮਝਦਾ ਵਾਂ ਇਸ ਸੰਪਰਦਾ ਜਿਹਦੇ ਵਿੱਚ ਗ੍ਰੰਥੀ, ਢਾਡੀ, ਰਾਗੀ, ਕਵੀਸ਼ਰੀ ਸਾਰੇ ਆਉਂਦੇ ਨੇ, ਉਹਦੇ ਮੋਢੀ ਨੇ। ਅਸੀਂ ਉਹਨਾਂ ਦੇ ਨਾਂ ਤੋਂ ਇੱਕ ਫਾਊਂਡੇਸ਼ਨ ਬਣਾਉਂਦੇ ਹਾਂ, ਔਰ ਉਹਦੇ ਇਸ ਫਾਊਂਡੇਸ਼ਨ ਦੇ ਵਿੱਚ ਅਸੀਂ ਸਿਰਫ ਔਰ ਸਿਰਫ ਜਿਹੜਾ ਇਹ ਸਿਰਫ ਇਸ ਦਾ ਜਿਹੜਾ ਪ੍ਰਚਾਰਕ ਸ਼੍ਰੇਣੀ ਹੈ, ਇਹਨਾਂ ਦੇ ਬੈਨੀਫਿਟ ਲਈ ਜਾਂ ਇਹਨਾਂ ਦੇ ਸਮਝ ਲਓ ਜੀਵਨ ਨੂੰ ਉੱਚਾ ਚੁੱਕਣ ਵਾਸਤੇ ਜਾਂ ਇਹਨਾਂ ਦੇ ਹੱਕਾਂ ਦੀ ਸਿਰਫ ਗੱਲ ਕਰਨ ਵਾਸਤੇ ਜਿਹੜੀ ਇਹ ਫਾਊਂਡੇਸ਼ਨ ਬਣਾਈ। ਔਰ ਅੱਜ ਵੀ ਮੈਂ ਇਸ ਫਾਊਂਡੇਸ਼ਨ ਦੇ ਵਿੱਚ ਹੀ ਜਿਹੜਾ ਹੈਗਾ ਮੈਂ ਸੇਵਾ ਨਿਭਾ ਰਿਹਾ ਜੀ। ਭਾਈ ਸਾਹਿਬ, ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਵੀ ਜਾਣਕਾਰੀ ਦਿਓ ਕਿ ਤੁਸੀਂ ਕਿਹੜੀਆਂ ਕਮੇਟੀਆਂ ਦੇ ਵਿੱਚ ਕਾਰਜ ਕੀਤਾ, ਜਾਂ ਕਿਹੜੇ ਤਖਤ ਸਾਹਿਬਾਨਾਂ ਤੇ ਤੁਹਾਡੇ ਵੱਲੋਂ ਜਿਹੜੀ ਸੇਵਾ ਹੈ ਉਹ ਨਿਭਾਈ ਗਈ ਆ, ਜਾਂ ਇਸ ਸਮੇਂ ਵੀ ਤੁਸੀਂ ਕਿਸ ਤਖਤ ਤੇ ਜਿਹੜੀ ਆ ਉਹ ਸੇਵਾ ਨਿਭਾ ਰਹੇ ਹੋ। ਆਪਣੇ ਮੁਖਾਰਬਿੰਦ ਤੋਂ ਹੀ ਸਾਡੇ ਦਰਸ਼ਕਾਂ ਨੂੰ ਦੱਸੋ, ਤਾਂ ਕਿ ਕਿਸੇ ਦੇ ਮਨ ਦੇ ਵਿੱਚ ਕੋਈ ਵੀ ਜਿਹੜੀ ਵਿਚਾਰ ਆ ਉਹ ਨਾ ਰਹੇ ਜੀ। ਬੀਬੀ ਜੀ, ਮੈਂ ਜਿਸ ਤਰ੍ਹਾਂ ਤੁਸੀਂ ਅੱਗੇ ਜ਼ਿਕਰ ਕੀਤਾ ਅਕਾਲੀ ਦਲ ਦੇ ਵਿੱਚ ਮੈਂ ਆਇਆ। ਅਕਾਲੀ ਦਲ ਤੋਂ ਬਾਅਦ ਜਿਹੜਾ ਇਹ ਮੈਨੂੰ ਮਾਣ ਮਿਲਦਾ, ਔਰ ਸਰਦਾਰ ਅਵਤਾਰ ਸਿੰਘ ਮੱਕੜ ਜਿਹੜੇ ਕਿ ਸਾਬਕਾ SGPC ਦੇ ਪ੍ਰਧਾਨ ਹਨ, ਔਰ SGPC ਦੇ ਵਿੱਚ ਇੱਕ ਅਦਾਰਾ ਹੈਗਾ ਜੀ ਸਿੱਖ ਮਿਸ਼ਨ ਦਾ, ਜਿਹੜਾ ਕਿ ਉਹਨਾਂ ਸਟੇਟਾਂ 'ਚ ਕੰਮ ਕਰਦਾ ਜਿਨ੍ਹਾਂ ਸਟੇਟਾਂ ਦੇ ਵਿੱਚ SGPC ਸਿੱਧੇ ਤੌਰ ਤੇ ਕੰਮ ਨਹੀਂ ਕਰ ਸਕਦੀ, ਕਿਉਂਕਿ ਹਰ ਕਮੇਟੀਆਂ ਜਿਹੜੀਆਂ ਕਿਸੇ ਨਾ ਕਿਸੇ ਕਨਸਟੀਟਿਊਸ਼ਨ ਦੇ ਨਾਲ, ਕਿਸੇ ਨਾ ਕਿਸੇ ਜਿਹੜਾ ਕਾਨੂੰਨ ਹੈ ਜਿਹੜਾ ਉਹਨਾਂ ਤੇ ਹੈਗਾ, ਜਿਹੜਾ ਪਾਸ ਕੀਤਾ ਹੋਇਆ ਸਾਡੀ ਸਰਕਾਰਾਂ ਵੱਲੋਂ, ਔਰ ਕਈ ਚੀਜ਼ਾਂ ਦੇ ਪਾਬੰਦੀ ਹੈ। ਔਰ ਜਿਹੜਾ ਸਿੱਖ ਮਿਸ਼ਨ ਜਿਹੜਾ ਕਿ ਇੱਕ SGPC ਦਾ ਹਿੱਸਾ ਹੈ, ਉਹ ਮੈਨੂੰ ਉਹਨਾਂ ਦਿਨਾਂ ਵਿੱਚ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਦਿੱਲੀ ਦੇ ਵਿੱਚ ਸਰਦਾਰ ਪ੍ਰੋਫੈਸਰ ਅਜੈਬ ਸਿੰਘ ਉਹਨਾਂ ਦੇ ਨਾਲ ਵਿਚਰਦਾ, ਤੇ ਮੈਨੂੰ ਮਿਲਦੇ ਆ ਤੇ ਮੈਨੂੰ ਕਹਿੰਦੇ ਨੇ ਵੀ ਦਿੱਲੀ ਦੀ ਜਿਹੜੀ ਸਿੱਖ ਮਿਸ਼ਨ ਹੈ ਉਹਦੇ ਨਾਲ ਵੀ ਜਿਹੜਾ ਤੂੰ ਸੇਵਾ ਦੇਖਿਆ ਕਰ, ਦੇਣਾ ਸ਼ੌਕ ਹੈ, ਤੇ ਇਹਦੇ ਵਿੱਚ ਵੀ ਸਾਡਾ ਸਾਥ ਦੇ। ਤੇ ਮੈਂ ਉਹਨਾਂ ਦੇ ਉਸ ਵੇਲੇ ਜਿਹੜਾ ਹੈ ਸਿੱਖ ਮਿਸ਼ਨ ਦੀ ਤੋਂ SGPC ਦੇ ਜਿਹੜਾ ਸਿੱਖ ਮਿਸ਼ਨ ਹੈ ਉੱਥੋਂ ਸ਼ੁਰੂਆਤ ਹੁੰਦੀ ਹੈ। ਉਸ ਤੋਂ ਮੁੜ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਜੁਆਇਨ ਸਰਨਾ ਪਾਰਟੀ ਨੂੰ ਕਰਦਾ, ਤੇ ਉਹਨਾਂ ਦੇ ਨਾਂ ਹੁੰਦਿਆਂ ਉਸ ਵੇਲੇ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਵਿੱਚ, ਜਿੱਥੇ ਕਿ ਸਰਦਾਰ ਤਰਸੇਮ ਸਿੰਘ ਹੋਰੀ ਚੇਅਰਮੈਨ ਹੁੰਦੇ ਹਨ, ਉਹਨਾਂ ਦਾ ਜਿਹੜਾ ਮੈਨੂੰ ਨਾਲ ਸਾਥ ਔਰ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ। ਔਰ ਉਸ ਤੋਂ ਅੱਗੇ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਸਾਡੀਆਂ ਸਿੱਖਾਂ ਦੀਆਂ 5 ਤਖਤ ਨੇ ਤੇ 4 ਵੱਡੀਆਂ ਕਮੇਟੀਆਂ ਨੇ। ਜਿਸ ਤਰ੍ਹਾਂ ਕਿ ਇੱਕ ਸ਼੍ਰੋਮਣੀ ਕਮੇਟੀ ਹੈ ਜਿਹੜੀ ਕਿ 3 ਤਖਤਾਂ ਨੂੰ ਵੇਖਦੀ ਹੈ, ਉਹਦੇ ਬਾਰੇ ਮੈਂ ਆਪ ਜੀ ਨੂੰ ਦੱਸ ਦਿੱਤਾ ਕਿ ਸਿੱਖ ਮਿਸ਼ਨ ਦੇ ਵਿੱਚ ਕੰਮ ਕਰਦਾ ਰਿਹਾ। ਇਸੇ ਢੰਗ ਨਾਲ ਮੈਂ ਦਿੱਲੀ ਦੇ ਵਿੱਚ ਸਿੱਖਾਂ ਦੀ ਕਮੇਟੀ ਹੈ, ਮੈਂ ਦਿੱਲੀ ਦੀ ਧਰਮ ਪ੍ਰਚਾਰ ਦੇ ਵਿੱਚ ਕੰਮ ਕੀਤਾ। ਉਸ ਤੋਂ ਬਾਅਦ ਇੱਕ ਵੱਡੀ ਕਮੇਟੀ ਸਾਡੀ ਤਖਤ ਹਜ਼ੂਰ ਸਾਹਿਬ ਦੀ ਹੈ, ਨਾਂਦੇੜ ਸਾਹਿਬ ਦੀ ਹੈ, ਉਹਦੇ ਵਿੱਚ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਸਾਡੇ ਪਰਿਵਾਰ ਦਾ ਤਕਰੀਬਨ ਅੱਜ ਮੈਂ 5 ਤੇ ਮੈਂ ਪੁੱਛਦਾ ਮੈਨੂੰ ਹੋ ਗਿਆ, ਔਰ ਮੈਨੂੰ ਇਹ ਦੇਖਦੇ ਹਾਂ ਕਿ ਵੀ ਮੇਰੇ ਪੜਦਾਦਾ ਦਾਦਾ ਤੋਂ ਜਿਹੜੀਆਂ ਉਹਨਾਂ ਦੇ ਨਾਲ ਇੱਕ ਸਾਂਝ ਜਿਹੜੀ ਸੇਵਾ ਹੈ, ਭਾਵੇਂ ਉਹਦੇ ਤੇ ਹੋਈ ਹੈ ਨਾ ਹੋਈਏ, ਤਖਤ ਹਜ਼ੂਰ ਸਾਹਿਬ ਤੇ ਜੋ ਸੇਵਾ ਸਾਨੂੰ ਉੱਥੋਂ ਦੀ ਲਾਈ ਗਈ ਅਸੀਂ ਤਨ ਮਨ ਤੇ ਇਹਦੇ ਨਾਲ ਨਿਭਾਈਆਂ। ਉਸੇ ਕੜੀ ਦੇ ਵਿੱਚ ਜਿਹੜੀਆਂ ਮੈਂ ਸੇਵਾਵਾਂ ਕਰਦੇ ਗੁਰੂ ਸਾਹਿਬ ਮੇਰੇ ਤੋਂ ਜੋ ਸੇਵਾ ਲੈਂਦੇ ਨੇ, ਗੁਰੂ ਸਾਹਿਬ ਮੈਨੂੰ ਬਲ ਬਖਸ਼ਦੇ ਨੇ, ਮੈਂ ਉੱਥੇ ਸੇਵਾ ਨਿਭਾਈਆਂ, ਜਿਸ ਦੇ ਸਦਕਿਆਂ ਮੈਨੂੰ ਤਖਤ ਸਾਹਿਬ ਵੱਲੋਂ 2003 ਦੇ ਵਿੱਚ ਸਰੂਪਾਂ ਦੀ ਛਪਾਈ ਦੀ ਜਿਹੜੀ ਸੇਵਾ ਲਾਈ ਜਾਂਦੀ ਹੈ, ਉਹਨਾਂ ਵਿੱਚ ਇੱਕ ਮੈਨੂੰ ਵੀ ਇੱਕ ਮਾੜੇ ਜਿਹੇ ਸਿੱਖ ਨੂੰ ਇੱਕ ਹਿੱਸਾ ਮਿਲਦਾ ਹੈ, ਵੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ, ਮੈਂ ਨਿਭਾਉਣਾ। ਔਰ 2003 ਦੇ ਵਿੱਚ ਉਹ ਮੈਨੂੰ ਤਖਤ ਸਾਹਿਬ ਤੇ ਸਨਮਾਨ ਕੀਤਾ ਜਾਂਦਾ। ਫਿਰ 2005 ਦੇ ਵਿੱਚ ਜਿਹੜਾ ਕਿ ਅਸੀਂ 300 ਸਾਲਾ ਸ਼ਤਾਬਦੀ 2008 ਨੂੰ ਲੈ ਕੇ ਤਿਆਰੀਆਂ ਮੁਕੰਮਲ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ, ਉਹਦੇ ਵਿੱਚ ਇੱਕ ਬੜਾ ਵੱਡਾ ਸਮਾਗਮ ਕੀਤਾ ਜਾਂਦਾ, ਉਹਦੇ ਵਿੱਚ ਵੀ ਮੈਨੂੰ ਸਨਮਾਨ ਕੀਤਾ ਜਾਂਦਾ। ਔਰ ਮੈਨੂੰ ਜਿਹੜੀਆਂ ਉੱਥੋਂ ਦੀ ਯਾਤਰਾ ਚੱਲਦੀ ਹੈ ਤੇ ਕਈ ਜਿਹੜੇ ਸ਼ਹਿਰਾਂ ਵਿੱਚੋਂ ਹੁੰਦੀ ਲੰਘਦੀ, ਇਹ ਜਿਹੜੀ ਮੁੜ ਵਾਪਸ ਜਿਹੜੀ ਤਖਤ ਹਜ਼ੂਰ ਸਾਹਿਬ ਪਹੁੰਚਦੀ ਹੈ, ਜਿਹਨੂੰ ਅਸੀਂ ਜਾਗਰਤੀ ਯਾਤਰਾ ਦੇ ਨਾਂ ਤੋਂ ਕਰਦੇ ਹਾਂ, ਉਹਦੇ ਵਿੱਚ ਕਈ ਸਟੇਟਾਂ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਜਾਂਦੀ ਹੈ, ਔਰ ਮੈਂ ਉਹਨੂੰ ਨਿਭਾਉਣਾ। ਔਰ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਮੈਨੂੰ ਬਹੁਤ ਮਾਣ, ਮੈਂ ਸ਼ਾਇਦ ਪਤਾ ਨਹੀਂ ਕਿੰਨਾ ਭਾਗਾਂ ਵਾਲਾ ਵਾਂ, ਮੈਨੂੰ ਆਪ ਨਹੀਂ ਸਮਝ ਆ ਰਹੀ ਕਿ ਵੀ ਮੇਰੇ ਕਰਮ ਹੁੰਦੇ ਆ ਪਿਛਲੇ ਆ, ਜਾਂ ਮੇਰੇ ਮਾਪਿਓ ਦੇ ਕਰਮ ਨੇ, ਮੇਰੇ ਬਜ਼ੁਰਗਾਂ ਦੇ ਕਰਮ, ਉਹਨਾਂ ਦੀਆਂ ਸੇਵਾਵਾਂ ਦਾ ਫਲ ਮੈਨੂੰ ਮਿਲ ਰਿਹਾ ਹੈ। ਜਾਂ 2016 ਦੇ ਵਿੱਚ
ਤਖਤ ਹਜ਼ੂਰ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਤਖਤ ਸਾਹਿਬ ਦੇ ਅੰਦਰ ਮੈਨੂੰ ਦਸਤਾਰ ਸਜਾ ਚੋਲਾ ਪਾ ਐਡਾ ਵੱਡਾ ਮਾਨ ਸਤਿਕਾਰ ਮਿਲਿਆ ਕਿ ਸ਼ਾਇਦ ਮੈਨੂੰ ਤਾਂ ਲੱਗਦਾ ਹੈ ਕਿ ਵੀ ਸਾਰਾ ਪਰਿਵਾਰ, ਮੇਰੀ ਆਉਣ ਵਾਲੀਆਂ ਅੱਗੇ ਤੱਕ ਦੀਆਂ ਪੀੜ੍ਹੀਆਂ ਸਾਰੀਆਂ ਜਿਹੜੀਆਂ ਨੇ, ਇਹ ਜਿਹੜੇ ਜਨਮ ਨੇ, ਪਤਾ ਨਹੀਂ, ਮੈਂ ਤਾਂ ਹੁਣ ਚਾਹਾਂਗਾ ਗੁਰੂ ਸਾਹਿਬ ਮੈਨੂੰ ਹੁਣ ਆਪਣੇ ਕੋਲ ਹੀ ਰੱਖਣ। ਮੈਨੂੰ ਜਿਹੜਾ ਉੱਥੇ ਜਿਹੜਾ ਵੇਸ਼ ਸਨਮਾਨ ਮਿਲਿਆ ਰੋਗ ਗਵਾਇਓ ਫਿਰ ਕਿੰਚਤ ਕਿਰਪਾ ਕਰੀ ਜਗਦੀਸ਼ਰ ਪ੍ਰਭ ਹਰ 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 ਜਸ ਧਿਆਇਓ ਜਨ ਨਾਨਕ ਕਾ ਹਰ ਭੇਟੇ ਸੁਆਮੀ ਦੁਖ ਹਉ ਮੈਂ ਰੋਗ ਗਵਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਦੇ ਜਗਾਰੇ ਜਾਵੇ ਸੋਨੇਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਗੁਰਮਤਿ ਅਕਾਲ। ਦੇਗ ਦੇਗ ਫਤਿਹ। ਗੁਰੂ ਪੰਥ ਖਾਲਸੇ ਜੀ ਦੀ ਨਾਮ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ। ਗੁਰੂ ਪਿਆਰੇ ਸਾਧ ਸੰਗਤ ਜੀ ਸਾਰੇ ਜਾਓ ਦੇਵ ਨਾਲ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰੋ ਜੀ। ਔਰ ਉਸ ਤੋਂ ਬਾਅਦ ਇਹ ਵੀ ਦੱਸਾਂ ਕਿ ਮੈਂ ਤਖਤ ਪਟਨਾ ਸਾਹਿਬ ਤੇ ਵੀ ਸੇਵਾ ਨਿਭਾਈ ਜੀ। 2012 ਦੇ ਵਿੱਚ ਮੈਨੂੰ ਤਖਤ ਪਟਨਾ ਸਾਹਿਬ ਦੀ ਕਮੇਟੀ ਨਵੀਂ ਚੁਣੀ ਜਾਂਦੀ ਹੈ। ਰਣਜੀਤ ਸਿੰਘ ਗਾਂਧੀ ਔਰ ਚਰਨਜੀਤ ਸਿੰਘ ਹੋਰਾਂ ਦੀ ਜਨਰਲ ਸਕੱਤਰੀ ਦੇ ਵਿੱਚ, ਔਰ ਸਰਦਾਰ ਚਰਨਜੀਤ ਸਿੰਘ ਹੋਰੀ ਮੈਨੂੰ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਉਹਨਾਂ ਦੀ ਰਿਹਾਇਸ਼ ਹੈ, ਉਹਨਾਂ ਨੂੰ ਮੇਰੇ ਬਾਰੇ ਪਤਾ ਲੱਗਦਾ, ਮੇਰੇ ਨਾਲ ਗੱਲਬਾਤ ਹੁੰਦੀ ਹੈ, ਮੁਲਾਕਾਤ ਹੁੰਦੀ ਹੈ, ਔਰ ਉਹ ਮੈਨੂੰ ਜਿਹੜਾ ਹੈ ਆਪਣੇ ਤਖਤ ਪਟਨਾ ਸਾਹਿਬ ਤੇ ਸੇਵਾਵਾਂ ਦੇਣ ਲਈ ਗੱਲ ਕਰਦੇ ਨੇ। ਤੇ ਔਰ ਬੜਾ ਹੈਰਾਨ ਹੁੰਦਾ, ਹਾਲਾਂਕਿ ਮੈਂ ਉੱਥੋਂ ਦਾ ਮੈਂਬਰ ਨਹੀਂ ਹੁੰਦਾ, ਲੇਕਿਨ ਫਿਰ ਵੀ ਉਹਨਾਂ ਨਾਲ ਗੱਲਬਾਤ ਕਰਨ ਦੇ ਮੈਨੂੰ। ਔਰ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਰੇ ਤੋਂ ਪਹਿਲਾਂ ਵੀ ਉੱਥੇ ਧਰਮ ਪ੍ਰਚਾਰ ਦੀ ਕੋਈ ਬੋਡੀ ਜਿਹੜੀ ਹੈ ਪੱਕੇ ਤੌਰ ਤੇ ਨਹੀਂ ਸੀਗੀ। ਫਿਰ ਮੇਰੇ ਕਰਕੇ ਉਹ ਇੱਕ ਮਤਾ ਪਾਉਂਦੇ ਨੇ ਔਰ ਧਰਮ ਪ੍ਰਚਾਰ ਕਮੇਟੀ ਦਾ ਗਠਨ ਕਰਦੇ ਨੇ, ਔਰ ਉਹਦੇ ਵਿੱਚ ਮੈਨੂੰ ਜਿਹੜੀ ਉੱਥੇ ਵੀ ਸੇਵਾਵਾਂ ਮੇਰੇ ਕੋਲੋਂ ਲਈਆਂ ਜਾਂਦੀਆਂ ਨੇ। ਇਸ ਕਰਕੇ ਮੈਂ ਇਸ ਢੰਗ ਨਾਲ, ਮਤਲਬ ਮੈਂ ਕਹਿ ਸਕਦਾ ਕਿ ਮੈਂ ਸਿੱਖ ਕੌਮ ਦੀਆਂ ਚਾਰੋਂ ਜਿਹੜੀਆਂ ਸੰਸਥਾਵਾਂ ਨੇ, ਮੈਂ ਉਹਨਾਂ ਵਿੱਚ ਕਿਤੇ ਨਾ ਕਿਤੇ ਆਪਣੀ ਕਿਸੇ ਨਾ ਕਿਸੇ ਢੰਗ ਦੇ ਨਾਲ ਮੈਂ ਕਹਿ ਲਈਏ ਨਿੱਜੀ ਤੌਰ ਤੇ ਮੇਰੇ ਪਰਿਵਾਰ ਵੱਲੋਂ ਸਾਡੀਆਂ ਸੇਵਾਵਾਂ ਜਿਹੜੀਆਂ ਨੇ ਉਹ ਲੱਗਦੀਆਂ ਰਹੀਆਂ ਨੇ ਔਰ ਹੁੰਦੀਆਂ। ਸੋ ਦਰਸ਼ਕੋ, ਜਦੋਂ ਅਸੀਂ ਇਸ ਤਰ੍ਹਾਂ ਦੇ ਮਹਿਮਾਨਾਂ ਦੇ ਨਾਲ ਜਦੋਂ ਗੱਲ ਕਰਦੇ ਹਾਂ ਤਾਂ ਆਪਣੇ ਆਪ ਦੇ ਵਿੱਚ ਹੀ ਮਾਣ ਮਹਿਸੂਸ ਕਰਦੇ ਹਾਂ। ਅਸੀਂ ਜਦੋਂ ਦੇਖਦੇ ਹਾਂ ਕਿ ਸਾਡੇ ਨੌਜਵਾਨ ਵੀਰ ਜਿਹੜੇ ਨੇ ਉਹ ਤਾਂ ਸਿੱਖ ਕੌਮ ਦੇ ਲਈ ਕਾਰਜ ਕਰਨ ਦੇ ਲਈ ਅੱਗੇ ਆਉਂਦੇ ਹੀ ਨੇ, ਪਰ ਕੁਝ ਸਾਡੇ ਇਸ ਤਰ੍ਹਾਂ ਦੇ ਵੀਰ ਵੀ ਬੈਠੇ ਨੇ ਜੋ ਕਿ ਅੱਜ ਵੀ ਸਿੱਖ ਕੌਮ ਦੇ ਲਈ ਕੁਝ ਨਾ ਕੁਝ ਕਰਨ ਦਾ ਜਜ਼ਬਾ ਜਿਹੜਾ ਆਪਣੇ ਦਿਲਾਂ ਦੇ ਵਿੱਚ ਰੱਖਦੇ ਨੇ। ਤੇ ਸਾਧੂ ਭੁਪਿੰਦਰ ਸਿੰਘ ਜੀ ਵੀ ਸਾਡੇ ਉਹਨਾਂ ਵੀਰਾਂ ਦੇ ਵਿੱਚੋਂ ਇੱਕ ਵੀਰ ਨੇ ਜਿਨ੍ਹਾਂ ਨੇ ਅੱਜ ਤੱਕ ਸਿੱਖ ਕੌਮ ਦੇ ਲਈ ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਕੀਤੀਆਂ ਨੇ। ਹਾਲਾਂਕਿ ਹੋਰ ਵੀ ਇਹਨਾਂ ਦੇ ਬਹੁਤ ਸਾਰੇ ਇਹ ਜ਼ਿੰਦਗੀ ਦੇ ਅਹਿਮ ਪਹਿਲੂ ਛੂਣੇ ਬਾਕੀ ਨੇ, ਤੇ ਆਓ ਹੋਰ ਇਹਨਾਂ ਦੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਬੜਾ ਕੁਝ ਇਹਨਾਂ ਨੇ ਲੁਕੋ ਕੇ ਜਿਹੜਾ ਸਾਡੇ ਦਰਸ਼ਕਾਂ ਤੋਂ ਰੱਖਿਆ ਹੋਇਆ ਉਹਨੂੰ ਬਾਹਰ
ਜਿਹੜਾ ਕੱਢਣ ਦੀ ਅਸੀਂ ਕੋਸ਼ਿਸ਼ ਜਿਹੜੀ ਆ ਉਹ ਅੱਜ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਮੈਂ ਅੱਗੇ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦੀ ਹਾਂ, ਤੁਸੀਂ ਵਿਚਾਰਾਂ ਦੇ ਵਿੱਚ ਦੱਸਿਆ ਕਿ ਤੁਸੀਂ ਤਖਤ ਪਟਨਾ ਸਾਹਿਬ ਵਿਖੇ ਵੀ ਜਿਹੜੀ ਸੇਵਾ ਹੈ ਉਹ ਨਿਭਾ ਚੁੱਕੇ ਨੇ, ਤੇ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਉੱਥੇ ਤੁਸੀਂ ਕਿਹੜੀ ਸੇਵਾ ਜਿਹੜੀ ਆ ਉਹ ਨਿਭਾਈ, ਕਿ ਉਹ ਸੇਵਾ ਤੁਸੀਂ ਅੱਜ ਵੀ ਉੱਥੇ ਨਿਭਾ ਰਹੇ ਹੋ? ਹਾਂ ਬੀਬੀ ਜੀ, ਮੈਂ ਆਪਣੇ ਆਪ ਨੂੰ ਬਹੁਤ ਵਡਭਾਗਾ ਸਮਝਦਾ ਹਾਂ ਵੀ ਗੁਰੂ ਸਾਹਿਬ ਦੇ ਦਸਮ ਪਿਤਾ ਦੇ ਜਨਮ ਸਥਾਨ ਦੀ ਮੈਨੂੰ ਜਿਹੜੀ ਸੇਵਾ ਹੈ, ਔਰ ਬੀਇੰਗ ਅ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਮੁੱਖ ਸੇਵਾ ਦਾ ਜਿਹੜੀ ਹੈ 2012 ਤੋਂ 15 ਕਰਨ ਦਾ ਮੌਕਾ ਮਿਲਿਆ। ਔਰ ਮੈਂ ਇਹ ਦੱਸਦਿਆਂ ਥੋੜਾ ਫਖਰ ਮਹਿਸੂਸ ਕਰਦਾ ਹਾਂ। ਮੈਂ ਉੱਥੇ ਰਹਿੰਦਿਆਂ ਜੋ ਮੇਰੇ ਤੋਂ ਗੁਰੂ ਸਾਹਿਬ ਨੇ ਸੇਵਾ ਲਈ ਹੈ, ਉਹ ਸਮਝ ਲਓ ਕਿ ਗੁਰੂ ਸਾਹਿਬ ਨੇ ਮੇਰੇ ਸਿਰ ਤੇ ਜਿਵੇਂ ਗੁਰੂ ਅਰਜਨ ਪਾਤਸ਼ਾਹ ਨੇ ਗੁੰਗੇ ਤੋਂ ਉਹਦੀ ਛੜੀ ਰੱਖ ਉਹਦੇ ਤੋਂ ਜਿਹੜੀ ਸਾਰੀ ਕਥਾ ਕਰਾ ਲਈ ਸੀ, ਤੇ ਮੈਂ ਸਮਝਦਾ ਗੁਰੂ ਸਾਹਿਬ ਨੇ ਆਪਣੇ ਮਿਹਰ ਭਰਿਆ ਜਿਹੜਾ ਹੈ ਆਪਣਾ ਪੈਰ ਹੀ ਮੇਰੇ ਸਿਰ ਤੇ ਰੱਖਿਆ, ਜਿਹੜਾ ਕਿ ਆਪਣੇ ਚਰਨ ਹੀ ਜਿਹੜੇ ਮੇਰੇ ਸਿਰ ਤੇ ਰੱਖੇ, ਜਿਹੜਾ ਮੇਰੇ ਕੋਲੋਂ ਸੇਵਾ ਲੈਂਦੇ ਚਲੇ ਗਏ ਨੇ। ਮੈਂ ਉੱਥੇ ਇਹ ਦੱਸਣਾ ਬੜਾ ਖੁਸ਼ਕਿਸਮਤ ਸਮਝਦਾ ਕਿ ਵੀ ਤਖਤ ਪਟਨਾ ਸਾਹਿਬ ਦੇ ਹੁੰਦਿਆਂ ਹੋਇਆ, ਜਿੱਥੇ ਕਿ ਅਸੀਂ ਕਈ ਛੋਟੇ ਛੋਟੇ ਜਿਹੜੇ ਕਈ ਗੁਰਦੁਆਰੇ ਸਨ, ਉੱਥੇ ਕਈ ਚੀਜ਼ਾਂ ਦੀਆਂ ਜਿਹੜੀਆਂ ਨਿਗਾਰ ਆਇਆ ਹੋਇਆ ਸੀਗਾ, ਉਹਨੂੰ ਉੱਤੇ ਚੁੱਕਣ ਲਈ ਜਿੱਥੇ ਦਾ ਕੰਮ ਕੀਤੇ, ਉੱਥੇ ਤਖਤ ਪਟਨਾ ਸਾਹਿਬ ਦੀ ਜਿਹੜੀ ਹੈ ਜੰਤਰੀ ਜਿਹੜੀ ਹੈ ਕਿ ਕਦੀ ਨਹੀਂ ਸੀਗੀ, ਉਹ ਪਹਿਲੀ ਵਾਰੀ ਜਿਹੜੀ ਉੱਥੋਂ ਦੀ ਜੰਤਰੀ ਵੀ ਬਣਾਈ ਗਈ ਹੈ ਤਖਤ ਪਟਨਾ ਸਾਹਿਬ ਦੀ ਆਪਣੀ। ਔਰ ਮੈਨੂੰ ਮੈਂ ਆਪਣੇ ਹੁੰਦਿਆਂ ਤੇ 2-3 ਵਾਰੀ ਜਿਹੜੀ ਉਸਨੂੰ ਛਾਪੀ ਹੈ, ਔਰ ਉਹਦੇ ਬਾਅਦ ਨਹੀਂ ਪਤਾ ਕਾਫੀ ਲਿਟਰੇਚਰ ਛਾਪਿਆ ਉਹਦੇ ਵਿੱਚ। ਔਰ ਜਿਹੜਾ 350 ਸਾਲਾਂ ਦੀ ਜਿਹੜੀ ਆਪ ਜੀ ਨੇ ਸ਼ਤਾਬਦੀ ਉੱਥੇ ਮਨਾ ਹਟੇ ਹੋ, ਹਾਲਾਂਕਿ ਉਸਨੂੰ ਮਨਾਉਣ ਦਾ ਜਿਹੜਾ ਉਹ ਸਾਰਾ ਸ਼ਰੇਰ ਹੈ ਜਿਹੜਾ ਉਹ ਮੈਂ ਸਮਝਦਾ ਵਾਂ ਬਿਹਾਰ ਦੀ ਸਰਕਾਰ ਔਰ CM ਨਿਤੀਸ਼ ਕੁਮਾਰ ਹੋਰਾਂ ਨੂੰ ਮਿਲਿਆ, ਕਿਉਂਕਿ ਉਹਨਾਂ ਨੇ ਉਸ ਸ਼ਤਾਬਦੀ ਨੂੰ ਆਪਣੇ ਤੌਰ ਤੇ ਜਿਹੜਾ ਬੜਾ ਵੱਡਾ ਕਰਕੇ ਮਨਾਇਆ। ਔਰ ਹਾਲਾਂਕਿ ਚਾਹੀਦਾ ਤੇ ਸੀਗਾ ਕਿ ਸਾਡੇ ਸਿੱਖ ਕੌਮ ਦੀ ਕਮੇਟੀਆਂ ਅੱਗੇ ਹੋ ਕੇ ਵੱਡੀਆਂ ਬਣਾਉਂਦੀਆਂ, ਲੇਕਿਨ ਮੈਂ ਉਹ ਸਾਰੀ ਸ਼ਤਾਬਦੀ ਨੂੰ ਆਪਣੇ ਭਾਰ ਦੇ ਉੱਤੇ ਜਿਹੜਾ ਉਹ CM ਜਿਹੜਾ ਨਿਤੀਸ਼ ਕੁਮਾਰ ਆਪਣੇ ਲੈ ਗਿਆ ਔਰ ਉਹਨੇ ਮਨਾਇਆ, ਔਰ ਬੜੀ ਦੁਨੀਆ ਦੇ ਵਿੱਚ ਜਸ ਹੋਇਆ। ਉਸ ਜਿਹੜੀ ਸ਼ਤਾਬਦੀ ਨੂੰ ਮਨਾਉਣ ਦਾ ਜਿਹੜਾ ਇੱਕ ਆਗਾਜ਼ ਕਹਿ ਲਈਏ ਜਾਂ ਇੱਕ ਸੋਚ ਕਹਿ ਲਈਏ, ਉਹ ਉਸ ਵੇਲੇ ਜਿਹੜਾ ਰੱਖੀ ਗਈ, ਔਰ ਉਹਦੇ ਉੱਤੇ ਇੱਕ ਪ੍ਰੋਜੈਕਟ ਰਿਪੋਰਟ ਜਿਹੜੀ ਮੈਂ ਤਿਆਰ ਕਰਕੇ ਆਪਣੇ ਪ੍ਰਬੰਧਕਾਂ ਨੂੰ ਦਿੱਤੀ ਔਰ ਉਹਨਾਂ ਦੇ ਸਾਹਮਣੇ ਰੱਖੀ, ਔਰ ਉਹ ਬੜੇ ਖੁਸ਼ ਹੋਏ ਔਰ ਉਹਨਾਂ ਨੂੰ ਲੱਗਿਆ ਵੀ ਹਾਂ ਜੀ ਇਹ ਕੰਮ ਹੋ ਸਕਦੇ ਨੇ ਔਰ ਕੰਮ ਕੀਤੇ ਜਾਣੇ ਚਾਹੀਦੇ ਨੇ। ਔਰ ਉਹਦੇ ਨਾਲ ਨਾਲ ਮੈਂ ਉਸ ਤੋਂ ਇਲਾਵਾ ਵੀ ਉਹਦੇ ਨਾਲ ਦੀਆਂ ਕਈ ਜਿਹੜੀਆਂ ਥਾਵਾਂ ਨੇ ਉਹਦੇ ਤੇ ਕੰਮ ਵਿਚਰਦੇ ਕੀਤਾ। ਔਰ ਉਸੇ ਕੜੀ ਦੇ ਵਿੱਚ ਮੈਂ ਉੜੀਸਾ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਰਤੀ ਉਚਾਰੀ ਜਗਨਨਾਥਪੁਰੀ ਜਿਹੜਾ ਹੈ, ਉੱਥੇ ਮੇਰਾ ਜਾਣਾ ਹੁੰਦਾ। ਔਰ ਉੱਥੋਂ ਦੀ ਜਿਹੜਾ ਬੌਲੀ ਮੱਠ ਜਿਹੜਾ ਕਿ ਅੱਜ ਵੀ ਉੱਥੋਂ ਦੀ ਜਿਹੜੀਆਂ ਪਾਂਡਿਆਂ ਕੋਲ ਹੈਗਾ, ਔਰ ਗੁਰੂ ਨਾਨਕ ਸਾਹਿਬ ਦੀ ਚੋਪੜਾ ਧਰਤੀ ਹੈ, ਤੇ ਉਹਦੇ ਇੱਕ ਮਨ ਗਾ ਜਾਂਦਾ ਵੀ ਜਿੱਥੇ ਅਸੀਂ ਰੋਜ਼ ਆਰਤੀ ਪੜ੍ਹਦੇ ਹਾਂ ਤੇ ਉਹ ਥਾਂ ਸਾਡੇ ਸਿੱਖਾਂ ਕੋਲ ਨਹੀਂ ਹੈ ਤੇ ਹੋਣੀ ਚਾਹੀਦੀ ਹੈ, ਤੇ ਉਹਦੇ ਬਾਰੇ ਉਹ ਜਦੋਜਹਿਦ ਸ਼ੁਰੂ ਕਰ ਦਿੱਤੀ ਜਾਂਦੀ ਹੈ, ਗੱਲਬਾਤ ਕੀਤੀ ਜਾਂਦੀ ਹੈ। ਔਰ ਉੜੀਸਾ ਦੀਆਂ 43 ਸਿੰਘ ਸਭਾਵਾਂ ਨੇ ਜਿਨ੍ਹਾਂ ਨੇ ਮਿਲ ਕੇ ਇੱਕ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਬਣਾਇਆ, ਔਰ ਉਹਨਾਂ ਦੇ ਨਾਲ ਮੇਰੀ ਮੀਟਿੰਗ ਇੱਕੋ ਉੜੀਸਾ ਵਿੱਚ ਹੁੰਦੀ ਹੈ। ਔਰ ਉੱਥੇ ਉਹ ਮੈਨੂੰ ਆਪਣਾ ਜਿਹੜਾ ਕਹਿੰਦੇ ਕਿ ਤੁਸੀਂ ਸਾਡੇ ਸਰਪ੍ਰਸਤ ਬਣ ਜਾਓ। ਮੈਂ ਕਿਹਾ ਵੀ ਇੰਨਾ ਸਮਾਂ ਨਹੀਂ, ਲੇਕਿਨ ਮੈਂ ਉਹਨਾਂ ਦਾ ਕੋਆਰਡੀਨੇਟਰ, ਉਹ ਆਪਣੇ ਮੈਨੂੰ ਸਾਰੇ ਸਹਿਮਤੀ ਪੱਤਰ ਜਿਹੜਾ ਇੱਕ ਸਿੰਘ ਸਭਾ ਮੈਨੂੰ ਆਪਣੀ ਦਿੰਦੀ ਹੈ ਵੀ ਅਸੀਂ ਸਾਰੇ ਤੁਹਾਡੇ ਨਾਲ ਹੈਗੇ ਹਾਂ ਵੀ ਇਸ ਬੌਲੀ ਦੀ ਪ੍ਰਾਪਤੀ ਲਈ। ਔਰ ਉਸ ਬੌਲੀ ਦੀ ਪ੍ਰਾਪਤੀ ਦੀ ਜਿਹੜੀ ਜਦੋਜਹਿਦ ਆ ਉਹ ਅੱਜ ਵੀ ਜਿਹੜਾ ਅਸੀਂ ਕਰ ਰਹੇ ਹਾਂ। ਔਰ ਉਸ ਤੋਂ ਇਲਾਵਾ ਇਹ ਵੀ ਬੜਾ ਖੁਸ਼ਕਿਸਮਤ ਆ ਮੈਂ ਆਪਣੇ ਆਪ ਨੂੰ ਦੱਸਣ ਵਿੱਚ ਕਿ ਰਾਜਗੀਰ ਜਿੱਥੇ ਕਿ ਹੁਣੇ ਤੁਸੀਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਸ਼ੀਤਲ ਕੁੰਡ ਨਾਂ ਦਾ ਗੁਰਦੁਆਰਾ ਜਿਹੜਾ ਉੱਥੇ ਸਥਾਪਿਤ ਕੀਤਾ, ਔਰ ਤੁਸੀਂ 550 ਸਾਲਾ ਮਨਾ ਹਟੇ ਹੋ ਗੁਰੂ ਨਾਨਕ ਪਾਤਸ਼ਾਹ ਦਾ, ਇਹ ਵੀ 2012 ਦੇ ਵਿੱਚ ਮੇਰਾ ਉੱਥੇ ਜਾਣਾ ਹੋਇਆ। ਔਰ ਉੱਥੇ ਜਿਹੜੇ ਫੌਜੀ ਸਨ, ਰਿਟਾਇਰਡ ਫੌਜੀ ਸਰਦਾਰ ਅਜਾਇਬ ਸਿੰਘ ਜੀ ਸਨ, ਉਹ ਉੱਥੇ ਇਕੱਲੇ ਆਪ ਹੀ ਸੇਵਾ ਸਾਂਭਦੇ ਸਨ, ਸਾਰਾ ਕੁਝ ਉਹਨਾਂ ਦੇ ਕੋਲ ਸੀ। ਉੱਥੇ ਕੋਈ ਕਮੇਟੀ ਨਹੀਂ ਜਾਂ ਕੋਈ ਮੈਂ ਸਮਝਦਾ ਕਿਸੇ ਦਾ ਕੋਈ ਕੰਟਰੋਲ ਨਹੀਂ ਸੀ, ਉਹ ਇਕੱਲੇ ਵਿਅਕਤੀ ਦਾ ਕੰਟਰੋਲ ਸੀਗਾ। ਲੇਕਿਨ ਉਹ ਬੜੇ ਬਜ਼ੁਰਗ ਸਨ, ਉਹਨਾਂ ਨੇ ਬੜੇ ਸਾਲਾਂ ਤੋਂ ਜਗ੍ਹਾ ਸਾਂਭੀ ਹੋਈ ਸੀ, ਤੇ ਉਹਨਾਂ ਕੋਲ ਮਿਲਣ ਤੇ ਮੈਨੂੰ ਪਤਾ ਲੱਗਦਾ ਵੀ ਉਹਨਾਂ ਨੂੰ ਬੜੀਆਂ ਦਿੱਕਤਾਂ ਨੇ, ਔਰ ਉਹਨਾਂ ਦੀ ਜਿਸ ਢੰਗ ਨਾਲ ਉਹਨਾਂ ਦੀ ਉਮਰ ਵਡੇਰੀ ਹੋ ਰਹੀ ਸੀ, ਤੇ ਉਹਨਾਂ ਕੋਲ ਉਹ ਸੇਵਾ ਚਾਹੁੰਦੇ ਸਨ ਵੀ ਕੋਈ ਲਵੇ। ਤੇ ਉਹ ਮੇਰੇ ਨਾਲ ਗੱਲ ਕਰਦੇ ਨੇ। ਇਸੇ ਕੜੀ ਦੇ ਵਿਸਤਾਰ ਚਰਨਜੀਤ ਸਿੰਘ ਹੋਰਾਂ ਨਾਲ ਦੁਬਾਰਾ ਮੇਰਾ ਉੱਥੇ ਜਾਣਾ ਹੁੰਦਾ ਹੈ।
ਔਰ ਅਸੀਂ ਉਹਨਾਂ ਨਾਲ ਗੱਲਬਾਤ ਜੀ ਕਰਦੇ ਹਾਂ ਵੀ ਇਹ ਗੱਲ ਜਿਹੜੀ ਹੈ ਅਸੀਂ ਤਖਤ ਪਟਨਾ ਸਾਹਿਬ ਦੀ ਕਮੇਟੀ ਦੇ ਨਾਲ ਕੀਤੀ ਜਾਂਦੀ ਹੈ, ਕਿਉਂਕਿ ਮੇਰਾ ਮੰਨਣਾ ਹੈਗਾ ਕਿ ਵੀ ਜੇ ਕਿਸੇ ਇੱਕ ਬੰਦੇ ਨੂੰ ਦੇ ਦਿੱਤੀ ਜਾਵੇ ਤੇ ਉਹ ਸਥਾਨ ਜਿਹੜਾ ਹੈ ਸਿੱਖ ਕੌਮ ਦੇ ਨਾ ਹੋ ਕੇ ਕਈ ਵਾਰੀ ਉਹ ਨਿੱਜੀ ਹੱਥਾਂ ਵਿੱਚ ਚਲਾ ਜਾਂਦਾ, ਨਿੱਜੀ ਸਥਾਨ ਬਣ ਜਾਂਦਾ ਹੈ, ਉਹਨੂੰ ਡੇਰੇ ਦਾ ਰੂਪ ਦੇ ਦਿੱਤਾ ਜਾਂਦਾ ਹੈ, ਉੱਥੇ ਮਾਨ ਮਰਿਆਦਾ ਜਿਹੜੀ ਆਪਣੇ ਢੰਗ ਨਾਲ ਚਲਾਈ ਜਾਂਦੀ ਹੈ, ਨਾਲੇ ਕਈ ਹੋਰ ਤਰ੍ਹਾਂ ਦੀਆਂ ਵੀ ਗਿਰਾਵਟਾਂ ਆ ਜਾਂਦੀਆਂ। ਤੇ ਇਸੇ ਕੜੀ ਇਹ ਮੇਰਾ ਮਨ ਕੀਤਾ ਕਿ ਕੋਈ ਵੀ ਜਿਹੜੀ ਚੀਜ਼ ਹੈ ਜਿਹੜੀ ਵੀ ਪ੍ਰਾਪਤ ਹੁੰਦੀ ਹੈ ਕੌਮ ਦੀ ਜਿਹੜੇ ਗੁਰੂਆਂ ਦੇ ਨਾਂ ਤੇ ਉਹ ਕਮੇਟੀਆਂ ਕੋਲ ਹੋਣੀ ਚਾਹੀਦੀ ਹੈ, ਕਿਉਂਕਿ ਕਮੇਟੀ ਜਿਹੜੀਆਂ ਆਣੀਆਂ ਜਾਣੀਆਂ ਨੇ ਉਹਦੇ 'ਚ ਮੈਂਬਰ ਬਦਲਦੇ ਰਹਿੰਦੇ ਨੇ, ਔਰ ਉਹਦੇ ਵਿੱਚ ਕੋਈ ਗੱਲ ਹੋਵੇ ਤਾਂ ਸੰਗਤ ਜਿਹੜਾ ਆਵਾਜ਼ ਚੁੱਕ ਕੇ ਸਹੀ ਕਰ ਸਕਦੀ ਹੈ। ਤੇ ਮੈਂ ਉਹਨਾਂ ਨੂੰ ਪ੍ਰੇਰਦਾ, ਹਾਲਾਂਕਿ ਉਹ ਦੇਣੋਂ ਮਨਾ ਕਰਦੇ ਆ ਕਿ ਵੀ ਮੈਂ ਕਿਸੇ ਵੀ ਤਖਤ ਸਾਹਿਬ ਦੀ ਕਮੇਟੀ ਨੂੰ ਨਹੀਂ, ਮੈਂ ਕਿਸੇ ਕਮੇਟੀ ਨੂੰ ਨਹੀਂ ਦੇਣਾ ਚਾਹੁੰਦਾ, ਲੇਕਿਨ ਉਹਨਾਂ ਨੂੰ ਮਨਾਇਆ ਜਾਂਦਾ ਔਰ ਇਸ ਗਾੜੀ 'ਚ ਮੰਨ ਜਾਂਦੇ, ਔਰ ਮੈਂ ਬੜਾ ਖੁਸ਼ਕਿਸਮਤ ਸਮਝਦਾ ਉਹ ਮੇਰੀ ਗੱਲ ਮੰਨ ਕੇ ਮੰਨਦੇ ਆ ਤੇ ਔਰ ਉਹ ਤਖਤ ਪਟਨਾ ਸਾਹਿਬ ਨੂੰ ਦੇਣਾ ਮਨਜ਼ੂਰ ਕਰ ਦਿੰਦੇ ਨੇ। ਪਰ ਮੈਂ ਤੁਹਾਨੂੰ ਇਹਦੀ ਬੜੀ ਵੱਡੀ ਗੱਲ ਦੱਸਣਾ ਵਾ, ਮੈਂ ਜਦੋਂ ਉਹਨਾਂ ਨੂੰ ਮਿਲਦਾ ਵਾਂ ਤੇ ਉਹ ਹਮੇਸ਼ਾ ਆਪਣੇ ਕੋਲ ਬੰਦੂਕ ਜਿੱਥੇ ਉੱਤੇ ਰੱਖੀ ਹੁੰਦੀ ਹੈ ਵੀ ਕੋਈ ਅੰਦਰ ਗਲਤ ਅਨਸਰ ਨਾ ਵੱਧੇ, ਤੇ ਉੱਥੋਂ ਹੀ ਰਾਤ ਦੀ ਰਾਖੀ ਕਰਦੇ। ਨਾਲ ਵੱਡੀ ਡਾਂਗਾ ਉਹਨਾਂ ਨੇ ਭਾਰੀ ਰੱਖੀਆਂ ਹੁੰਦੀਆਂ ਨੇ ਆਪਣੇ ਕੋਲ, ਵੀ ਉਹ ਡਾਂਗ ਦੇ ਨਾਲ ਹੀ ਸਾਰਿਆਂ ਨੂੰ ਡਰਾਉਂਦੇ ਭਜਾਉਂਦੇ ਨੇ। ਤੇ ਮੈਨੂੰ ਵੀ ਉੱਥੇ ਕਹਿੰਦੇ ਨੇ ਦੂਜੀ ਮੀਟਿੰਗ ਕਿ ਵੀ ਤੇਰੇ ਲਈ ਦੂਜੀ ਇਹ ਡਾਂਗ ਰੱਖੀ ਹੈ। ਮੈਂ ਚਾਹੁੰਦਾ ਇਹ ਡਾਂਗ ਆਪਣੇ ਕੋਲ ਰੱਖ, ਵੀ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਨ, ਜਿਹੜੇ ਸਿੱਖੀ ਨੂੰ ਢਾਹ ਲਾਉਣ ਦੀ ਗੱਲ ਕਰਨ ਜਾਂ ਗੁਰੂ ਸਾਹਿਬ ਦੇ ਤਿਰਸਕਾਰ ਦੀ ਗੱਲ ਕਰਨ, ਤੇ ਤੂੰ ਇਹ ਡਾਂਗ ਨਾਲ ਉਹਨਾਂ ਨੂੰ ਸੋਧੀ। ਤੇ ਮੈਂ ਬੜਾ ਹੱਸਦਾ ਵਾਂ ਔਰ ਬੜਾ ਪਿਆਰ ਉਹਨਾਂ ਨਾਲ ਮੇਰਾ ਹੁੰਦਾ, ਔਰ ਅੱਜ ਉਹ ਸਥਾਨ ਵੀ ਜਿਹੜਾ ਤਖਤ ਪਟਨਾ ਸਾਹਿਬ ਦੀ ਕਮੇਟੀ ਕੋਲ ਹੈਗਾ। ਔਰ ਅੱਜ ਤੁਸੀਂ ਦੇਖ ਰਹੇ ਹੋ ਤੇ ਬੜਾ ਆਲੀਸ਼ਾਨ ਜਿਹੜਾ ਹੈ ਇੱਕ ਗੁਰਦੁਆਰਾ, ਉਹ ਜਿਹੜਾ ਨਿਸ਼ਕਾਮ ਸੇਵਾ ਕਾਰ ਸੇਵਾ ਵਾਲੇ ਜਿਹੜੇ ਬਾਬਾ ਜੀ ਨੇ, ਔਰ ਉਹਨਾਂ ਦੇ ਵੱਲੋਂ ਉੱਥੇ ਬਣਾਇਆ ਜਾ ਰਿਹਾ ਔਰ ਉਹ ਸੇਵਾ ਕੀਤੀਆਂ ਜਾ ਰਹੀਆਂ ਨੇ। ਵੀ ਮੈਂ ਇਹ ਜਿਹੜੀਆਂ ਸੇਵਾਵਾਂ ਨੇ ਉਸ ਵੇਲੇ ਮਹਾਰਾਜ ਨੇ ਲਈਆਂ, ਔਰ ਅੱਜ ਵੀ ਆਪ ਜੀ ਮੈਂ ਦੱਸਣਾ ਚਾਹਾਂਗਾ ਕਿ ਵੀ ਮੈਂ ਫਿਰ ਅਵਤਾਰ ਸਿੰਘ ਹੋਤਲ ਨੇ ਸਮਾਂ ਦੇਖੋ 98 ਦਾ, ਅੱਜ 2020 ਦਾ 2019 ਦੇ ਵਿੱਚ ਫਿਰ ਉਹਨਾਂ ਨਾਲ ਗੱਲਬਾਤ ਹੁੰਦੀ ਹੈ। ਜੀ ਉਹ ਮੈਨੂੰ ਕਹਿੰਦੇ ਵੀ ਆਪ ਤੂੰ ਉੱਥੇ ਬੈਠਾ ਤੇ ਤੂੰ ਇੰਡੀਆ ਆ ਤੇ ਸੇਵਾ ਕਰ, ਵੀ ਮੈਂ ਤਖਤ ਪਟਨਾ ਸਾਹਿਬ ਤੇ ਜਿਹੜਾ ਮੈਨੂੰ ਸੇਵਾ ਮਿਲੀ ਹੈ ਤੇ ਮੈਂ ਚਾਹੁੰਦਾ ਕਿ ਤੂੰ ਨਾਲ ਆ ਕੇ ਸੇਵਾ ਕਰ। ਔਰ ਉਹ ਮੈਨੂੰ, ਮੈਂ ਜਿਹੜਾ ਤਖਤ ਪਟਨਾ ਸਾਹਿਬ ਤੇ ਜਦੋਂ ਇੰਡੀਆ ਆ ਜਾਂਦਾ ਵਾ, ਔਰ 2019 ਦੇ ਵਿੱਚ ਉਹ ਮੈਨੂੰ ਜਿਹੜਾ ਚੀਫ ਐਡਮਿਨਿਸਟ੍ਰੇਟਰ ਦੀ ਜਿਹੜੀ ਹੈ ਇੱਕ ਪੋਸਟ ਦਿੰਦੇ ਹਨ, ਕਿਉਂਕਿ ਧਰਮ ਪ੍ਰਚਾਰ ਦੀ ਜਿਹੜੀ ਸੇਵਾ ਹੈ, ਮੇਰਾ ਮਨ ਧਰਮ ਪ੍ਰਚਾਰ ਕਰਨ ਦਾ ਹੁੰਦਾ, ਲੇਕਿਨ ਉਹ ਧਰਮ ਪ੍ਰਚਾਰ ਦੀ ਜਿਹੜੀ ਸੇਵਾ ਹੈ ਉਹ ਸਾਡੇ ਸਤਿਕਾਰਯੋਗ ਮੇਰੇ ਵੱਡੇ ਵੀਰ ਸਰਦਾਰ ਲਖਵਿੰਦਰ ਸਿੰਘ ਹੋਰਾਂ ਨੂੰ ਦਿੱਤੀ ਗਈ ਹੁੰਦੀ ਹੈ। ਤੇ ਇਸ ਕਰਕੇ ਮੈਂ ਕਹਿੰਦਾ ਨਹੀਂ ਠੀਕ ਹੈ, ਜੋ ਮੈਨੂੰ ਹੋਰ ਸੇਵਾ ਲਾਓਗੇ, ਤੇ ਉਹ ਕਹਿੰਦੇ ਵੀ ਤੂੰ ਹੋਰ ਵੀ ਐਡਮਿਨਿਸਟ੍ਰੇਸ਼ਨ ਦੇ ਬੜੇ ਕੰਮ ਹੈ, ਤੂੰ ਉਹ ਨਾਲ ਰਲ ਕੇ ਦੇਖ। ਇਸੀ ਕੜੀ ਦੇ ਵਿੱਚ ਜਿਹੜੇ ਹੈ ਕਿ ਮੈਨੂੰ 10 ਮੈਂਬਰ, 14 ਵਿੱਚੋਂ 10 ਮੈਂਬਰਾਂ ਦੀ ਸਹਿਮਤੀ ਹੁੰਦੀ ਹੈ, ਔਰ ਉਹ ਮੈਨੂੰ ਚੀਫ ਐਡਮਿਨਿਸਟ੍ਰੇਟਰ ਦੀ ਸੇਵਾ ਦਿੰਦੇ ਹਨ। ਮੇਰੀ ਇਹ ਸੇਵਾ ਕੋਈ ਤਨਖਾਹ ਵਾਲੀ ਨਹੀਂ, ਮੇਰੀ ਉਹ ਸੇਵਾ ਸਿਰਫ ਔਰ ਸਿਰਫ ਸੇਵਾ ਰੂਪੀ ਵਿੱਚ ਹੀ ਹੈ। ਪੋਸਟ ਜਿਹੜੀ ਮੇਰੀ ਹਾਲਾਂਕਿ ਐਡਮਿਨਿਸਟ੍ਰੇਟਰ ਦੇ ਤੌਰ ਦੇ ਉੱਤੇ ਚੀਫ ਐਡਮਿਨਿਸਟ੍ਰੇਟਰ ਹੈ, ਲੇਕਿਨ ਮੈਂ ਤਨਖਾਹ ਨਹੀਂ, ਇਹ ਸਿਰਫ ਔਰ ਸਿਰਫ ਸੇਵਾ ਹੈ ਜੀ ਮੇਰੀ ਆਪਣੇ ਵੱਲੋਂ, ਔਰ ਅੱਜ ਵੀ ਮੈਂ ਨਿਭਾ ਰਿਹਾ। ਹਾਲਾਂਕਿ ਭਾਵੇਂ ਮੈਂ ਇੱਥੇ ਬੈਠਾ ਹੁੰਦਾ ਤਾਂ ਵੀ ਮੈਂ ਕਿਸੇ ਨਾ ਕਿਸੇ ਨਾਲ ਗੱਲਾਂ ਕਰਦਾ ਰਹਿੰਦਾ ਹਾਂ। ਉਸੇ ਕੜੀ ਮੇਰੀ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਤੋਂ ਨਾਲ ਕਈ ਵਾਰੀ ਗੱਲਾਂ ਹੁੰਦੀਆਂ ਨੇ, ਉੱਥੋਂ ਦੇ ਮੈਂਬਰਾਂ ਨਾਲ ਗੱਲ ਹੁੰਦੀਆਂ ਨੇ, ਜਨਰਲ ਸਕੱਤਰ ਸਾਹਿਬ, ਸਕੱਤਰ ਹੋਰਾਂ ਨਾਲ ਵੀ ਜਿਹੜੀਆਂ ਨੇ ਅੱਜ ਤੱਕ ਜਿਹੜੀਆਂ ਨੇ ਕਈ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਔਰ ਮੈਂ ਉਹਨਾਂ ਨਾਲ ਵਿਚਾਰ ਵਟਾਂਦਰੇ ਕਰਦਾ। ਜੀ ਦਰਸ਼ਕੋ, ਬਹੁਤ ਵੱਡੀ ਗੱਲ ਹੈ ਇਹ ਕਿ ਵੱਖ-ਵੱਖ ਸਥਾਨਾਂ ਤੇ ਸੇਵਾ ਨਿਭਾਉਣੀਆਂ, ਉਸ ਤੋਂ ਬਾਅਦ ਇੱਕ ਮਹਾਂਪੁਰਸ਼ ਦਾ ਆਸ਼ੀਰਵਾਦ ਲੈਣਾ, ਆਪਣੇ ਆਪ ਦੇ ਵਿੱਚ ਇੱਕ ਮਾਣ ਮਹਿਸੂਸ ਹੁੰਦਾ ਹੈ, ਤੇ ਉਹ ਮਾਣ ਜਿਹੜਾ ਸਾਧੂ ਭੁਪਿੰਦਰ ਸਿੰਘ ਜੀ ਪ੍ਰਾਪਤ ਕਰ ਚੁੱਕੇ ਨੇ। ਸੋ ਬਹੁਤ ਅਹਿਮ ਗੱਲਾਂ ਜਿਹੜੀਆਂ ਅੱਜ ਸਾਨੂੰ ਇਹਨਾਂ ਦੇ ਬਾਰੇ ਜਾਣਨ ਨੂੰ ਮਿਲ ਰਹੀਆਂ ਨੇ। ਭਾਈ ਸਾਹਿਬ ਜੀ, ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਜ਼ਰੂਰ ਜਾਣਨਾ ਚਾਹੂੰਗੀ। ਤੁਸੀਂ ਵਿਚਾਰਾਂ ਦੇ ਵਿੱਚ ਦੱਸਿਆ ਕਿ ਆਪ ਜੀ ਪਹਿਲਾਂ ਜਿਹੜਾ ਉਹ ਦਿੱਲੀ ਰਹਿੰਦੇ ਸੀਗੇ, ਫਿਰ ਦਿੱਲੀ ਤੋਂ ਕੈਨੇਡਾ ਕਦੋਂ ਗਏ, ਹਨਾ? ਤੇ ਇਹ ਵੀ ਚੀਜ਼ ਜ਼ਰੂਰ ਦੱਸਿਓ ਵੀ ਕੈਨੇਡਾ ਦੇ ਵਿੱਚ ਵੀ ਅਸੀਂ ਦੇਖਿਆ ਜਦੋਂ ਅਸੀਂ ਵੈਸੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕੀ ਹਾਂ ਕਿ ਅਸੀਂ ਤੁਹਾਡਾ ਜਦੋਂ ਸੋਸ਼ਲ ਮੀਡੀਆ ਤੇ ਪ੍ਰੋਫਾਈਲ ਦੇਖਦੇ ਹਾਂ ਤਾਂ ਉਹਦੇ ਵਿੱਚ ਕੁਝ ਤੁਸੀਂ ਅਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਜੋ ਕਿ ਸਾਡੇ ਦਰਸ਼ਕਾਂ ਦੇ ਲਈ ਬੜੀਆਂ ਅਹਿਮ ਰੱਖਦੀਆਂ ਨੇ, ਉਹਨਾਂ ਦੇ ਲਈ ਜਾਣਨਾ। ਅਸੀਂ ਇੱਕ ਤੁਹਾਡੀ ਫੋਟੋ ਜਾਂ ਇੱਕ ਵੀਡੀਓ ਜਿਹੜੀ ਮੋਟਰਸਾਈਕਲ ਚਲਾਉਂਦਿਆਂ ਦੀ ਦੇਖੀ ਹੈ, ਇੱਕ ਇੰਟਰਵਿਊ ਵੀ ਤੁਸੀਂ ਕਿਸੇ ਚੈਨਲ ਨੂੰ ਜਿਹੜਾ ਉੱਥੋਂ ਦਾ ਕੈਨੇਡਾ ਦਾ ਹੀ ਹੈ ਉਹਨਾਂ ਨੂੰ ਇੰਟਰਵਿਊ ਵੀ ਦੇ ਰਹੇ ਹੋ, ਉਹਦਾ ਜਿਹੜਾ ਕੀ ਰਹੱਸ ਆ ਉਹਦਾ ਵੀ ਜ਼ਰੂਰ ਜਿਹੜਾ ਖੁਲਾਸਾ ਇੱਥੇ ਕਰੋ ਅੱਜ ਤੁਸੀਂ। ਮੈਂ ਜਿਸ ਤਰ੍ਹਾਂ ਆਪ ਜੀ ਨੂੰ ਦੱਸਿਆ ਕਿ ਵੀ 1976 ਤੋਂ ਹਾਲਾਂਕਿ ਮੇਰੇ ਬਜ਼ੁਰਗ ਜਿਹੜੇ ਆ ਕੈਨੇਡਾ ਆ ਚੁੱਕੇ ਸਨ। ਮੇਰੇ ਦਾਦਾ ਜੀ ਸਾਡੀ ਚੌਥੀ ਪੀੜ੍ਹੀ, ਮਤਲਬ ਕਿ ਮੇਰਾ ਜਿਹੜਾ ਪੁੱਤਰ ਹੈ ਉਹ ਚੌਥੀ ਪੀੜ੍ਹੀ ਹੈਗੀ ਹੈ। ਔਰ ਮੈਂ ਜਦੋਂ ਆਉਂਦਾ ਤੇ ਇੱਥੇ ਮੈਂ ਅਕਸਰ ਕਾਫੀ ਆਇਆ ਔਰ ਵਾਪਸ ਚਲਾ ਜਾਂਦਾ ਸੀਗਾ। ਆਪਣੇ ਪਿਤਾ ਜੀ ਨਾਲ ਆਇਆ ਬਚਪਨ ਵਿੱਚ, ਫਿਰ ਮੈਂ ਆਪਣੇ ਹੋਸ਼ ਵਿੱਚ ਜਿੰਨੀ ਵਾਰੀ ਆਇਆ ਆਪਣੇ ਪਰਿਵਾਰ ਦੇ ਨਾਲ ਆਇਆ। ਲੇਕਿਨ
ਹਮੇਸ਼ਾ, ਕਿਉਂਕਿ ਜਿਹੜਾ ਹੈ ਇੰਡੀਆ ਦੇ ਵਿੱਚ ਕਾਫੀਆਂ ਸੇਵਾਵਾਂ ਸਨ ਜਿਹੜੀਆਂ ਮੇਰਾ ਸ਼ੌਕ ਕਹਿ ਲਈਏ ਸੀਗਾ ਮੈਨੂੰ, ਔਰ ਮਨ ਕਰਨ ਦਾ ਬਹੁਤ ਚਾਅ ਕਰਦਾ ਸੀ। ਲੇਕਿਨ ਜਦੋਂ ਕੈਨੇਡਾ ਵਿੱਚ ਆਏ ਤੇ ਮੇਰੇ ਆਪਣੇ ਮੁੰਡੇ ਆਪਣੇ ਬੱਚਿਆਂ ਕਰਕੇ ਜਿਹੜਾ ਉਹਨਾਂ ਨੇ ਕਿਹਾ ਵੀ ਪਾਪਾ ਅਸੀਂ ਇੱਥੇ ਰਹਿਣਾ, ਤੇ ਮੈਂ ਕਿਹਾ ਚਲੋ ਜਿਸ ਤਰ੍ਹਾਂ ਵੀ ਤੁਹਾਡਾ ਮਨ ਕਰੇ। ਲੇਕਿਨ ਜਦੋਂ ਇੱਥੇ ਰਹਿਣਾ ਔਰ ਘੁੰਮਣਾ 'ਚ ਬੜਾ ਫਰਕ ਹੁੰਦਾ ਹੈ। ਜਦੋਂ ਤੁਸੀਂ ਰਹਿੰਦੇ ਹੋ ਤੁਹਾਨੂੰ ਬੜੀਆਂ ਗੱਲਾਂ ਪਤਾ ਲੱਗਦੀਆਂ ਨੇ ਗਹਿਰਾਈ ਦੇ ਨਾਲ। ਉਹਨਾਂ ਗੱਲਾਂ ਦੇ ਵਿੱਚ ਜੀ ਮੈਨੂੰ ਪਤਾ ਲੱਗਾ ਵੀ ਇੱਥੇ ਜਿਹੜਾ ਹੈ ਕਿ ਵੀ ਜਿੱਥੇ ਸਿੱਖਾਂ ਨੂੰ ਮਾਨਤਾ ਦਿੰਦੇ, ਸਿੱਖਾਂ ਨੂੰ ਮਾਨਤੇ ਹੈ ਕਿ ਪਗੜੀ ਪਾਉਣ ਦੀ ਛੂਟ ਤੇ ਹੈ, ਲੇਕਿਨ ਹੱਲੇ ਵੀ ਕਈ ਜਗ੍ਹਾ ਦੇ ਉੱਤੇ ਰੋਕ ਔਰ ਪਾਬੰਦੀ ਹੈ। ਜਿਵੇਂ ਕਿ ਕੰਸਟਰਕਸ਼ਨ ਦੇ ਵਿੱਚ ਹੈਲਮਟ ਪਾਉਣਾ ਲਾਜ਼ਮੀ ਹੈ, ਮੋਟਰਸਾਈਕਲ ਜਿਹੜੀ ਚਲਾਉਣੀ ਉਹਦੇ ਵਿੱਚ ਤੁਸੀਂ ਹੈਲਮਟ ਪਾਉਣਾ ਲਾਜ਼ਮੀ ਹੈ। ਇਸ ਤਰ੍ਹਾਂ ਦੀਆਂ ਕਈ ਹੋਰ ਜਿਹੜੀਆਂ ਚੀਜ਼ਾਂ ਸਨ, ਉਹ ਜਿਵੇਂ ਕਿ ਤੁਸੀਂ ਆਪਣੇ ਨਾਂ ਦੇ ਨਾਲ ਤੁਹਾਨੂੰ ਅਖੀਰਲਾ ਲਾਸਟ ਨੇਮ ਲਿਖਣਾ ਜ਼ਰੂਰੀ ਹੈ। ਤੇ ਜੀ ਇਸੀ ਕੜੀ ਦੇ ਵਿੱਚ ਮੇਰੀ ਮੁਲਾਕਾਤ ਜਿਹੜੀ ਇੱਥੋਂ ਦੇ MLA ਨਾਲ ਹੁੰਦੀਆਂ ਨੇ। ਇੱਥੋਂ ਦੀਆਂ ਕਈ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਆਪਣੇ ਜਿਹੜੇ ਪਹੁੰਚ ਅਨੁਸਾਰ ਜਿਹੜੀਆਂ ਜਦੋਜਹਿਦ ਕਰ ਰਹੀਆਂ ਹੁੰਦੀਆਂ ਨੇ ਸਰਕਾਰਾਂ ਨੂੰ ਸਮਝਾਉਣ ਲਈ। ਹਾਲਾਂਕਿ ਕਿਉਂਕਿ ਕੈਨੇਡਾ ਜਿਹੜਾ ਹੈ ਮੈਂ ਸਮਝਦਾ ਇੱਕ ਬੜਾ ਅੱਛਾ ਚੰਗਾ ਮੁਲਕ ਹੈ, ਜਿਹਦੇ ਵਿੱਚ ਅਲੱਗ-ਅਲੱਗ ਕਈ ਦੇਸ਼ਾਂ ਤੋਂ ਜਿਹੜੇ ਹੈ ਵੱਖ-ਵੱਖ ਲੋਕ ਇੱਥੇ ਵਸਦੇ ਹੈ। ਇੱਥੇ ਅਲੱਗ-ਅਲੱਗ ਭਾਸ਼ਾਵਾਂ ਨੇ, ਅਲੱਗ-ਅਲੱਗ ਕਲਚਰ ਹੈ, ਔਰ ਇੱਥੇ ਜਿਹੜਾ ਫਰੀडम ਟੂ ਸਪੀਕ, ਫਰੀडम ਟੂ ਓਬੇ ਯੋਰ ਰਿਲੀਜਨ ਹੈ। ਜਿੱਥੇ ਫਰੀडम ਟੂ ਰਿਲੀਜਨ ਦੀ ਗੱਲ ਆਉਂਦੀ ਸੀ ਤੇ ਉੱਥੇ ਅਸੀਂ ਉਹਨਾਂ ਨੂੰ ਉਸ ਕੜੀ ਸਮਝਾਇਆ, ਜਾ ਕੇ ਗੱਲਾਂ ਕੀਤੀਆਂ, ਔਰ ਉਸੇ ਕੜੀ ਦੇ ਉਹਨਾਂ ਨੂੰ ਕਈ ਗੱਲਾਂ ਸਾਡੀਆਂ ਸਮਝ ਆਈਆਂ। ਔਰ ਮੈਂ ਬੜਾ ਅਸੀਂ ਖੁਸ਼ਕਿਸਮਤ ਹਾਂ, ਸਿੱਖ ਕੌਮ ਬੜੀ ਖੁਸ਼ਕਿਸਮਤ ਮੈਂ ਸਮਝਦਾ ਹੈਗੀ ਹੈ ਕਿ ਦੇਖੋ ਉਹ ਸਾਡੀ ਰੈਕਗਨੀਸ਼ਨ ਨੂੰ ਸਮਝਦੇ ਆ। ਔਰ 2016 ਦੇ ਵਿੱਚ ਜਿਹੜਾ ਹੈ ਉਹ ਵਿਸਾਖੀ ਦਾ ਮਹੀਨਾ, ਜਿਸ ਦਿਨ ਖਾਲਸਾ ਪੰਥ ਦੀ ਸਾਜਨਾ ਦਿਵਸ ਹੁੰਦੀ ਹੈ, ਉਹ ਉਸਨੂੰ ਪੂਰੇ ਇੱਕ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵੱਲੋਂ ਜਿਹੜਾ ਹੈ ਐਲਾਨ ਕਰ ਦਿੰਦੇ ਆ 2016 ਦੇ ਵਿੱਚ। ਔਰ ਅਸੀਂ ਇਸ ਚੀਜ਼ ਦੀਆਂ ਖੁਸ਼ੀਆਂ ਮਨਾਉਂਦੇ ਹਾਂ। ਅਸੀਂ ਉਹਨਾਂ ਦੀ ਸਰਕਾਰੀ ਬਿਲਡਿੰਗਾਂ ਤੇ ਜਾ ਕੇ, ਜਿੱਥੇ ਕੈਨੇਡਾ ਦਾ ਝੰਡਾ ਝੂਲਦਾ ਹੈ, ਜਿੱਥੇ ਉੱਥੋਂ ਦੀ ਪ੍ਰੋਵਿੰਸ ਦਾ ਝੰਡਾ ਝੂਲਦਾ, ਉੱਥੇ ਨਾਲ ਹੀ ਜਿਹੜਾ ਸਿੱਖਾਂ ਦਾ ਆਪਣਾ ਨਿਸ਼ਾਨ ਜਿਹੜਾ ਹੈ ਕੇਸਰੀ ਨਿਸ਼ਾਨ ਚਲਾਇਆ ਜਾਂਦਾ ਹੈ। ਬੜੀ ਮਾਣ ਦੀ ਗੱਲ ਹੈਗੀ ਸਰਕਾਰੀ ਬਿਲਡਿੰਗਾਂ ਤੇ ਜਿਹੜਾ ਝੂਲਣਾ ਔਰ ਉਹਦੇ ਅਦਾਰੇ ਵਿੱਚ ਝੂਲਣਾ। ਔਰ ਜਦੋਂ 2 ਸਾਲ ਤੋਂ ਮਨਾਇਆ ਜਾਂਦਾ ਤੇ ਇਸੀ ਗੱਲ ਦੇ ਵਿੱਚ ਕੜੀ 'ਚ ਅੱਗੇ ਵੱਧਦੇ ਹਾਂ। ਅਸੀਂ ਇੱਥੇ ਦੇ ਜਿਹੜੇ MLA ਹੈ ਉਹਨਾਂ ਨਾਲ ਗੱਲ ਕਰਦੇ ਹਾਂ ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜਾ ਮੋਟਰਸਾਈਕਲ ਤੇ ਤੁਸੀਂ ਹੈਲਮਟ ਦੀ ਗੱਲ ਕੀਤੀ ਹੈ, ਉਹਦੀ ਵੀ ਜਿਹੜੀ ਸਾਨੂੰ ਸਿੱਖਾਂ ਨੂੰ ਦਸਤਾਰ ਦੀ ਛੂਟ ਦਿੱਤੋ, ਦਸਤਾਰ ਬੰਨਣ ਦੀ ਇਜਾਜ਼ਤ ਦਿਓ। ਦਸਤਾਰ ਦਾ ਮਹੱਤਵ ਉਹਨਾਂ ਨੂੰ ਸਮਝਾਇਆ ਜਾਂਦਾ ਵੀ ਦਸਤਾਰ ਜਿਹੜਾ ਸਾਡੇ ਕਿੰਨਾ ਇੰਪੋਰਟੈਂਸ ਰੱਖਦਾ, ਵੀ ਅਸੀਂ ਜਿੱਥੇ ਆਪਣੇ ਸਿਰ ਨੂੰ, ਕੇਸਾਂ ਨੂੰ ਜਿਹੜੇ ਗੁਰੂ ਸਾਹਿਬ ਦੀ ਮੋਹਰ ਹੈ ਉਹਨੂੰ ਕੱਜਦੇ ਆ, ਉਹਨਾਂ ਨੂੰ ਕੱਜਣ ਵਾਸਤੇ, ਸਤਿਕਾਰ ਦੇਣ ਵਾਸਤੇ ਜਿਵੇਂ ਦਸਤਾਰ ਬੰਨੀ ਦੀ, ਔਰ ਗੁਰੂ ਨੂੰ ਸਤਿਕਾਰ ਵਾਸਤੇ ਜਿਹੜਾ ਇਹ ਸਾਡਾ ਪਰਮਾਨੈਂਟ ਇੱਕ ਕਰਾਊਨ ਤਾਜ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਹੋਇਆ ਦਸਤਾਰ ਦਾ। ਤੇ ਅਸੀਂ ਇਸ ਦਸਤਾਰ ਦੇ ਮੁਕਾਬਲੇ ਕਿਸੇ ਹੋਰ ਦੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ। ਅਸੀਂ ਹੈਲਮਟ ਔਰ ਜਾਂ ਟੋਪੀ ਪਾਣੀ ਸਾਡੇ ਲਈ ਵਰਜਿਤ ਹੈਗੀ ਹੈ। ਉਹ ਇਸ ਚੀਜ਼ ਨੂੰ, ਦਸਤਾਰ ਨੂੰ, ਗੱਲ ਨੂੰ ਸਮਝਦੇ ਨੇ। ਔਰ ਇਹ ਬੜੀ ਵੱਡੀ ਖੁਸ਼ੀ ਦੀ ਗੱਲ ਹੁੰਦੀ ਹੈ ਕਿ 2018 ਦੇ ਵਿੱਚ ਜਦੋਂ ਕਿ ਉਹ ਸਿੱਖ ਹੈਰੀਟੇਜ ਮੰਥ ਮਨਾ ਰਹੇ ਹੁੰਦੇ ਨੇ ਤੇ ਉਹਦੇ ਵਿੱਚ ਉਹ ਸਾਡਾ ਇਹ ਮਤਾ ਪਾਸ ਕਰਕੇ ਆਪਣੇ ਹਾਊਸ ਦੇ ਵਿੱਚ ਇਹ ਐਲਾਨ ਕਰ ਦਿੰਦੇ ਨੇ ਵੀ ਅੱਜ ਤੋਂ ਜਿਹੜਾ ਸਿੱਖਾਂ ਨੂੰ ਦਸਤਾਰ ਪਾ ਕੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਔਰ ਇਸੀ ਕੜੀ ਦੇ ਵਿੱਚ ਅਨਾਉਂਸਮੈਂਟ ਤਾਂ 12 ਅਪ੍ਰੈਲ ਨੂੰ ਕਰ ਦਿੰਦੇ ਨੇ ਔਰ ਅਸੀਂ ਉਹਦੀ ਖੁਸ਼ੀਆਂ ਵੀ ਮਨਾਉਂਦੇ ਹਾਂ। ਲੇਕਿਨ ਜਿਹੜੀ ਇਹਦੀ ਪ੍ਰਕਿਰਿਆ ਉਹ ਮਈ ਦੇ ਵਿੱਚ ਸ਼ੁਰੂਆਤ ਹੁੰਦੀ ਹੈ। 1 ਮਈ ਤੋਂ ਜਿਹੜਾ ਉਹਨਾਂ ਨੇ ਇਹਦਾ ਲਾਇਸੈਂਸ ਦੇਣ ਦੀ ਗੱਲ ਜਿਹੜੀ ਉਹ ਸ਼ੁਰੂਆਤ ਹੁੰਦੀ ਹੈ। ਔਰ ਇੱਥੋਂ ਦਾ ਜਿਹੜਾ MLA ਜਿਹੜੀ ਇੱਕ ਲੌਬੀ ਹੈ ਜਿਹੜੀ ਇਸ ਬਾਰੇ ਕੰਮ ਕਰਦੀ ਹੈ, ਉਹਨਾਂ ਦੇ ਵਿੱਚ ਵਿਚਾਰ ਜਦੋਂ ਗੱਲਾਂ ਹੁੰਦੀਆਂ ਉਹ ਮੈਨੂੰ ਕਹਿੰਦੇ ਨੇ ਵੀ ਮਿਸਟਰ ਸਿੰਘ, ਮੇਰਾ ਨਾਮ ਲੱਗੇ ਭੁਪਿੰਦਰ ਸਿੰਘ, ਤੂੰ ਆਪਣੇ ਆਪ ਨੂੰ ਤਿਆਰ ਕਰ ਔਰ ਅਸੀਂ ਚਾਹਾਂਗੇ ਕਿ ਤੂੰ ਪਹਿਲਾ ਲਾਇਸੈਂਸ ਲਵੇਂ ਔਰ ਇੱਥੋਂ ਦਾ ਪਹਿਲਾ ਸਿੱਖ ਅਸੀਂ ਤੈਨੂੰ ਰੈਕਗਨਾਈਜੇਸ਼ਨ ਮਿਲੇ। ਔਰ ਮੈਂ ਬੜਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਵਾਂ ਵੀ ਮੈਨੂੰ ਜਿਹੜਾ ਹੈ ਕਿ ਫਿਰ 1 ਮਈ ਨੂੰ ਜਿਹੜਾ ਰਜਿਸਟਰੀ ਦੇ ਵਿੱਚ ਮੈਨੂੰ ਸਾਰੀਆਂ ਪ੍ਰਕਿਰਿਆ ਜਿਹੜੀਆਂ ਉਹਨਾਂ ਦੀ ਕਾਨੂੰਨੀ ਪੇਪਰ ਦੀਆਂ ਪੂਰੀਆਂ ਐਗਜ਼ਾਮ ਦੀਆਂ ਕਰਨ ਦੇ ਬਾਅਦ ਮੈਨੂੰ ਜਿਹੜਾ ਲਾਇਸੈਂਸ ਮਿਲਦਾ ਹੈ। ਔਰ 8 ਜਾਂ 9 ਤਰੀਕ ਤੱਕ ਜਿਹੜੀ ਹੈ ਸਾਰੇ ਪਾਸੇ ਧੂਮ ਮੱਚ ਜਾਂਦੀ ਹੈ। ਇੱਥੋਂ ਦੇ ਜਿੰਨੇ ਵੀ ਨਿਊਜ਼ਪੇਪਰਸ ਨੇ, ਗੋਰਿਆਂ ਦੀ, ਅੰਗਰੇਜ਼ਾਂ ਦੀਆਂ, ਹਰ ਧਰਮ ਦੀਆਂ, ਉਹ ਜਿਹੜੀਆਂ ਮੈਨੂੰ ਅਪਰੋਚ ਕਰਦੀਆਂ ਔਰ ਮੈਨੂੰ ਪੁੱਛਦੀਆਂ, ਕਈ ਕੁਐਸਚਨ ਪੁੱਛਦੀਆਂ। ਬਈ ਇਹਦੇ ਵਿੱਚ 2 ਗੱਲਾਂ ਉਹ ਵੀ ਪੁੱਛਦੀਆਂ ਜਿਹੜੀਆਂ ਕਿ ਮੈਂ ਇੱਥੇ ਬੜਾ ਦੱਸਣਾ ਜ਼ਰੂਰੀ ਸਮਝਦਾ ਵੀ ਤਾਂ ਜੋ ਸਾਰਿਆਂ ਨੂੰ ਨੌਲੇਜ ਮਿਲੇ ਔਰ ਸਾਰਿਆਂ ਕੋਲ ਜਵਾਬ ਹੋਵੇ। ਉਹ ਕਹਿੰਦੇ ਵੀ ਅਸੀਂ ਟੈਕਸ ਪੇ ਕਰਦੇ ਹਾਂ, ਤੁਸੀਂ ਆਪਣੀ ਮੌਤ ਨੂੰ, ਜਦੋਂ ਤੁਹਾਡਾ ਐਕਸੀਡੈਂਟ ਹੋਏਗਾ, ਤੁਹਾਡਾ ਸਿਰ ਜਿਹੜਾ ਹੈ ਇਹਦੇ ਤੇ ਹਾਰਮ ਹੋਏਗਾ ਔਰ ਉਹਦੇ ਵਿੱਚ ਤੁਹਾਡੀ ਮੌਤ ਹੋ ਸਕਦੀ ਹੈ। ਜਦੋਂ ਤੁਸੀਂ ਆਪਣੀ ਮੌਤ ਨੂੰ ਆਪ ਬੁਲਾਵਾ ਦੇ ਰਹੇ ਹੋ ਤੇ ਸਾਡੀ ਟੈਕਸ ਦਾ ਪੇ ਦਾ ਮਨੀ ਤੁਹਾਡੇ ਮੈਡੀਕਲ ਬੈਨੀਫਿਟਸ, ਕਿਉਂਕਿ ਇੱਥੇ ਜਿਹੜੇ ਸਰਕਾਰਾਂ ਮੈਡੀਕਲ ਤੁਹਾਨੂੰ ਫ੍ਰੀ ਮੁਹੱਈਆ ਕਰਾਉਂਦੀਆਂ, ਵੀ ਉਹ ਤੁਹਾਨੂੰ ਕਿਉਂ ਜਾਵੇ। ਮੈਂ ਇਹ ਗੱਲ ਸੁਣਦਾ ਔਰ ਮੈਂ ਬੜੇ ਪਿਆਰ ਸਤਿਕਾਰ ਨਾਲ ਉਹਨੂੰ ਸਮਝਾਉਣਾ ਕਿ ਵੀ ਇਹਦੇ ਬੁਰਾ ਮੰਨਣ ਦੀ ਗੱਲ ਨਹੀਂ। ਵੀ ਇੱਥੇ ਦੇ ਜਿੰਨੇ ਵੀ ਵਾਸਨੀਕ ਉਹਦੇ ਮੈਂ ਸਮਝਦਾ 60 ਤੋਂ 70% ਜਿਹੜੇ ਤੁਸੀਂ ਲੋਕ ਹੋ
ਉਹ ਵੱਖ-ਵੱਖ ਕੰਟਰੀਆਂ ਤੋਂ, ਲੇਕਿਨ ਫਿਰ ਵੀ ਤੁਸੀਂ ਇੱਥੇ ਜਿਹੜਾ ਭਾਵੇਂ ਉਹ ਮੈਨ ਹੈ, ਭਾਵੇਂ ਵੂਮਨ ਹੈ, ਵੀ ਔਰਤ ਹੈ, ਭਾਵੇਂ ਆਦਮੀ ਹੈ, ਉਹ ਮੈਂ ਸਮਝਦਾ ਕਿਤੇ ਨਾ ਕਿਤੇ ਤੁਸੀਂ ਸਮੋਕ ਕਰਦੇ ਹੋ, ਵੀ ਜਿਹੜਾ ਤੰਬਾਕੂ ਦਾ ਸੇਵਨ ਕਰਦੇ ਹੋ। ਔਰ ਉਹਦੀ ਡੱਬੀ ਦੇ ਉੱਤੇ ਸਾਫ਼ ਲਫ਼ਜ਼ਾਂ 'ਚ ਲਿਖਿਆ ਹੁੰਦਾ ਹੈ ਕਿ ਵੀ ਟੋਬੈਕੋ ਇਜ਼ ਕੰਜ਼ੂਮਸ਼ਨ ਇਜ਼ ਇੰਜੂਰੀਅਸ ਟੂ ਹੈਲਥ। ਜਦੋਂ ਉਹਦਾ ਸਭ ਤੋਂ ਜਿਹੜਾ ਵੱਡਾ ਨੁਕਸਾਨ ਜਿਹੜਾ ਕਾਜ਼ ਹੈਗਾ ਉਹ ਕੈਂਸਰ ਹੈ। ਅਸੀਂ ਵੀ ਸਿੱਖ ਜਿਹੜੇ ਆ, ਅਸੀਂ ਤੰਬਾਕੂ ਨੂੰ ਕਿਸੇ ਵੀ ਹਾਲਾਤ ਵਿੱਚ ਨਹੀਂ ਵਰਤਦੇ, ਸਾਨੂੰ ਵਰਜਿਤ ਹੈਗਾ। ਅਸੀਂ ਆਪਣਾ ਟੈਕਸ ਪੇ ਕਰਦੇ ਹਾਂ, ਅਸੀਂ ਤੇ ਕਦੀ ਨਹੀਂ ਕਿਹਾ ਵੀ ਸਾਡੇ ਜਿਹੜੇ ਪੈਸਾ ਹੈ ਤੁਹਾਡੇ ਇਲਾਜ ਲਈ ਕਿਉਂ ਜਾਵੇ। ਇਹ ਸਰਕਾਰਾਂ ਦਾ ਮਾਮਲਾ ਹੈ, ਸਰਕਾਰਾਂ ਨੂੰ ਦੇਖਣਾ ਚਾਹੀਦਾ ਹੈ। ਇਹਦੇ ਬਾਰੇ ਆਪਾਂ ਗੱਲ ਨਾ ਕਰੀਏ ਤੇ ਉਹ ਥੋੜਾ ਜਿਹਾ ਝਿਜਕ ਜਾਂਦਾ ਵੀ ਇਹ ਜਵਾਬ ਜਿਹੜਾ ਵੀ ਕਿਧਰੇ ਨਾ ਕਿਧਰੇ ਇਹ ਗੱਲ ਨੂੰ ਜਿਹੜੀ ਉਹਨਾਂ ਦੀ ਗੱਲ ਕੀਤੀ ਹੋਈ ਹੈ ਉਹਨੂੰ ਠੱਲ ਪਾਉਂਦਾ ਹੈ। ਫਿਰ ਮੈਂ ਇਹ ਵੀ ਉਹਨਾਂ ਨੂੰ ਇੱਕ ਗੱਲ ਯਾਦ ਕਰਾਉਣਾ ਵੀ ਅਸੀਂ ਬ੍ਰਿਟਿਸ਼ਰ ਜਿਹੜੇ ਆ, ਅਸੀਂ ਉਹਨਾਂ ਦੀ ਫੌਜ ਵਿੱਚ ਰਹੇ ਹਾਂ, ਔਰ ਸਾਨੂੰ ਉਹ ਬਲੈਕ ਲਾਇਨ ਦੇ ਨਾਂ ਤੋਂ ਸਾਨੂੰ ਕਹਿੰਦੇ ਸੀ ਅਗਰ ਤੁਸੀਂ ਜਾ ਕੇ ਹਿਸਟਰੀ ਚੈੱਕ ਕਰੋ, ਔਰ ਜਿੱਥੇ ਉਹਨਾਂ ਨੂੰ ਲੋੜ ਪਈ ਹੈ ਸਾਨੂੰ ਉਹਨਾਂ ਨੇ ਜੰਗ ਦੇ ਵਿੱਚ ਮੈਦਾਨ ਦੇ ਵਿੱਚ ਬੁਲਾਇਆ ਔਰ ਅਸੀਂ ਆਏ ਹਾਂ। ਈਵਨ ਬੜਾ ਵੱਡਾ ਇਤਿਹਾਸ ਹੈ ਕਿ ਜਦੋਂ ਫਰਾਂਸ ਔਰ ਜਰਮਨੀ ਦੀ ਜੰਗ ਲੱਗਦੀ ਹੈ, ਜਰਮਨੀ ਜਿਹੜਾ ਫਰਾਂਸ ਨੂੰ ਕਬਜ਼ਾਉਣ ਆਉਂਦਾ ਤੇ ਅਸੀਂ ਫਰਾਂਸ ਵਾਲੇ ਪੱਖੋਂ ਦੀ ਲੜਦੇ ਹਾਂ। ਔਰ ਫਰਾਂਸ ਦੇ ਕਈ ਦੇ ਲੋਕ, ਜਿੰਨਾ ਤੁਸੀਂ ਅਗਰ ਜਾ ਕੇ ਸੋਸ਼ਲ ਮੀਡੀਆ ਤੇ ਜਾਂ ਗੂਗਲ ਤੇ ਜਾਂ ਇਤਿਹਾਸ ਹੀ ਚੈੱਕ ਕਰੋਗੇ ਤਾਂ ਸਾਨੂੰ ਬੜਾ ਮਾਣ ਸਤਿਕਾਰ ਵੈਲਕਮ ਮਿਲਦਾ ਹੈ। ਮੈਂ ਉਹਨਾਂ ਨੂੰ ਕਿਹਾ ਵੀ ਕੀ ਤੁਸੀਂ ਸਮਝਦੇ ਹੋ ਕਿ ਉਸ ਵੇਲੇ ਜਿਹੜੀ ਗੋਲੀ ਹੈ ਜਾਂ ਜਿਹੜਾ ਬੰਬ ਹੈ ਉਹ ਘੱਟ ਖਤਰਨਾਕ ਹੈ ਇਸ ਐਕਸੀਡੈਂਟ ਤੋਂ? ਉਸ ਵੇਲੇ ਵੀ ਅਸੀਂ ਆਪਣੀ ਦਸਤਾਰਾਂ ਦੇ ਵਿੱਚ ਆਨੇ ਔਰ ਬੰਦੂਕਾਂ ਦੇ ਨਾਲ ਗੋਲੀ ਔਰ ਬੰਬਾਂ ਦਾ ਨੂੰ ਸਾਹਮਣਾ ਕਰਦੇ ਆ। ਤੁਹਾਨੂੰ ਇਹ ਐਕਸੀਡੈਂਟ ਜਿਹੜਾ ਉਹਦੇ ਨਾਲੋਂ ਵੱਧ ਖਤਰਨਾਕ ਲੱਗਦਾ ਹੈ? ਉਸ ਵੇਲੇ ਤਾਂ ਸਾਨੂੰ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਇੱਥੇ ਜੰਗ 'ਚ ਨਾ ਆਓ ਕਿਉਂਕਿ ਤੁਸੀਂ ਦਸਤਾਰ ਬੰਨ੍ਹਦੇ ਹੋ, ਤੁਸੀਂ ਆਪਣੀ ਕੋਈ ਸੇਫਟੀ ਨਹੀਂ ਵੇਖਦੇ। ਤੇ ਉਹ ਬੜਾ ਹੈਰਾਨ ਹੋ ਜਾਂਦੇ ਨੇ ਪੱਤਰਕਾਰ, ਔਰ ਉਹ ਕਹਿੰਦੇ ਨੇ ਵੀ ਗੱਲ ਤੇਰੀ ਠੀਕ ਹੈ, ਸਾਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ। ਫਿਰ ਉਹਨਾਂ ਨੂੰ ਸਮਝਾਈਦਾ ਕਿ ਵੀ ਜਿਹੜਾ ਦਸਤਾਰ ਸਾਡਾ ਇੱਕ ਅਭਿੰਨ ਅੰਗ ਹੈ, ਅਸੀਂ ਦਸਤਾਰ ਦੇ ਬਿਨਾਂ ਸਿੱਖ ਜਿਹੜਾ ਅਧੂਰਾ ਹੈ, ਔਰ ਦਸਤਾਰ ਹੀ ਜਿਹੜਾ ਸਾਡਾ ਮਾਨ ਸਨਮਾਨ ਹੈ। ਔਰ ਉਹਨਾਂ ਨੂੰ ਇਸ ਗੱਲ ਤੇ ਸਮਝਾਇਆ ਜਾਂਦਾ। ਔਰ ਉਹ ਜਿਹੜੀ ਮੋਟਰਸਾਈਕਲ ਦਾ ਜਿਹੜਾ ਲਾਇਸੈਂਸ ਹੈ ਉਹ ਫਿਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਫੈਲਦਾ ਹੈ। ਉਹ ਕਈ ਲੋਕੀ ਮੈਨੂੰ ਅੱਜ ਵੀ ਕਹਿੰਦੇ ਨੇ ਵੀ ਇਹ ਜਿਹੜਾ ਇਹ ਮੋਟਰਸਾਈਕਲ ਗਾਏ, ਹੀ ਇਜ਼ ਅ ਫਸਟ ਸਿੱਖ ਮੋਟਰਸਾਈਕਲ ਗਾਏ ਇਨ ਐਲਬਰਟਾ ਇਨ ਕੈਨੇਡਾ। ਇਹ ਬੜਾ ਵੱਡੇ ਮਾਣ ਦੀ ਗੱਲ ਹੈ ਜੀ, ਜਿਹੜਾ ਮੈਨੂੰ ਇੱਥੇ ਵੀ ਮਾਣ ਸਰਕਾਰਾਂ ਵੱਲੋਂ ਜੀ। ਦਰਸ਼ਕੋ, ਬਹੁਤ ਅਹਿਮ ਗੱਲ ਹੁੰਦੀ ਆ ਜਦੋਂ ਅਸੀਂ ਆਪਣੇ ਹੱਕਾਂ ਦੇ ਲਈ ਲੜਨਾ ਹੁੰਦਾ। ਅਕਸਰ ਦੇਖਿਆ ਜਾਂਦਾ ਕਿਤੇ ਨਾ ਕਿਤੇ ਅਸੀਂ ਲੜਾਈ ਜਿਹੜੀ ਆ ਉਹ ਹਾਰ ਜਾਂਦੇ ਆ, ਪਰ ਅਸੀਂ ਸਾਧੂ ਭੁਪਿੰਦਰ ਸਿੰਘ ਜੀ ਦੇ ਹੌਸਲੇ ਨੂੰ ਜਿਹੜਾ ਇਹ ਬਹੁਤ ਅਹਿਮ ਕਹਿੰਦੇ ਆ ਕਿ ਇਹਨਾਂ ਨੇ ਜਿੱਥੇ ਲੜਾਈ ਨੂੰ ਸ਼ੁਰੂ ਕੀਤਾ ਸੀ ਉਹਦੇ ਵਿੱਚ ਕਾਮਯਾਬੀ ਵੀ ਹਾਸਿਲ ਕੀਤੀ ਅਤੇ ਸਿੱਖਾਂ ਨੂੰ ਇੱਕ ਅਲੱਗ ਪਹਿਚਾਣ ਜਿਹੜੀ ਇਹਨਾਂ ਨੇ ਕੈਨੇਡਾ ਦੇ ਵਿੱਚ ਵੀ ਦਿਲਵਾਈ। ਇਹ ਬਹੁਤ ਵੱਡੀ ਗੱਲ ਹੈ। ਜਿੱਥੇ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਕਿ ਅਸੀਂ ਸਿੱਖ ਕੌਮ ਦੇ ਲਈ ਸਾਡੇ ਵੀਰ ਕੁਝ ਕਰਦੇ ਨੇ, ਉੱਥੇ ਇਹਨਾਂ ਨੇ ਵੀ ਆਪਣੇ ਆਪ ਨੂੰ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਸਾਡੀ ਹਾਰ ਜਿਹੜੀ ਆ ਉਹ ਕਦੇ ਵੀ ਨਹੀਂ ਹੋ ਸਕਦੀ। ਤੇ ਆਓ ਆਪਣੇ ਅਗਲੇ ਸਵਾਲ ਦੇ ਵੱਲ ਵਧਦੇ ਹਾਂ। ਭਾਈ ਸਾਹਿਬ ਜੀ, ਜਿੱਥੇ ਤੱਕ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ, ਜਦੋਂ ਮੈਂ ਤੁਹਾਡੀ ਪ੍ਰੋਫਾਈਲ ਨੂੰ ਵਾਚਦੀ ਹਾਂ ਤਾਂ ਉਹਦੇ ਵਿੱਚ ਦੇਖਿਆ ਜਾਂਦਾ ਹੈ ਕਿ ਤੁਸੀਂ ਪਾਕਿਸਤਾਨ ਦੇ ਇੱਕ ਪ੍ਰੋਗਰਾਮ ਦੇ ਵਿੱਚ ਵੀ ਸ਼ਮੂਲੀਅਤ ਕਰਦੇ ਹੋ, ਜਿੱਥੇ ਤੁਹਾਡੇ ਨਾਲ ਮੁਸਲਮਾਨ ਭਾਈਚਾਰਾ ਵੀ ਖੜਾ ਹੋਇਆ ਸਾਨੂੰ ਵਿਖਦਾ ਹੈ। ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਜਿਹੜੀ ਸਾਂਝ ਆ ਉਹ ਪਾਓ ਕਿ ਤੁਸੀਂ ਉੱਥੇ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਜਿਹੜੀ ਆ ਉਹ ਕਿਉਂ ਕੀਤੀ ਸੀ ਜੀ? ਬੀਬੀ ਜੀ, ਇੱਥੇ ਨਾ ਗੱਲ ਨੂੰ ਥੋੜਾ ਜਿਹਾ ਮੈਂ ਪਿਛੋਕੜ ਤੁਹਾਨੂੰ ਦੱਸਣਾ ਚਾਹਾਂਗਾ। ਆਮ ਤੌਰ ਤੇ ਨਾ ਸਾਡੇ ਖਿੱਤੇ 'ਚ, ਖਾਸ ਕਰਕੇ ਭਾਰਤ ਦੇ ਵਿੱਚ, ਇਹ ਗੱਲ ਕਹੀ ਜਾਂਦੀ ਹੈ ਕਿ ਵੀ ਜਿਹੜਾ ਇਹ ਅਸੀਂ ਇੱਕ ਸਿੱਖਾਂ ਦੀ ਜਿਹੜੀ ਕੌਮ ਹੈ ਉਹ ਹਿੰਦੂਆਂ ਦਾ ਅੰਗ ਹੈ ਜਾਂ ਹਿੰਦੂਆਂ ਦੇ ਨਜ਼ਦੀਕੀ, ਔਰ ਮੁਸਲਮਾਨ ਜਿਹੜੇ ਨੇ ਵੈਰੀ ਨੇ। ਇਹ ਗੱਲ ਜਿਹੜੀ ਹੈ ਇਸ ਨੂੰ ਝੁਠਲਾਉਣ ਦੇ ਲਈ ਔਰ ਜਿਹੜਾ ਸੱਚ ਨੂੰ ਸਾਹਮਣੇ ਲਿਆਉਣ ਦੇ ਲਈ ਮੈਂ ਕੋਸ਼ਿਸ਼ ਬੜੀ ਕਰਦਾ ਰਹਿਣਾ। ਔਰ ਮੈਂ ਇਹ ਦੱਸਣਾ, ਉਹ ਜਦੋਂ ਔਰੰਗਜ਼ੇਬ ਦਾ ਨਾਂ ਲੈ ਕੇ ਸਾਨੂੰ ਕਹਿੰਦੇ ਨੇ ਵੀ ਦੇਖੋ ਮੁਸਲਮਾਨਾਂ ਨੇ ਸਿੱਖਾਂ ਦਾ ਇੰਨਾ ਨੁਕਸਾਨ ਕੀਤਾ, ਸ਼ਹਾਦਤਾਂ ਹੋਈਆਂ, ਤੇ ਮੈਂ ਉਹਨਾਂ ਨੂੰ ਇਹ ਜਿੱਥੇ ਸਮਝਾਉਣਾ ਵੀ ਜਿੱਥੇ ਠੀਕ ਹੈ ਤੁਸੀਂ ਇਹ ਗੱਲ ਕਰਦੇ ਹੋ ਇੱਕ ਔਰੰਗਜ਼ੇਬ ਦੀ, ਉੱਥੇ ਤਾਂ ਗੰਗੂ ਬ੍ਰਾਹਮਣ ਹੈ ਜਿਹੜਾ ਕਿ ਜਿਹਦੇ ਕਰਕੇ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਹੁੰਦੀ ਹੈ, ਮਾਤਾ ਜੀ ਦੀ ਸ਼ਹਾਦਤ ਹੁੰਦੀ ਹੈ, ਤੇ ਉਹ ਹਿੰਦੂ ਧਰਮ ਨਾਲ ਸੰਬੰਧਿਤ ਹੈ। ਫਿਰ ਮੈਂ ਉਹਨਾਂ ਨੂੰ ਇੱਥੇ ਸਮਝਾਉਣਾ ਕਿ ਕੋਈ ਧਰਮ ਗਲਤ ਨਹੀਂ ਹੁੰਦਾ, ਇਨਸਾਨ ਗਲਤ ਹੁੰਦਾ ਹੈ। ਔਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਮੇਂ ਤੇ ਜਿਹੜਾ ਮੈਂ ਆਪ ਨੂੰ ਦੱਸਾਂ, ਗੁਰੂ ਨਾਨਕ ਸਾਹਿਬ ਦੇ ਨਾਲ ਪਹਿਲਾ ਜਿਹੜਾ ਉਹਨਾਂ ਦਾ ਸਾਥੀ ਹੈ ਭਾਈ ਮਰਦਾਨਾ,
ਰਬਾਬੀ ਮਰਦਾਨਾ ਜਦੋਂ ਕਿ ਉਹ ਕਹਿੰਦੇ ਕਿ ਬਾਣੀ ਆਈ ਤੇ ਰਬਾਬ ਛੇੜ, ਤੇ ਉਹਨਾਂ ਦਾ ਪਹਿਲਾ ਜਿਹੜਾ ਸਾਥੀ ਹੈ ਉਹ ਮੁਸਲਮਾਨ ਹੁੰਦਾ ਹੈ। ਉਸੇ ਢੰਗ ਨਾਲ ਗੁਰੂ ਅਰਜਨ ਪਾਤਸ਼ਾਹ ਜੀ ਜਿਹੜੇ ਸਾਈਂ ਮੀਆਂ ਮੀਰ ਜੀ ਤੋਂ ਜਦੋਂ ਦਰਬਾਰ ਸਾਹਿਬ ਦੀ ਨੀਂਹ ਪੱਥਰ ਰਖਾਉਂਦੇ ਨੇ, ਉਹ ਵੀ ਮੁਸਲਮਾਨ। ਫਿਰ ਪੀਰ ਬੁੱਧੂ ਸ਼ਾਹ ਦੇ ਜ਼ਿਕਰ ਆਉਂਦਾ ਸਾਡੇ ਇਤਿਹਾਸ ਦੇ ਵਿੱਚ, ਉਸ ਅੱਗੇ ਚੱਲ ਕੇ ਨਬੀ ਖਾਂ ਗੰਨੀ ਖਾਂ ਦਾ ਜ਼ਿਕਰ ਆਉਂਦਾ ਹੈ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉੱਚ ਦਾ ਪੀਰ ਬਣਾਉਂਦੇ ਹਨ। ਔਰ ਅੱਜ ਵੀ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮਹਾਰਾਜ ਦਾ ਜਿਹੜਾ 10ਵੇਂ ਪਾਤਸ਼ਾਹ ਦਾ ਜਿਹੜਾ ਖਜ਼ਾਨਾ ਅਖੀਰਲੇ ਸਮੇਂ ਹਜੂਰ ਸਾਹਿਬ ਹੁੰਦਾ, ਜਿਹੜਾ ਕਿ ਉਹ ਆਪਣੀ ਫੌਜ ਲਈ ਰੱਖਦੇ ਆ, ਉਹ ਮਾਲ ਟੇਕੜੀ ਸਾਹਿਬ ਗੁਰਦੁਆਰਾ ਹੈ। ਉੱਥੇ ਵੀ ਉਹ ਦੋ ਆਪਣੇ ਸਿਪਾਹੀ ਜਿਹੜੇ ਕਿ ਮੁਸਲਮਾਨ ਹੁੰਦੇ ਹਨ, ਉਹਨਾਂ ਦੀ ਜ਼ਿੰਮੇਵਾਰੀ ਲਾਉਂਦੇ ਹਨ ਵੀ ਤੁਸੀਂ ਇੱਥੇ ਰਾਖੀ ਕਰਨੀ ਹੈ। ਔਰ ਅੱਜ ਵੀ ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹਨਾਂ ਦੀਆਂ ਪੀੜ੍ਹੀ ਦਰ ਪੀੜ੍ਹੀਆਂ ਜਿਹੜੀਆਂ, ਅੱਜ ਉਹਨਾਂ ਦੀ ਪੀੜ੍ਹੀ ਉਸੇ ਗੁਰਦੁਆਰੇ ਦੇ ਨਾਲ ਹਦੂਦ ਵਿੱਚ ਰਹਿ ਰਹੀ ਹੈ ਔਰ ਅੱਜ ਵੀ ਉੱਥੇ ਰਹਿੰਦੀ, ਉੱਥੇ ਸੇਵਾ ਕਰਦੀ ਹੈ। ਔਰ ਇਸੀ ਚੀਜ਼ ਨੂੰ ਭੁਲੇਖੇ ਨੂੰ ਦੂਰ ਕਰਨ ਵਾਸਤੇ ਵੀ, ਇੱਕ ਮੁਸਲਿਮ ਸਿੱਖ ਭਾਈਚਾਰੇ ਦੀ ਜਿਹੜੀ ਗਲਤਫਹਿਮੀਆਂ ਨੂੰ ਦੂਰ ਕਰਨ ਵਾਸਤੇ, ਮੈਂ ਕੋਈ ਅੱਜ ਨਹੀਂ, ਜਿਹੜਾ ਤੁਸੀਂ ਅੱਜ ਜ਼ਿਕਰ ਕੀਤਾ, ਮੈਂ ਅੱਜ ਦਾ ਨਹੀਂ, ਮੈਂ ਇਹੋ ਆਪ ਜੀ ਨੂੰ ਜੀ ਦੱਸਿਆ ਕਿ ਜਿਹੜਾ ਕਿ ਭਾਈ ਮਰਦਾਨਾ ਜੀ ਪੀੜੀ, ਭਾਈ ਲਾਲ ਹੋਰਾਂ ਦੇ ਨਾਲ ਮੇਰਾ ਬੜਾ ਸੋਹਣਾ ਸੰਬੰਧ ਰਿਹਾ। ਉਹਨਾਂ ਦੇ ਬੱਚੇ ਨੀਮ ਤਾਹਿਰ ਨੇ, ਔਰ ਇਹ ਜਦੋਂ ਭਾਰਤ ਆਉਣਾ ਹੁੰਦਾ ਸੀਗਾ ਤੇ ਇਹਨਾਂ ਦੀ ਜਿਹੜੀ ਰਾਹਦਾਰੀ ਦੇ ਕਾਗਜ਼ਾਂ ਤੇ ਮੈਂ ਸਾਈਨ ਕਰਨੇ, ਨਾਲ ਇਹਨਾਂ ਨੂੰ ਬੁਲਾਉਣਾ। ਉਸੇ ਢੰਗ ਨਾਲ ਨਬੀ ਖਾਂ ਗਨੀ ਖਾਂ ਦੀ ਪੀੜ੍ਹੀ ਵਿੱਚ ਜ਼ਹੂਰ ਅਹਿਮਦ ਖਾਨ ਔਰ ਜ਼ਹੀਰ ਅਹਿਮਦ ਖਾਨ ਜਿਹੜੇ ਆ, ਉਹ ਜਿਹੜੇ ਆ ਆਉਂਦੇ ਰਹੇ ਮੇਰੇ ਕੋਲ। ਔਰ ਸਾਈਂ ਮੀਆਂ ਮੀਰ ਦੀ ਗੱਦੀ ਦੇ ਉੱਤੇ ਜਿਹੜਾ ਉਹਨਾਂ ਦੀ ਗੱਦੀ ਚੱਲਦੀ, ਉਹਦੇ ਵਿੱਚ ਪੀਰ ਕਾਦਰੀ ਰਹੇ ਆ, ਸਾਈਂ ਮੀਰ ਪੀਰ ਕਾਦਰੀ, ਉਹ ਘਰ ਆਉਂਦੇ ਰਹੇ। ਹੁਣ ਉਸੇ ਘੜੀ ਦੇ ਵਿੱਚ ਜਿਹੜਾ ਇਹ ਆਪ ਜੀ ਨੇ ਜ਼ਿਕਰ ਕੀਤਾ ਪ੍ਰੋਗਰਾਮ, ਇਹ ਮੇਰੇ ਮਿੱਤਰ ਹੈਗੇ ਨੇ ਜੀ, ਰੁਪਿੰਦਰ ਸਿੰਘ ਸ਼ਾਮਪੁਰਾ ਜੀ ਬਟਾਲੇ ਤੋਂ, ਉਹਨਾਂ ਨਾਲ ਕੋਈ ਜ਼ਿਕਰ ਚੱਲਦਾ, ਗੱਲਬਾਤ ਕਰਦੀ ਹੈ। ਇਹ ਉਹਨਾਂ ਦੇ ਗੱਲਾਂ ਵਿੱਚੋਂ ਸੋਚ ਉਹਨਾਂ ਦੀ ਜਿਹੜੀ ਆ ਕਿ ਆਉਂਦੀ ਹੈ ਕਿ ਅਸੀਂ ਕਿਉਂ ਨਾ ਜਿਹੜਾ ਅੱਜ ਤੱਕ ਕਿਸੇ ਨੇ ਦਰਬਾਰ ਸਾਹਿਬ ਦਾ ਜਿਹੜਾ ਨੀਂਹ ਪੱਥਰ ਦਿਹਾੜਾ ਜਿਹੜਾ ਨਹੀਂ ਬਣਾਇਆ, ਵੀ ਅਗਰ ਅਸੀਂ ਇਹ ਮਨਾਈਏ, ਇਹਦੇ ਨਾਲ ਮੁਸਲਿਮ ਭਾਈਚਾਰੇ ਦੀ ਜਿਹੜੀ ਸਾਂਝ ਹੈ ਉਹਨੂੰ ਹੋਰ ਨੇੜੇ ਕੀਤਾ ਜਾ ਸਕਦਾ। ਜਿਹੜੀਆਂ ਸਿਆਸਤ ਕਰਕੇ ਦੂਰੀਆਂ ਵਧੀਆਂ ਨੇ, ਅਸੀਂ ਉਹਨੂੰ ਨੇੜੇ ਕਰੀਏ, ਤੇ ਮੈਂ ਬੜਾ ਖੁਸ਼ ਹੁੰਦਾ। ਔਰ ਮੈਨੂੰ ਉਹਦੇ ਵਿੱਚ ਉਹ ਕਹਿੰਦੇ ਵੀ ਸਾਡੇ ਨਾਲ ਸਾਥ ਦਿਓ। ਮੈਂ ਕਹਿੰਦਾ ਵੀ ਮੈਂ ਬੜਾ ਵਡਭਾਗਾ ਜੇ ਤੁਸੀਂ ਮੈਨੂੰ ਬੁਲਾ ਰਹੇ ਹੋ, ਤੇ ਮੈਂ ਬਿਲਕੁਲ ਤੁਹਾਡੇ ਨਾਲ ਹਾਂ। ਔਰ ਇਸੇ ਕੜੀ ਦੇ ਵਿੱਚ ਅਸੀਂ ਫਿਰ ਕਰਤਾਰਪੁਰ ਸਾਹਿਬ, ਜਿਹੜਾ ਕਿ ਇੰਨੀਆਂ ਅਰਦਾਸਾਂ ਦੇ ਬਾਅਦ ਜਿਹੜੀਆਂ ਦੋਨੋਂ ਤਰੱਕੀ ਮੁਲਕ ਦੀਆਂ ਜਿਹੜੀਆਂ ਸਰਕਾਰਾਂ ਨੇ, ਮੈਂ ਧੰਨਵਾਦ ਕਰਦਾ ਵਾਂ ਉਧਰੋਂ ਪਾਕਿਸਤਾਨ ਦੀ ਸਰਕਾਰ ਦਾ ਔਰ ਇਮਰਾਨ ਖਾਨ ਸਾਹਿਬ ਦਾ, ਇੱਧਰੋਂ ਦੀ ਸਰਕਾਰ ਦਾ, ਜਿਨ੍ਹਾਂ ਨੇ ਲਾਂਘਾ ਖੋਲ੍ਹਿਆ। ਔਰ ਲਾਂਘੇ ਦੇ ਨਾਲ ਕਰਤਾਰਪੁਰ ਸਾਹਿਬ ਜਾ ਤੇ ਸਾਨੂੰ ਦਰਸ਼ਨ ਜਿਹੜੇ ਆ ਉੱਥੇ ਨਜ਼ਦੀਕ ਹੋ ਕੇ ਹੋਣ ਦੀ ਗੱਲ ਮੌਕਾ ਮਿਲਦਾ। ਉਸੇ ਧਰਤੀ ਤੇ ਅਸੀਂ ਜਿਹੜਾ ਇਸ ਸਾਂਝ ਨੂੰ ਦੁਬਾਰਾ ਸੁਰਜੀਤ ਕਰਨ ਲਈ ਜਿਹੜਾ ਇਹ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਿਹਾੜਾ ਜਿਹੜਾ ਹੈ, ਉਹ 13 ਜਨਵਰੀ 2020 ਨੂੰ ਪਹਿਲੀ ਵਾਰੀ ਮਨਾਉਂਦੇ ਆ, ਮਾਘੀ ਦੇ ਦਿਹਾੜੇ ਨੂੰ ਦੇਖਦੇ ਹੋਏ। ਔਰ ਉੱਥੇ ਜਿਹੜਾ ਉਹੀਓ ਸਾਈਂ ਮੀਆਂ ਮੀਰ ਦੀ ਗੱਦੀ ਤੇ ਜਿਹੜਾ ਅੱਜ ਅਲੀ ਰਜ਼ਾ ਜਿਹੜਾ ਉੱਥੇ ਸੇਵਾ ਨਿਭਾ ਰਿਹਾ, ਉਹਨੂੰ ਉੱਥੇ ਬੁਲਾਉਂਦੇ ਆ। ਉਹ ਆਪਣੇ ਜਿਹੜਾ ਮੁਸਲਮਾਨ ਨਾਲ ਜਿਹੜੇ ਉਹਨਾਂ ਦੇ ਭਾਈਚਾਰਾ, ਉਹਨਾਂ ਦੇ ਜਿਹੜੇ ਨਿੱਜੀ ਨਜ਼ਦੀਕੀ ਲੋਕ ਨੇ, ਉਹਨਾਂ ਨਾਲ ਆਉਂਦਾ। ਉੱਥੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਅਹੁਦੇਦਾਰ ਹੁੰਦੇ ਹਨ। ਔਰ ਅਸੀਂ ਇੱਥੋਂ ਵੀ ਜਿਹੜੇ ਕਈ ਮੌਜੂਦ ਬੰਦੇ, ਜਿਨ੍ਹਾਂ ਵਿੱਚ ਹਜ਼ੂਰ ਸਾਹਿਬ ਤੋਂ ਮੇਰੇ ਵੀਰ, ਵੱਡੇ ਵੀਰ ਸਰਦਾਰ ਦਵਿੰਦਰ DP ਸਿੰਘ ਜੀ ਜਾਂਦੇ ਨੇ, ਜਿਹੜੇ ਉੱਥੋਂ ਦੇ ਐਡਮਿਨਿਸਟ੍ਰੇਟਰ ਹੈਗੇ ਨੇ। ਉਹ ਹੋਰ ਵੀ ਕਈ ਸ਼ਖਸੀਅਤਾਂ ਜਿਹੜੀਆਂ ਸਾਡੇ ਨਾਲ ਸਾਡਾ ਸਾਥ ਦਿੰਦੀਆਂ ਨੇ, ਕਈ ਪੱਤਰਕਾਰ ਹੁੰਦੇ ਨੇ, ਚਰਨਜੀਤ ਸਿੰਘ ਪੱਤਰਕਾਰ, ਅਸੀਂ ਸਾਰੇ ਉੱਥੇ ਜਾ ਕੇ ਜਿਹੜਾ ਇਹ ਦਿਹਾੜਾ ਅਸੀਂ ਮਨਾਉਂਦੇ ਹਾਂ। ਔਰ ਮੈਂ ਅਰਦਾਸ ਅਸੀਂ ਕੀਤੀ ਕਿ ਅਸੀਂ ਹੋ ਸਕਦਾ ਕਿ ਅਸੀਂ ਹਰ ਸਾਲ ਜਿਹੜਾ ਇਹ ਦਿਹਾੜਾ ਉੱਥੇ ਮਨਾਉਣ ਜਾਈਏ। ਜੀ ਦਰਸ਼ਕੋ, ਜਦੋਂ ਗੱਲ ਕਰਦੇ ਆ ਦੋ ਦੇਸ਼ਾਂ ਦੀ ਗੱਲ ਕਰਦੇ ਆ ਕਿ ਵੰਡ ਹੋ ਜਾਂਦੀ ਹੈ, ਉਸ ਤੋਂ ਬਾਅਦ ਨਨਕਾਣਾ ਸਾਹਿਬ ਸਾਡੇ ਕੋਲੋਂ ਵਿਛੜ ਜਾਂਦਾ ਹੈ, ਪਰ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਦਾ ਤਾਂ ਜਿਹੜੇ ਸਾਡੀਆਂ ਸੰਗਤਾਂ ਨੇ, ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਆ ਇੱਕ ਆਸ ਜਿਹੜੀ ਉਹ ਜਾਗ ਜਾਂਦੀ ਹੈ ਕਿ ਜੋ ਨਨਕਾਣਾ ਸਾਡੇ ਕੋਲੋਂ ਵਿਛੜ ਗਿਆ ਸੀ, ਅਸੀਂ ਅੱਜ ਉਸ ਦੇ ਦਰਸ਼ਨ ਜਿਹੜੇ ਆ ਉਹ ਕਰ ਸਕਦੇ ਹਾਂ। ਭਾਈ ਸਾਹਿਬ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਮਾਣ ਜਿਹੜਾ ਉਹ ਮਹਿਸੂਸ ਹੋ ਰਿਹਾ। ਸਾਨੂੰ ਲੱਗਦਾ ਹੈ ਕਿ ਸਾਡੀ ਕੌਮ ਦੇ ਵਿੱਚ ਤੁਹਾਡੇ ਵਰਗੇ ਅਗਰ ਵੀਰ ਹੈਗੇ ਨੇ ਤਾਂ ਸਾਨੂੰ ਜਿਹੜਾ ਇੰਨਾ ਸੋਚਣ ਦੀ ਲੋੜ ਨਹੀਂ ਪਊਗੀ ਕਿ ਅੱਗੇ ਜਿਹੜੇ ਕਾਰਜ ਨੇ ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ। ਤੇ ਅਖੀਰ ਦੇ ਵਿੱਚ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦੀ ਹਾਂ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਸਿੱਖ ਕੌਮ ਦੇ ਵਿੱਚ ਜਿਹੜੇ ਕਾਰਜ ਆ ਉਹ ਕਿਹੜੇ ਸਾਡੇ ਹਜੇ ਵੀ ਰਹਿੰਦੇ ਨੇ ਜੋ ਸਾਨੂੰ ਕਰਨੇ ਚਾਹੀਦੇ ਨੇ, ਤੇ ਜਾਂਦਿਆਂ ਹੋਇਆਂ ਸਾਡੇ ਨੌਜਵਾਨ ਜੇਕਰ ਇਸ ਪ੍ਰੋਗਰਾਮ ਨੂੰ ਸੁਣਨਗੇ ਤਾਂ ਉਹਨਾਂ ਦੇ ਲਈ ਤੁਸੀਂ ਆਪਣਾ ਕੀ ਸੁਨੇਹਾ ਜਿਹੜਾ ਉਹ ਛੱਡਣਾ ਚਾਹੋਗੇ? ਦੇਖੋ ਜੀ, ਕੰਮ ਤਾਂ ਹਾਲੇ ਬਹੁਤ ਨੇ। ਕੰਮ ਤਾਂ ਮੈਂ ਸਮਝਦਾ ਵਾ ਜਿਸ ਪਾਸੇ ਜਾਈਏ ਉਸ ਪਾਸੇ ਕੋਈ ਨਾ ਕੋਈ ਕੰਮ ਜਿਹੜਾ ਸਿੱਖੀ ਦੇ ਲਈ ਨਿਕਲ ਆਉਂਦਾ ਹੋਵੇ।
ਲੇਕਿਨ ਮੈਂ ਸਮਝਦਾ ਵਾਂ ਜੇ ਹੁਣ ਮੈਂ ਪ੍ਰਬੰਧਕੀ ਢਾਂਚੇ ਵਿੱਚ ਆ, ਮੈਨੂੰ ਇਹ ਨਜ਼ਰ ਆਉਂਦਾ ਕਿ ਵੀ ਜੇ ਸਾਡੇ ਪ੍ਰਬੰਧਕ ਕਿਸੇ ਵੀ ਕਮੇਟੀ ਦੇ, ਭਾਵੇਂ ਉਹ ਆਮ ਇੱਕ ਛੋਟੀ ਸੰਸਥਾ ਗੁਰਦੁਆਰੇ ਦੇ ਹੋਣ, ਸੰਸਥਾ ਦੇ ਹੋਣ, ਜਾਂ ਤਖਤ ਸਾਗੂ ਪ੍ਰਬੰਧਕ ਕਮੇਟੀ ਦੇ ਹੋਣ, ਜੋ ਇਮਾਨਦਾਰੀ ਨਾਲ ਔਰ ਗੁਰੂ ਸਾਹਿਬ ਨੂੰ ਹਾਜ਼ਰਾ ਹਜ਼ੂਰ ਸਮਝਦੇ ਹਾਂ, ਬੋਲਦੇ ਤੇ ਹਨ, ਨੂੰ ਸਮਝਦੇ ਹੋ, ਆਪਣੀਆਂ ਸੇਵਾਵਾਂ ਨਿਭਾਉਣ, ਇਮਾਨਦਾਰੀ ਨਾਲ ਸੇਵਾ ਕਰਨ। ਔਰ ਗੁਰੂ ਸਾਹਿਬ ਨੇ ਜਿਹੜੀ ਪ੍ਰਥਾ ਸਾਨੂੰ ਦਸਵੰਧ ਦੀ ਜਿਹੜੀ ਦਿੱਤੀ ਸੀ ਕਿ ਦਸਵੰਧ ਤੋਂ ਜਿਹੜਾ ਇਹ ਸਾਰਾ ਪ੍ਰਚਾਰ ਪ੍ਰਸਾਰ ਹੁੰਦਾ ਹੈ, ਉਹ ਅੱਜ ਅਸੀਂ ਹਰ ਸਿੱਖ ਜਿਹੜਾ ਜਾਂ ਗੁਰੂ ਸਾਹਿਬ ਨੂੰ ਮੰਨਣ ਵਾਲਾ, ਭਾਵੇਂ ਉਹ ਸਿੱਖ ਹੈ ਭਾਵੇਂ ਗੈਰ ਸਿੱਖ ਹੈ, ਉਹ ਜਦੋਂ ਗੁਰਦੁਆਰੇ ਆਉਂਦਾ ਤੇ ਆਪਣਾ ਦਸਵੰਧ ਜਿਹੜਾ ਉਹ ਗੋਲਕ ਵਿੱਚ ਪਾ ਕੇ ਜਾਂਦਾ ਹੈ। ਜੇ ਇਹਦੀ ਦੁਰਵਰਤੋਂ ਰੁਕ ਜਾਵੇ ਔਰ ਉਸ ਦਸਵੰਧ ਦੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਜਾਵੇ ਤੇ ਸਿੱਖੀ ਦੇ ਵਿੱਚ ਜਿਹੜੇ ਕਈ ਜਗ੍ਹਾ ਤੋਂ ਤੇ ਗਿਰਾਵਟਾਂ ਨੇ ਉਹਨਾਂ ਨੂੰ ਠੱਲ ਪਾਈ ਜਾ ਸਕਦੀ ਹੈ, ਔਰ ਸਿੱਖੀ ਫਿਰ ਜਿਹੜਾ ਹੋਰ ਚੜ੍ਹਦੀਆਂ ਗੱਲਾਂ ਵਾ, ਚੜ੍ਹਦੀ ਗੱਲਾਂ ਵੀ ਤਾਂ ਸਿੱਖ ਹੈ ਹੀ ਹੈ, ਹੋਰ ਚੜ੍ਹਦੀਆਂ ਗੱਲਾਂ ਵੀ ਜਿਹੜਾ ਵੱਧ ਸਕਦਾ ਹੈ। ਔਰ ਇਹ ਜਿਹੜੀ ਮੇਨ ਗੱਲ ਹੈ ਨਾ, ਜਿਹੜੀ ਦਸਵੰਧ ਦੇ ਖਰਚੇ ਨੂੰ ਲੈ ਕੇ ਸਾਨੂੰ ਜਿਹੜਾ ਕੰਮ ਕਰਨਾ ਪਏਗਾ, ਵੀ ਸਾਨੂੰ ਇਹਦੇ ਵਿੱਚ ਹਿੱਸੇ ਵੰਡਣੇ ਪੈਣਗੇ, ਵੀ ਇੰਨਾ ਪਰਸੈਂਟੇਜ ਜਿਹੜੀ ਹੈ ਐਜੂਕੇਸ਼ਨ ਪੜ੍ਹਾਈ ਦੇ ਲਈ, ਜਿਹੜੇ ਗਰੀਬ ਬੱਚੇ ਜਿਹੜੇ ਨਹੀਂ ਪੜ੍ਹ ਸਕਦੇ ਉਹਨਾਂ ਦੀ ਵਿੱਦਿਆ ਲਈ ਖਰਚ ਕੀਤਾ ਜਾਵੇ, ਇੰਨਾ ਹਿੱਸਾ ਜਿਹੜਾ ਹੈ ਸਿਹਤ ਲਈ, ਮੈਡੀਕਲ ਖਿੱਤੇ ਲਈ ਰੱਖਿਆ ਜਾਵੇ, ਇਹ ਤੀਜਾ ਹਿੱਸਾ ਜਿਹੜਾ ਹੈ ਵੀ ਇਹ ਪ੍ਰਚਾਰ ਪ੍ਰਸਾਰ ਲਈ ਰੱਖਿਆ ਜਾਵੇ, ਚੌਥਾ ਹਿੱਸਾ ਜਿਹੜਾ ਲੰਗਰਾਂ, ਗੁਰੂ ਕੇ ਲੰਗਰਾਂ ਲਈ ਰੱਖਿਆ, ਜਿਹੜੇ ਸਾਡੇ ਗੁਰੂ ਘਰ ਦੀ ਇੱਕ ਮਰਿਆਦਾ ਹੈ, ਜਿਹੜੇ 24 ਘੰਟੇ ਲੰਗਰ ਚੱਲਣੇ ਚਾਹੀਦੇ ਹਨ। ਔਰ ਸਾਨੂੰ ਇਹ ਇਸ ਪਾਸੇ ਜਿਹੜਾ ਧਿਆਨ ਰੱਖਦੇ ਹੋਇਆ, ਨਾਲ ਸਾਨੂੰ ਪ੍ਰਚਾਰਕਾਂ ਦਾ, ਗ੍ਰੰਥੀਆਂ ਦਾ, ਰਾਗੀਆਂ ਦਾ, ਸਾਡੇ ਢਾਡੀਆਂ ਦਾ, ਕਵੀਸ਼ਰੀਆਂ ਦਾ, ਕਥਾਵਾਚਕਾਂ ਦਾ, ਸਾਰਿਆਂ ਦਾ ਮਾਨ ਸਨਮਾਨ ਰੱਖਣ ਵਾਲੇ ਪਾਸੇ ਔਰ ਉਹਨਾਂ ਦਾ ਵੀ ਮਿਆਰ ਉੱਚਾ ਚੁੱਕਣ ਲਈ ਜਿਹੜਾ ਕੰਮ ਕਰਨ ਦੀ ਬੜੀ ਲੋੜ ਹੈਗੀ ਹੈ। ਸਾਨੂੰ ਆਪਣੇ ਪ੍ਰਬੰਧਕ ਕਮੇਟੀਆਂ ਨੂੰ ਇਹ ਵੀ ਚਾਹੀਦਾ ਕਿ ਜਿਸ ਆਪਣੇ ਜਿਹੜੇ ਪੁਰਾਣੇ ਸਥਾਨ ਨੇ, ਕਿ ਕਾਲੀ ਕਾਰ ਸੇਵਾ ਦੇ ਨਾਂ ਤੇ ਜਾਂ ਇੱਕ ਨਵੀਕਰਨ ਕਰਨ ਦੇ ਚੱਕਰ ਦੇ ਵਿੱਚ ਉਹ ਪੁਰਾਣੀਆਂ ਬਿਲਡਿੰਗਾਂ ਨੂੰ ਢਾਹੁੰਦੇ ਹੋਏ ਨਾ ਢਾਹੁਣ, ਪੁਰਾਣੀ ਦਿੱਖ ਨੂੰ ਸਾਂਭਣ, ਪੁਰਾਣੇ ਗ੍ਰੰਥਾਂ ਦੀ ਸੰਭਾਲ ਕਰਨ, ਪੁਰਾਤਨ ਮਰਿਆਦਾ ਦੀ ਸੰਭਾਲ ਕਰਨ। ਜਦੋਂ ਅਸੀਂ ਇਹਨਾਂ ਦੀ ਸੰਭਾਲ ਵਾਸਤੇ ਤੁਰਾਂਗੇ ਔਰ ਆਪਣੇ ਨਾਲ ਸਨਾਤਨੀ, ਬੰਦਈ, ਨਾਮਧਾਰੀ, ਉਦਾਸੀ, ਨਿਰਮਲੇ, ਜਿਨ੍ਹਾਂ ਨੂੰ ਅਸੀਂ ਉਹ ਸਾਡੇ ਸਿੱਖੀ ਦੇ ਅੰਗ ਨੇ, ਉਹਨਾਂ ਨੂੰ ਹੋਰ ਨੇੜੇ ਗੱਲ ਵਕੜੀ ਲਵਾਂਗੇ, ਇਹ ਕੌਮ ਪੰਥ ਬਹੁਤ ਚੜ੍ਹਦੀਆਂ ਗੱਲਾਂ 'ਚ ਅੱਗੇ ਵਧੇਗਾ। ਔਰ ਇਹ ਤੁਸੀਂ ਦੇਖਣਾ, ਮਹਾਰਾਜ ਦੇ ਬਚਨ ਨੇ ਵੀ ਰਾਜ ਕਰੇਗਾ ਖਾਲਸਾ, ਜਿਹੜੀ ਹੈ ਨਾ, ਖਾਲਸਾ ਰਾਜ ਹਮੇਸ਼ਾ ਹੀ ਕਰਦਾ, ਠੀਕ ਹੈ, ਸਮੇਂ ਨਾਲ ਰੁਕਣਾ ਪੈਂਦਾ ਕਿਤੇ ਨਾ ਕਿਤੇ, ਲੇਕਿਨ ਫਿਰ ਅੱਗੇ ਵੱਧਦਾ ਹੈ। ਔਰ ਦੂਜੇ ਪਾਸੇ ਮੈਂ ਇਹ ਵੀ ਕਹਿਣਾ ਚਾਹਾਂਗਾ, ਆਪਣੇ ਸਾਰੇ ਸਿੱਖਾਂ ਨੂੰ ਬੇਨਤੀ ਕਰਨਾ ਚਾਹਾਂਗਾ, ਆਪਣੇ ਨੌਜਵਾਨਾਂ ਨੂੰ, ਆਪਣੇ ਭਰਾਵਾਂ ਨੂੰ, ਵੀਰਾਂ ਨੂੰ, ਵੀ ਅਸੀਂ ਗੁਰੂ ਸਾਹਿਬ ਨੂੰ ਪਿੱਠ ਨਾ ਦਿਖਾਈਏ। ਅਸੀਂ ਅੱਜ ਨਾ ਗੁਰੂ ਸਾਹਿਬ ਨੂੰ ਪਿੱਠ ਦਿਖਾ ਰਹੇ ਹਾਂ ਔਰ ਕਿਤੇ ਨਾ ਕਿਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਹਨਾਂ ਵਿਸਾਰ ਰਹੇ ਹਾਂ। ਮੈਂ ਇਹ ਇਸ ਕਰਕੇ ਕਹਿਣਾ ਚਾਹਾਂਗਾ ਵੀ ਅਸੀਂ ਬਾਣੀ ਨੂੰ ਔਰ ਬਾਣੇ ਨੂੰ ਤਿਆਗ ਰਹੇ ਹਾਂ। ਸਾਨੂੰ ਬਾਣੀ ਦਾ ਧਿਆਨ ਰੱਖੀਏ ਔਰ ਬਾਣੇ ਵਿੱਚ ਰਹੀਏ, ਪੰਜਾਂ ਕਕਾਰਾਂ ਦੇ ਰਹਿਣੀ ਲਈ ਆਪਣੀ ਮਾਰ ਕਰੀਏ, ਆਪਣੀ ਮਾਂ ਬੋਲੀ ਬੋਲੀਏ, ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨਹੀਂ ਆ, ਉਹਨਾਂ ਨੂੰ ਬਾਣੀ ਤੋਂ ਦੂਰ, ਭਾਸ਼ਾ ਤੋਂ ਦੂਰ, ਜੇ ਭਾਸ਼ਾ ਤੋਂ ਦੂਰ ਨੇ ਬਾਣੀ ਤੋਂ ਦੂਰ ਚਲੇ ਜਾਂਦੇ ਨੇ, ਜਦੋਂ ਬਾਣੀ ਤੋਂ ਦੂਰ ਜਾਂਦੇ ਨੇ ਤੇ ਫਿਰ ਉਹ ਬਾਣੇ ਤੋਂ ਦੂਰ ਚਲੇ ਜਾਂਦੇ ਨੇ, ਜਿਹਦੇ ਵਿੱਚ ਕੇਸਾਂ ਨੂੰ ਤਿਆਗ ਜਾਂਦੇ ਨੇ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਆਪਣੇ, ਅਗਰ ਅਸੀਂ ਕਹੀਏ ਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੇ, ਮਾਤਾ ਸਾਹਿਬ ਕੌਰ ਨੇ ਤੇ ਸਾਡੇ ਭਰਾ ਤਾਂ ਸਾਹਿਬਜ਼ਾਦੇ, ਜੇ ਉਹਨਾਂ ਦੀ ਸ਼ਹਾਦਤ ਉਹ ਸਿੱਖੀ ਸਵਾਸਾਂ ਨਾਲ ਉਹਨਾਂ ਨੇ ਨਿਭਾਈ ਹੈ ਤੇ ਅਸੀਂ ਉਸ ਸ਼ਹਾਦਤ ਨੂੰ ਨਾ ਵਿਸਾਰੀਏ ਔਰ ਅਸੀਂ ਆਪਣਾ ਜੀਵਨ ਵੀ ਜਿਹੜਾ ਸਿੱਖਾਂ ਕੇ ਜਿਸ ਰੂਪ ਵਿੱਚ ਕੇਸਾਂ ਸਵਾਸਾਂ ਨਾਲ ਨਿਭਾਈਏ ਔਰ ਗੁਰੂ ਵਾਲੇ ਬਣੀਏ ਔਰ ਬਾਣੇ ਦੇ ਧਾਰਨੀ ਹੋਈ। ਮੇਰੀ ਤਾਂ ਇਹੋ ਹੀ ਬਸ ਅਰਦਾਸ ਹੈ ਗੁਰੂ ਅੱਗੇ ਕਿ ਆਪਣਾ ਸਿੱਖ ਨੂੰ ਸਮਰਥ ਬਖਸ਼ੇ ਜੀ। ਸੋ ਦਰਸ਼ਕੋ, ਇਹ ਸੀਗੇ ਸਾਧੂ ਭੁਪਿੰਦਰ ਸਿੰਘ, ਜਿਨ੍ਹਾਂ ਦੇ ਨਾਲ ਅਸੀਂ ਅੱਜ ਆਪਣੇ ਨਵੇਂ ਪ੍ਰੋਗਰਾਮ ਦਾ ਆਗਾਜ਼ ਕੀਤਾ, ਜਿਹਦਾ ਨਾਮ ਹੈ ਜਾਣ ਪਹਿਚਾਣ। ਬਹੁਤ ਅਹਿਮ ਖੁਲਾਸੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਇੱਥੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਸਾਂਝੇ ਕੀਤੇ। ਉਮੀਦ ਕਰਦੇ ਹਾਂ ਕਿ ਸਾਡੇ ਇਸ ਪ੍ਰੋਗਰਾਮ ਤੋਂ ਸਾਡੇ ਜਿਹੜੇ ਨੌਜਵਾਨ ਵੀਰ ਨੇ ਉਹ ਜ਼ਰੂਰ ਕੁਝ ਸਿੱਖਣਗੇ ਅਤੇ ਸਿੱਖ ਕੌਮ ਦੇ ਲਈ ਕਾਰਜ ਕਰਨ ਦੇ ਲਈ ਜ਼ਰੂਰ ਮੋਟੀਵੇਟ ਹੋ ਕੇ ਜਿਹੜਾ ਉਹ ਅੱਗੇ ਆਣਗੇ। ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਹਸਤੀਆਂ ਦੇ ਨਾਲ ਗੱਲ ਕਰਦੇ ਹਾਂ, ਸਾਡੇ ਜਦੋਂ ਨੌਜਵਾਨ ਵੀਰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਸੁਣਨਗੇ, ਸਾਨੂੰ ਲੱਗਦਾ ਕਿਤੇ ਨਾ ਕਿਤੇ ਸਾਡੀ ਇੱਕ ਕੁਝ ਛੋਟੀ ਜਿਹੀ ਉਹ ਕੋਸ਼ਿਸ਼ ਰਹੇਗੀ ਕਿ ਅਸੀਂ ਸਿੱਖ ਕੌਮ ਦੇ ਵਿੱਚ ਉਹ ਜਜ਼ਬਾ, ਉਹ ਚੜ੍ਹਦੀ ਕਲਾ ਦੁਬਾਰਾ ਪੈਦਾ ਕਰ ਸਕੀਏ, ਤਾਂ ਕਿ ਜੋ ਸਿੱਖ ਕੌਮ ਤੇ ਅੱਜ ਭੀੜ ਪਈ ਆ ਉਹਨੂੰ ਕਿਤੇ ਨਾ ਕਿਤੇ ਜਿਹੜੀ ਆ ਉਹ ਠੱਲ ਪੈ ਸਕੇ। ਕਿਉਂਕਿ ਅਸੀਂ ਦੇਖਦੇ ਅੱਜ ਚਾਰੇ ਪਾਸੇ ਜਿਹੜਾ ਬਹੁਤ ਕੁਝ ਵੇਖਣ ਨੂੰ ਮਿਲਦਾ ਹੈ। ਸਾਡੇ ਦਰਸ਼ਕ ਬਖੂਬੀ ਜਾਣਦੇ ਨੇ ਕਿ ਕਿਸ ਤਰ੍ਹਾਂ ਅੱਜ ਸਾਡੀ ਸਿੱਖ ਕੌਮ ਦੇ ਉੱਤੇ ਜਿਹੜਾ ਸਮਾਂ ਹੈ ਉਹ ਬਣਿਆ ਹੋਇਆ ਹੈ। ਤੇ ਜਦੋਂ ਅਸੀਂ ਇਸ ਤਰ੍ਹਾਂ ਦੇ ਵੀਰਾਂ ਦੇ ਨਾਲ ਗੱਲਬਾਤ ਕਰਕੇ ਕੋਈ ਪ੍ਰੋਗਰਾਮ ਬਣਾ ਕੇ ਤੁਹਾਡੇ ਰੂਬਰੂ ਹੁੰਦੇ ਆ, ਤਾਂ ਸਾਡਾ ਉਸ ਪ੍ਰੋਗਰਾਮ ਦੇ ਪਿੱਛੇ ਦਾ ਸੰਦੇਸ਼ ਸਿਰਫ ਇਹੀ ਰਹਿੰਦਾ ਹੈ ਤਾਂ ਕਿ ਅਸੀਂ ਆਪਣੀ ਨੌਜਵਾਨੀ ਨੂੰ ਸੰਭਾਲ ਸਕੀਏ, ਅਸੀਂ ਆਪਣੇ ਬੱਚਿਆਂ ਨੂੰ ਸੰਭਾਲ ਸਕੀਏ। ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਸ਼ਾਇਦ ਸਾਡੇ ਲਈ
ਕਿਤੇ ਖਤਰਾ ਨਾ ਬਣ ਜਾਵੇ। ਸੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਸਾਧੂ ਭੁਪਿੰਦਰ ਸਿੰਘ ਜੀ, ਜੋ ਕਿ ਇਸ ਸਮੇਂ ਕੈਨੇਡਾ ਦੇ ਵਾਸੀ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦੇ ਜੀਵਨ ਦੇ ਬਾਰੇ ਜਿਹੜੀ ਆ ਜਾਣਕਾਰੀ ਹਾਸਿਲ ਕੀਤੀ। ਸੋ ਦਰਸ਼ਕੋ, ਇਸੇ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੀ ਜੀ। ਜਦ ਤੱਕ ਤੁਸੀਂ ਵੇਖਦੇ ਰਹੋ ਵੌਇਸ ਆਫ ਖਾਲਸਾ ਟੀਵੀ। ਮੈਨੂੰ ਬਲਜੀਤ ਕੌਰ ਨੂੰ ਅਤੇ ਸਾਧੂ ਭੁਪਿੰਦਰ ਸਿੰਘ ਜੀ ਨੂੰ ਸਾਨੂੰ ਹੁਣ ਦਿਓ ਇਜਾਜ਼ਤ ਜੀ। ਬੜੇ ਪਿਆਰ ਤੇ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।